ਮਤ ਥੋਰੀ ਰਾਮ ਪਾਲਹਿ ਅਕਿਰਤ ਕਣਾ ਪਾਲਹਿ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਸ੍ਰੀ ਨਾਨਕ ਪਗ ਪੰਕਜ ਬੰਧਨ ਪਗ ਪੰਕਜ ਸਿਮਰੋ ਅੰਗਦ ਦੁਖ ਨਿਕੰ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ। ਸ੍ਰੀ ਗੁਰ ਰਾਮਦਾਸ ਗੁਣ ਗੁਰ ਅਰਜਨ ਬਿਗਨਨ ਕੇ ਸਾਰੇ ਪੜੋ ਜੀ। ਬਿਗਨਨ ਕੇ ਬਿਗਨਨ ਕੇ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਿਸ਼ ਸ੍ਰੀ ਹਰਿ ਰਾਏ ਨਮੋ ਕਰ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਜੀ ਗੁਰ ਮੇਰਾ ਪਰਮ ਗੁਰ ਮੇਰਾ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਰ ਤਰੁ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਬੰਦੋਂ ਬਾਰ ਬਾਰ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਗੁਰੂ ਪਿਤਾ ਗੁਰੂ ਮਾਤਾ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਗੋਦੀ ਦਾ ਆਨੰਦ ਮਾਣ ਰਹੇ ਸਨਮਾਨਯੋਗ ਸਤਿਕਾਰਯੋਗ ਗੁਰਮੁਖ ਪਿਆਰੀ ਸਾਧ ਸੰਗਤ ਜੀ, ਜੀ ਆਇਆਂ ਨੂੰ। ਆਪ ਸੰਗਤਾਂ ਨੇ ਜੋ 8 ਰੋਜ਼ਾ ਸਮਾਗਮ ਸੀ ਉਹਦੇ ਵਿੱਚ ਸ਼ਿਰਕਤ ਕੀਤੀ ਹੈ, ਸਮੂਲੀਅਤ ਬਖਸ਼ੀਸ਼ ਨਦਰੇ ਰਹਿਮਤ ਵਰਤੀ ਹੈ। ਔਰ ਅੱਜ 7ਵਾਂ ਸਮਾਗਮ ਹੈ, ਕੱਲ੍ਹ ਨੂੰ ਸਮਾਪਤੀ ਹੋ ਜਾਣੀ ਹੈ ਰਾਤ ਨੂੰ ਦੀਵਾਨਾਂ ਦੀ। ਸੋ ਆਪ ਗੁਰੂ ਪਿਆਰ ਵਾਲੀਆਂ ਸੰਗਤਾਂ ਨੇ ਪ੍ਰੇਮ ਭਾਵਨਾ ਦੇ ਨਾਲ ਨਤਮਸਤਕ ਹੋਣਾ ਕੀਤਾ ਹੈ। ਮੇਰੇ ਤੋਂ ਪਹਿਲੇ ਗੁਰੂ ਕੀ ਸੰਗਤ ਨੇ ਰਸ ਭਿੰਨਾ ਸ਼ਬਦ ਕੀਰਤਨ ਕੀਤਾ ਤੇ ਮੈਂ ਜਦੋਂ ਆ ਰਿਹਾ ਸੀ ਤੇ ਮੇਰੀਆਂ ਭੈਣਾਂ ਸ਼ਬਦ ਪੜ੍ਹ ਰਹੀਆਂ ਸਨ ਤੇ ਉਸ ਵੇਲੇ ਬੜਾ ਆਨੰਦ ਮਨ ਦੇ ਵਿੱਚ ਆਇਆ ਕਿ ਮੇਰੇ ਨਾਨਕ ਦਾ ਸੁਪਨਾ ਪੂਰਾ ਹੋ ਰਿਹਾ। ਆਖੋ ਸਤਿਨਾਮ। ਕਰਮਾਂ ਵਾਲਿਓ, ਕਿਸੇ ਵਿਦਵਾਨ ਨੇ ਲਿਖਿਆ ਏ, ਕਹਿੰਦਾ ਜਸ ਦੇਂਦਾ ਏ ਜੋ ਦੁਨੀਆ ਨੂੰ,
ਜਸ ਉਸ ਦੇ ਗਾਉਣੇ ਪੈਂਦੇ ਐ। ਜਸ ਦੇਂਦਾ ਏ ਜੋ ਦੁਨੀਆ ਨੂੰ, ਜਸ ਉਸ ਦੇ ਗਾਉਣੇ ਪੈਂਦੇ ਐ। ਜਸ ਮਿਲਦਾ ਹੈ ਸੁਭ ਕਰਮਾਂ ਨਾਲ, ਪਰ ਕਰਮ ਬਣਾਉਣੇ ਮਸਤਾ ਦਿਲਦਾਰ ਦੀ ਮਸਤੀ ਲਈ। ਦਿਲ ਦਾ ਨਜ਼ਰਾਨਾ ਕਾਫੀ ਨਹੀਂ, ਦਿਲਦਾਰ ਦੀ ਖਿਦਮਤ ਦੇ ਵਿੱਚ ਸਿਰ ਭੇਟ ਚੜਾਉਣੇ। ਜਸ ਦੇਂਦਾ ਏ ਜੋ ਦੁਨੀਆ ਨੂੰ, ਜਸ ਉਸ ਦੇ। ਮਹਾਰਾਜ ਕਹਿੰਦੇ ਤੂੰ ਮੇਰਾ ਨਿਤਨੇਮ ਸ਼ੁਰੂ ਕਰ ਦੇ। ਤੂੰ ਸਵੇਰੇ 60 ਮਿੰਟ ਧੰਨ ਧੰਨ ਕਰੀ, 24 ਘੰਟੇ ਦੁਨੀਆ ਤੈਨੂੰ ਧੰਨ ਧੰਨ ਕਹਿ ਕੇ ਪੁਕਾਰਨ ਲੱਗ ਪਊਗੀ। ਆਖੋ ਸਤਿਨਾਮ। ਕਿਉਂਕਿ ਖੂਹ ਦੇ ਵਿੱਚ ਆਵਾਜ਼ ਮਾਰੀਏ ਤੇ ਵਾਪਸ ਆਉਂਦੀ ਹੈ। ਤੇ ਜਿਨ੍ਹਾਂ ਦੇ ਅੰਦਰ ਰਸ ਸੀ ਨਾ, ਰਸ ਭਿੰਨਾ ਕੀਰਤਨ ਭੈਣਾਂ ਨੇ ਕੀਤਾ, ਮੇਰੀਆਂ ਛੋਟੀਆਂ ਬੱਚੀਆਂ ਨੇ ਸ਼ਬਦ ਲਾਇਆ ਮੇਰਾ ਮੁਝ ਮੈਂ। ਇਹ ਕਬੀਰ ਸਾਹਿਬ ਜੀ ਦੀ ਬਖਸ਼ਿਸ਼ ਹੈ। ਤੇ ਕਬੀਰ ਸਾਹਿਬ ਜੀ ਜੁੜੇ ਪਤਾ ਕਦੋਂ ਸੀ? ਉਹਨਾਂ ਦੇ ਸਲੋਕਾਂ ਦੀ ਕਥਾ ਗੁਰਦੁਆਰਾ ਬੌਲੀ ਸਾਹਿਬ ਸੰਪੂਰਨ ਹੋ ਚੁੱਕੀ। ਹੁਣ ਬਾਬਾ ਫਰੀਦ ਸਾਹਿਬ ਦਾਸ ਨੂੰ ਸੁਭਾਗ ਮਿਲਿਆ, ਬਹੁਤ ਕੁਝ ਲੱਭਦਾ ਜਦੋਂ ਗੁਰੂ ਸਾਹਿਬ ਦੇ ਇਕੱਲੇ ਇਕੱਲੇ ਅੰਗ ਦੇ ਦਰਸ਼ਨ ਕਰੀਏ ਨਾ, ਲੜੀਵਾਰ ਭੱਗ। ਤੋ ਬਾਬਾ ਕਬੀਰ ਸਾਹਿਬ ਜੀ ਪਹਿਲੇ ਦਿਨ ਭਗਤ ਨਹੀਂ ਸੀ। ਜ਼ੁਲਾਹਿਆਂ ਦਾ ਪਰਿਵਾਰ ਹੈ ਤੇ ਉਹੀ ਕਿਰਤਕਾਰ ਹੈ ਜਿਹੜੀ ਬਾਪੂ ਕਰਦਾ ਹੈ। ਤੇ ਇੱਕ ਦਿਨ ਕਹਿੰਦੇ ਕਰਵਟ ਆਈ ਜ਼ਿੰਦਗੀ 'ਚ ਕਿ ਪਿੰਡ ਦੇ ਵਿੱਚ ਮਰਗ ਹੋਈ। ਤੇ ਬਾਬੇ ਕਬੀਰ ਸਾਹਿਬ ਦੀ ਮਾਂ ਕਹਿੰਦੀ ਕਬੀਰ ਅੱਜ ਤੇਰਾ ਬਾਪੂ ਘਰ ਨਹੀਂ, ਤੇ ਪਿੱਟ ਏਦਾਂ ਕਰ ਤੂੰ ਆ ਮੁਰਦੇ ਦੇ ਮਗਰ ਸ਼ਮਸ਼ਾਨ ਘਾਟ ਤੱਕ ਚੱਲ। ਕਹਿੰਦੇ ਮਾਂ ਮੈਂ ਨਹੀਂ ਜਾਣਾ, ਮੈਨੂੰ ਤਾਂ ਡਰ ਲੱਗਦਾ ਏ। ਕਹਿਣ ਲੱਗੇ ਬੇਟਾ ਏਦਾਂ ਨਹੀਂ ਕਰੀਦਾ, ਲੋਕਾਂ ਦੇ ਨਾਲ ਪਿਆਰ ਹੈ ਪਿੰਡ ਦੇ ਵਿੱਚ, ਆਪਾਂ ਜਾਵਾਂਗੇ ਤਾਂ ਆਪਣੇ ਕੋਈ ਆਊ ਤੇ ਤੂੰ ਜ਼ਰੂਰ ਜਾ। ਕਬੀਰ ਸਾਹਿਬ ਕਹਿੰਦੇ ਮੈਂ ਡਰਦਾ ਡਰਦਾ ਬਾਪੂ ਦੀ ਡਿਊਟੀ ਨਿਭਾਉਣ ਵਾਸਤੇ ਆਪ ਚਲੇ ਗਿਆ। ਕਬੀਰ ਸਾਹਿਬ ਦੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਨੂੰ ਕਿੱਦਾਂ ਵਾਪਸ ਆਈ? ਕਈ ਵਾਰੀ ਆਪਾਂ ਕਹੀਦਾ, ਕੋਈ ਕਹੇ ਵਾਹਿਗੁਰੂ ਸੇਵਾ ਕਰੋ, ਅਸੀਂ ਵਾਹਿਗੁਰੂ ਜੀ ਅਸੀਂ ਤਾਂ ਪਾਪੀ ਹਾਂ, ਅਸੀਂ ਤਾਂ ਵਾਹਿਗੁਰੂ ਨਸ਼ੇ ਪੱਤੇ ਕਰਦੇ, ਅਸੀਂ ਤਾਂ ਕੇਸ ਕਤਲ, ਅਸੀਂ ਸੇਵਾ ਨਹੀਂ ਕਰਨੀ। ਉਹ ਪਿਆਰਿਓ ਨਹੀਂ, ਜਦੋਂ ਕੋਈ ਸੇਵਾ ਦਵੇ ਆਵਾਜ਼ ਮਾਰ ਕੇ ਤੇ ਮੋੜਿਆ ਨਾ ਕਰੋ। ਆਖੋ ਸਤਿਨਾਮ। ਕਿਉਂਕਿ ਗੁਰੂ ਆਵਾਜ਼ ਮਾਰਦਾ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਕਹਿੰਦਾ ਕਿਸੇ ਦੀ ਮਾਂ, ਕਿਸੇ ਦਾ ਬਾਪ, ਕਿਸੇ ਦੀ ਭੈਣ, ਕਿਸੇ ਦੀ ਚਾਚੀ, ਕਿਸੇ ਦੀ ਤਾਈ, ਕਿਸੇ ਦਾ ਵੀਰ, ਕਿਸੇ ਦਾ ਭਾਈ ਆਵਾਜ਼ ਮਾਰੇ ਤੇ ਫਕਰ ਹੁੰਦਾ ਏ। ਆ ਤੁਸੀਂ ਜਿੰਨੇ ਵੀ ਆ ਕੇ ਇੱਥੇ ਬੈਠੇ ਆ, ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਵਾਜ਼ ਮਾਰੀ ਹੈ ਤਾਂ ਚੌਂਕੜੇ ਲੱਗੇ ਆ। ਕਿਉਂਕਿ ਸੱਦੇ ਤੋਂ ਬਿਨਾਂ ਤੇ ਗਵਾਂਢੀ ਦੇ ਘਰ ਨਹੀਂ ਕੋਈ ਜਾਂਦਾ। ਪ੍ਰੋਗਰਾਮ ਹੋ ਜਾਂਦਾ, ਕਹਿੰਦੇ ਭਾਈ ਸਾਹਿਬ ਤੁਸੀਂ ਆਏ ਨਹੀਂ। ਤੋ ਕਹਿੰਦੇ ਮੈਨੂੰ ਕਿਹੜਾ ਸੱਦਿਆ ਸੀ? ਤੋ ਇਸ ਕਰਕੇ ਸੰਗਤੇ ਵੱਡੇ ਦਾ ਦਰਬਾਰ ਹੈ, ਇੱਥੇ ਵੀ ਉਹੋ ਹੀ ਆ ਰਿਹਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬੁਲਾਇਆ, ਦੂਜਾ ਨਹੀਂ ਆ ਸਕਦਾ। ਇੱਕ ਨਾ ਹੁਕਮੀ ਬਖਸ਼ੀਸ ਇੱਕ। ਬਾਬਾ ਕਬੀਰ ਸਾਹਿਬ ਕਹਿੰਦੇ ਮੇਰੀ ਜ਼ਿੰਦਗੀ ਦਾ ਫਸਟ ਟਾਈਮ, ਮੇਰੀ ਛੋਟੀ ਜਿਹੀ ਆਰਜਾ ਤੇ ਮੈਂ ਮੜੀਆਂ 'ਚ ਚਲੇ ਗਿਆ ਬਾਪੂ ਦੀ ਜਗ੍ਹਾ ਡਿਊਟੀ ਨਿਭਾਉਣ ਵਾਸਤੇ। ਉੱਥੇ ਕਹਿੰਦੇ ਮੈਂ ਕੀ ਵੇਖਿਆ ਕਿ ਸਾਡੇ ਪਿੰਡ ਦੇ ਵਿੱਚੋਂ ਜਿਹੜਾ ਮਨੁੱਖ ਮਰਿਆ ਸੀ ਉਹਨੂੰ ਲੱਕੜਾਂ ਤੇ ਰੱਖਿਆ। ਤੋ ਕਹਿੰਦੇ ਲੱਕੜਾਂ ਤੇ ਰੱਖ ਕੇ ਤੇ ਪੰਡਤ ਨੇ ਕਿਰਿਆ ਕਰਮ ਜੋ ਵੀ ਕਰਨਾ ਸੀ ਤੇ ਕਹਿੰਦੇ ਉਹਨੂੰ ਅੱਗ ਲਾਤੀ। ਤੇ ਕਬੀਰ ਸਾਹਿਬ ਕਹਿੰਦੇ ਸਾਰੇ ਲੋਕੀ ਪਿਛਾਂਹ ਹੁੰਦੇ 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 ਵਾਪਸ ਪਿੰਡ ਤੱਕ ਆ ਗਏ। ਕਹਿੰਦੇ ਮੈਂ ਉਸ ਪੰਡਤ ਦੇ ਕੋਲ ਬੈਠ ਗਿਆ ਜਿਹਨੇ ਕਿਰਿਆ ਕਰਮ ਕਰਨਾ ਸੀ। ਤੇ ਕਬੀਰ ਸਾਹਿਬ ਕਹਿੰਦੇ ਮੇਰੀ ਜ਼ਿੰਦਗੀ 'ਚ ਕਰਵਟ ਉਦੋਂ ਆਈ ਕਿ ਜਦੋਂ ਮੈਂ ਇੱਕ ਆਪਣੇ ਕੋਲ ਬਹਿਣ ਵਾਲੇ ਇਨਸਾਨ ਨੂੰ ਮੱਚਦੇ ਵੇਖਿਆ। ਕਹਿੰਦੇ ਉੱਥੇ ਕੀ ਵੇਖਿਆ? ਕਬੀਰ ਸਾਹਿਬ ਕਹਿੰਦੇ ਹਾਡ ਜਰੇ ਜਿਉਂ ਲੱਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿੰਦੇ ਹੱਡੀਆਂ ਇੱਦਾਂ ਮੱਚ ਗਈਆਂ ਜਿਵੇਂ ਲੱਕੜਾਂ ਸੀ। ਕਿੰਨਾ ਸੋਹਣਾ ਸਰੀਰ ਆਪਾਂ ਸਾਂਭ ਕੇ ਰੱਖੀਦਾ।
ਇਹਨੂੰ ਮੋਹ ਨਾ ਕਰਿਆ ਕਰੋ, ਕਿਉਂਕਿ ਤੁਸੀਂ ਮਾਈਂਡ ਕਰਨਾ ਇਹ ਸਵਾਲ ਇੱਕ ਹੈ, ਕੱਲ੍ਹ ਨੂੰ ਸਮਾਪਤੀ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਉਂ ਹੋਈ ਸੀ ਭਲਾ? ਉਹ ਕਹਿੰਦੇ ਸੀ ਬੇਟਾ ਤੁਹਾਡੀ ਦਸਤਾਰ ਨਹੀਂ ਸੋਹਣੀ ਲੱਗਦੀ ਆ, ਜਿਹੜੀ ਪੱਗ ਆ ਨਾ ਇਹ ਲਾ ਦਿਓ। ਇਹੋ ਹੀ ਸਾਨੂੰ ਸਤਾਉਂਦੀ ਹੈ ਵੀ ਇਹ ਤਾਜ ਹੈ, ਤੇ ਤਾਜ ਇਕੱਲਾ ਔਰੰਗਜ਼ੇਬ ਹੀ ਪਹਿਨ ਸਕਦਾ, ਇਹ ਕੋਈ ਦੂਜਾ ਨਹੀਂ। ਤੇ ਬਾਬਾ ਫਤਿਹ ਸਿੰਘ ਕਹਿੰਦੇ ਸੀ ਇਹ ਤਾਜ ਸਾਡੇ ਬਾਪੂ ਗੋਬਿੰਦ ਸਿੰਘ ਨੇ ਸਿਰ ਤੇ ਰੱਖਿਆ ਏ, ਉਹਦੇ ਤੋਂ ਬਿਨਾ ਕੋਈ ਨਹੀਂ ਲਾ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। जिस दर को देख कर सर न झुके उसे दर नहीं कहते, जो दर दर पे झुक जाता उसे। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਬੰਦਾ ਸੜਦਾ ਵੇਖਿਆ, ਹੱਡੀਆਂ ਲੱਕੜਾਂ ਤਰ੍ਹਾਂ ਮੱਚ ਗਈਆਂ, ਕੇਸ ਘਾਹ ਦੀ ਤਰ੍ਹਾਂ। ਲੋਕੀ ਕਹਿੰਦੇ ਅਰਦਾਸ ਸੁਣ ਕੇ ਘਰਾਂ ਨੂੰ ਚਲੇ ਗਏ, ਕੋਈ ਫਰਕ ਨਹੀਂ। ਕਈ ਮੈਂ ਵੇਖਿਆ ਕਬਰਾਂ ਦੇ ਵਿੱਚ ਅਰਦਾਸ ਹੁੰਦੀ ਤੇ ਫੋਨ ਆ ਗਿਆ, ਕਹਿੰਦਾ ਹੈਲੋ। ਉਹ ਕਹਿੰਦਾ ਕਿੱਥੇ ਐ? ਕਹਿੰਦਾ ਬਸ 2 ਮਿੰਟ ਮੈਂ ਆਇਆ ਸੀ, ਕੋਈ ਚੜ੍ਹਾਈ ਕੀਤਾ ਤੇ ਤੂੰ ਦੁਕਾਨ ਤੇ ਰੁਕ, ਮੈਂ ਹੁਣੇ ਆਇਆ। ਕਮਾਲ ਹੈ। ਇੱਕ ਬੰਦਾ ਮੱਚਣ ਲੱਗਾ ਸਾਹਮਣੇ ਤੇ ਬੰਦੇ ਨੂੰ ਧੰਦੇ ਦੀ ਪਈ, ਇਹ ਨਹੀਂ ਦਿਸਣ ਦਿਆ ਵੀ ਇਹਦੀ ਥਾਂ ਤੇ ਤਾਂ ਮੈਂ ਵੀ ਹੋਣਾ। ਕਿੰਨਾ ਅੰਧ ਘੋਰ ਚ ਪਿਆ ਏ। ਕਬੀਰ ਸਾਹਿਬ ਕਹਿੰਦੇ ਸਾਰੇ ਚਲੇ ਗਏ, ਪਰ ਮੈਂ ਲਾਗੇ ਬਹਿ ਕੇ ਬੰਦਾ ਮੱਚਦਾ ਵੇਖਿਆ। ਮੈਂ ਆ ਕੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ, ਮਾਂ ਤੂੰ ਧੰਨ ਹੈ, ਤੂੰ ਧੰਨ ਹੈ। ਅੱਜ ਟਾਈਮ ਨਾਲ ਹੀ ਮੈਨੂੰ ਇਸ ਪਾਸੇ ਲਾਤਾ, ਹੀ ਹੋ ਸਕਦਾ ਮੇਰੇ ਤੋਂ ਕੁਝ ਗਲਤੀਆਂ ਹੋ ਜਾਂਦੀਆਂ, ਪਰ ਅੱਜ ਮੈਂ ਜ਼ਿੰਦਗੀ ਲੈ ਕੇ ਆਇਆ ਕਬਰਾਂ 'ਚੋਂ। ਤੁਹਾਨੂੰ ਪਤਾ ਕਬਰਾਂ 'ਚ ਕਿਉਂ ਨਾਲ ਜਾਈਦਾ? ਉੱਥੋਂ ਜ਼ਿੰਦਗੀ ਮਿਲਦੀ ਹੈ। ਬਾਬਾ ਨਾਨਕ ਨੇ ਸਫ਼ਰ ਸ਼ੁਰੂ ਕੀਤਾ ਸੁਲਤਾਨਪੁਰੋਂ, ਤੇ ਸਫ਼ਰ ਕਿੱਥੋਂ ਸ਼ੁਰੂ ਕੀਤਾ? ਮੜੀਆਂ 'ਚੋਂ। ਪਹਿਲਾਂ ਉੱਥੇ ਗੁਰਬਾਣੀ ਦਾ ਆਗਾਜ਼, ਮਹਾਰਾਜ ਮੂਲ ਮੰਤਰ ਕਿਰਪਾ ਕਰਦੇ ਹੈ, ਤੇ ਫਿਰ ਰਬਾਬ ਆਉਂਦੀ ਹੈ, ਤੇ ਫਿਰ ਕੀਰਤਨ ਵੀ ਪਹਿਲਾ ਸੁਲਤਾਨਪੁਰ ਹੀ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੀ ਧਰਤੀ ਕਿੰਨੀ ਭਾਗਾਂ ਵਾਲੀ ਹੈ ਸੰਗਤੇ। ਮੈਂ ਇਤਿਹਾਸ ਬੜਾ ਲੰਮਾ ਪਿਆ ਆਪਣਾ, ਤੋ ਕੱਲ੍ਹ ਦੀ ਗੁਸਤਾਖੀ ਚਾਹੁੰਦੇ ਆ, ਕੋਈ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚੇ ਤਾਂ ਮਾਫ਼ ਕਰ ਦੇਣਾ, ਕਿਉਂਕਿ ਸਾਰੀ ਭਾਵਨਾ ਵਾਲੇ ਆ, ਤੇ ਗੁਰੂ ਵੀ ਭਾਵਨਾ ਬਦਲੇ ਕਿਤੇ ਨਾ ਕਿਤੇ ਰੁਕ ਜਾਂਦਾ ਸੀ। ਸੋ ਲੜੀ ਚੱਲ ਰਹੀ ਸੀ ਆਪਣੀ, ਮੈਂ ਉਸ ਪਾਸੇ ਤੁਰਾਂ। ਕਬੀਰ ਸਾਹਿਬ ਉਸ ਦਿਨ ਤੋਂ ਇੰਨਾ ਕੁ ਵਿਰਾਗ 'ਚ ਚਲੇ ਗਏ ਕਿ ਮਣਾ 70 ਸਾਲ ਬੰਦਾ ਦਿਨੇ ਰਾਤ ਖਪਦਾ ਏ, ਤੇ ਜੋ ਵੀ ਪ੍ਰੋਪਰਟੀ ਬਣਾਉਂਦਾ ਏ ਤੇ ਉਹਨੂੰ ਛੱਡਣ ਲੱਗਿਆ ਇੱਕ ਰੱਤੀ ਬਿਲਮਣਾ ਦੇਵਣੀ ਮਣਜਾਰਿਆ ਮਿੱਤਰਾ, ਉਨੀ ਤਕੜੇ ਪਾਏ। 1 ਸੈਕਿੰਡ ਲੱਗਣਾ ਡਿੱਗਣ ਲੱਗਿਆ ਤੇ ਉਹ ਗਿਆ ਹੀ। ਇਸ ਕਰਕੇ ਕਹਿੰਦੇ ਕਿੰਨੀ ਭੋਲੀ ਦੁਨੀਆ, ਵੀ ਉਹ ਚੀਜ਼ ਬਣਾਈ ਜਾਂਦੀ ਹੈ ਜਿੱਥੇ 70 ਸਾਲ ਹੈ, ਜਿੱਥੇ ਪੱਕੇ ਚਲੇ ਜਾਣਾ ਉੱਥੋਂ ਲਈ ਕੀਤਾ ਹੀ ਕੁਛ ਨਹੀਂ। ਆ ਜਿਹੜੇ ਸਮਾਗਮ ਹੈ ਨਾ, ਇਹ ਉਹ ਧੰਨ ਹੈ ਜਿਹੜਾ ਅੱਗੇ ਜਾਣਾ ਹੈ। ਆਓ ਸਾਧ ਸੰਗਤ ਜੀ, ਮਨ ਆਨੰਦ ਹੋ ਗਿਆ। ਮੇਰੀਆਂ ਮਾਤਾਵਾਂ ਸ਼ਬਦ ਪੜ੍ਹ ਰਹੀਆਂ ਸਨ, ਤੇ ਮੇਰੇ ਸਾਹਮਣੇ ਭਾਈ ਗੁਰਦਾਸ ਜੀ ਦਾ ਚਿੱਤਰ ਆ ਗਿਆ ਕਿ ਭਾਈ ਗੁਰਦਾਸ ਜੀ ਕਹਿੰਦੇ ਹਰ ਮਾਂ ਬਾਪ ਦਾ ਇੱਕ ਸੁਪਨਾ ਹੈ। ਬੋਲੋ ਜੀ, ਇੱਕ ਉਹ ਸੁਪਨਾ ਹੈ ਕਿ ਮੇਰਾ ਪੁੱਤ ਡਾਕਟਰ ਬਣੇ, ਮੇਰਾ ਬੇਟਾ ਇੰਜੀਨੀਅਰ ਬਣੇ, ਮੇਰਾ ਬੇਟਾ ਪਾਇਲਟ ਬਣੇ। ਕਹਿੰਦੇ ਮੇਰੇ ਨਾਨਕ ਦਾ ਵੀ ਇੱਕ ਸੁਪਨਾ ਸੀ। ਭਾਈ ਗੁਰਦਾਸ ਕਹਿੰਦੇ ਪਤਾ ਕੀ? ਮੇਰਾ ਨਾਨਕ ਕਹਿੰਦਾ ਸੀ ਮੇਰੇ ਪਿਆਰ ਕਰਨ ਵਾਲੇ ਇੱਕ ਸੱਚਾ ਸਿੱਖ ਬਣ ਕੇ ਮੈਨੂੰ ਵਿਖਾਉਣ। ਆਖੋ ਸਤਿਨਾਮ। ਸਿੱਖ ਦੀ ਕੋਈ ਜਾਤ ਨਹੀਂ, ਗੋਤ ਨਹੀਂ, ਭਾਤ ਨਹੀਂ, ਇਹਦੇ 'ਚ ਸਾਰੇ ਹੀ ਆ ਜਾਂਦੇ, ਹਿੰਦੂ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ, ਉਪਦੇਸ਼ 4 ਵਰਨਾ ਕੋ। ਤੋ ਇਸ ਕਰਕੇ ਮਹਾਰਾਜ ਕਹਿੰਦੇ ਮੇਰਾ ਇੱਕ ਸੁਪਨਾ ਸੀ ਭਾਈ ਗੁਰਦਾਸ, ਦੱਸੀ ਸੰਗਤ ਨੂੰ। ਉਹ ਸੁਪਨਾ ਅੱਜ ਮੈਂ ਵੇਖਿਆ ਪੂਰਾ ਹੁੰਦਾ, ਕਿ ਜਿੱਦਾਂ ਸੰਗਤ ਨੇ ਕੀਰਤਨ ਕੀਤਾ ਤੇ ਬੱਚੀਆਂ ਨੇ ਕੀਤਾ, ਅਸਲ ਵਿੱਚ ਕੀਰਤਨ ਪ੍ਰੋਗਰਾਮ ਲਾਉਣ ਵਾਸਤੇ ਨਹੀਂ ਸੀ। ਆਖੋ ਸਤਿਨਾਮ। ਇਹ ਤਾਂ ਹੁਣ ਹੀ ਚੱਲ ਪਿਆ ਨਾ ਕਾਰਜ, ਵੀ ਕੀਰਤਨ ਸਿੱਖਦਾ ਹੀ ਉਹ ਹੈ ਜਿਹਨੇ ਪ੍ਰੋਗਰਾਮ ਕਰਨੇ, ਕਥਾ ਨਹੀਂ। ਨਹੀਂ ਪਿਆਰਿਓ, ਗੁਰੂ ਨਾਨਕ ਦਾ ਸੁਪਨਾ ਸੀ ਕਿ ਮੇਰੇ ਬੱਚੇ ਡਾਕਟਰ ਬਣਨ, ਮੇਰੇ ਬੱਚੇ ਸੁਨਿਆਰੇ ਬਣਨ, ਮੇਰੇ ਬੱਚੇ ਪਾਇਲਟ ਬਣਨ, ਪਰ ਸਵੇਰੇ ਉੱਠ ਕੇ ਆਪਣੇ ਘਰ 'ਚ ਆਸਾ ਦੀ ਵਾਰ ਦਾ ਕੀਰਤਨ ਕਰਕੇ ਫਿਰ ਡਿਊਟੀ ਤੇ ਜਾਣ। ਮੇਰੇ ਬੱਚੇ ਸ਼ਾਮਾਂ ਨੂੰ ਡਿਊਟੀ ਤੋਂ ਆਉਣ ਤੇ ਘਰ ਦੇ ਵਿੱਚ ਵਾਜੇ ਤੇ ਆਰਤੀ ਹੋਵੇ। ਆ ਬੰਬੇ ਵੱਲ, ਜੰਮੂ ਵੱਲ, ਇੱਧਰ ਅਜੇ ਵੀ ਯੂਪੀ ਵੱਲ ਬਹੁਤ ਪਰਿਵਾਰ ਹੈ ਜਿਨ੍ਹਾਂ ਦੇ ਘਰ 'ਚ 2 ਵਾਜੇ ਤੇ ਤਬਲਾ ਮਿਲੂ। ਤੁਹਾਨੂੰ ਮੌਕਾ ਮਿਲਿਆ ਕਿਤੇ ਜਾਣ ਦਾ, ਤੇ ਉੱਥੇ ਵੇਖਿਆ ਤੇ ਪੁੱਛਿਆ ਕਿ ਤੁਹਾਡੇ ਸਾਰਿਆਂ ਘਰ ਕੀਰਤਨ ਕਰਨ ਵਾਲੇ ਪ੍ਰੋਗਰਾਮਾਂ ਤੋਂ ਬੜੇ ਲੜਦੇ ਹੋਣੇ। ਫਿਰ ਆਖੋ ਸਤਿਨਾਮ। ਉਹ ਮੈਨੂੰ ਨਹੀਂ ਸੱਦਿਆ, ਮੈਨੂੰ ਕਹਿੰਦੇ ਨਹੀਂ ਬਾਬਾ ਜੀ, ਅਸੀਂ ਪ੍ਰੋਗਰਾਮ ਕਰਨ ਲਈ ਵਾਜੇ ਨਹੀਂ ਰੱਖੇ, ਅਸੀਂ ਗੁਰੂ ਨਾਨਕ ਨੂੰ ਪਿਆਰ ਕਰਨ ਵਾਸਤੇ ਰੱਖੇ। ਘਰ ਘਰ ਬਾਬਾ
ਵਜਨ ਤਾਲ ਮਿਰਦੰਗਰ ਬਾਬਾ ਕਰ ਕਰ ਬਾਬਾ ਕਰ ਕਰ ਬਾਬਾ ਕਰ ਕਰ ਬਾਬਾ ਗਾਵੀਐ। ਮਹਾਰਾਜ ਕਹਿੰਦੇ ਸਾਰੇ ਆਪਣੇ ਘਰਾਂ 'ਚ ਗਾਇਓ ਵਾਹਿਗੁਰੂ 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 ਵਾਹਿਗੁਰੂ। ਸੰਗਤੇ ਇਹ ਕਮਾਈ ਜਦੋਂ ਕੋਈ ਸਿੱਖ ਕਰਦਾ ਨਾ, ਮੇਰਾ ਬਾਬਾ ਨਾਨਕ ਖੁਸ਼ ਹੁੰਦਾ ਜੀ। ਤੁਹਾਡੇ ਬੱਚੇ ਵਿਦੇਸ਼ਾਂ 'ਚ ਕਮਾਈ ਕਰਦੇ, ਖੁਸ਼ ਜੇ ਕਿ ਨਹੀਂ? ਖੁਸ਼ ਆ ਨਾ? ਆਖੋ ਸਤਨਾਮ। ਮਹੀਨੇ ਬਾਅਦ ਉਹ ਪਾ ਦਿੰਦੇ ਆ ਕਿ ਪਿਤਾ ਜੀ ਵਧੀਆ ਕੁੜਤਾ ਪਜਾਮਾ ਪਾਈ, ਵਧੀਆ ਪੱਗ ਬੰਨੀ, ਤੇਰਾ ਪੁੱਤ ਕਮਾਉਣ ਜੋਗਾ ਏ। ਤੇ ਮੇਰਾ ਗੁਰੂ ਨਾਨਕ ਕਹਿੰਦਾ ਜਦੋਂ ਕੋਈ ਚੌਂਕੜਾ ਮਾਰ ਕੇ ਵਾਹ ਗੁਰੂ ਵਾਹ ਗੁਰੂ ਵਾਹ, ਕਹਿੰਦੇ ਮੇਰਾ ਸੀਨਾ ਵੀ ਚੌੜਾ ਹੋ ਜਾਂਦਾ ਹੈ ਕਿ ਮੇਰਾ ਪੁੱਤ ਵੀ ਕਮਾਈ ਕਰਦਾ। ਏਕ ਪਿਤਾ ਤੂੰ ਮੇਰਾ। ਤੇ ਇਸ ਕਰਕੇ ਮਰਦਾਨੇ ਨਾਲ ਮਹਾਰਾਜ ਦਿਲ ਲੱਗੀਆਂ ਕਰਦੇ ਸਨ। ਮੇਰੇ ਪਾਤਸ਼ਾਹ ਨੂੰ ਇੱਕ ਦਿਨ ਮਰਦਾਨਾ ਕਹਿੰਦਾ ਬਾਬਾ ਅਸਾਂ ਨੂੰ ਵਿਦਾ ਕਰ ਦੇ, ਅਸਾਂ ਨੂੰ। ਉੱਚੀ ਬੋਲਿਆ ਕਰੋ ਸਾਰੇ, ਹੁੰਗਾਰਾ ਭਰੋ, ਬਾਤਾਂ ਪਾਉਣੀਆਂ ਆਪਾਂ ਦਿਨ ਇੱਕ ਜੇ। ਬਹੁਤ ਪਿਆਰਾ ਇਤਿਹਾਸ ਹੈ। ਮੈਂ ਜੇ ਆਰੰਭਤਾ ਕਰਦਾ ਕਿ ਥੋੜ੍ਹਾ ਜਿਹਾ ਧਰਤੀ ਬਣ ਜੇ, ਬੀਜ ਬੀਜੀਏ। ਗੁਲਾਬੇ ਪੰਜਾਬੇ ਦੇ ਘਰ ਤੱਕ ਉਦੋਂ ਆਪਾਂ ਪਹੁੰਚੇ ਸੀ, ਇੱਥੋਂ ਅੱਗੇ ਤੁਰਨਾ ਏ। ਤੋ ਇਸ ਕਰਕੇ ਬਾਬਾ ਨਾਨਕ ਜੀ ਨੂੰ ਮਰਦਾਨਾ ਕਹਿੰਦਾ ਅਸਾਂ ਤੁਸਾਂ ਦੀ ਕਾਏ ਨਿਭਣੀ ਨਾਹੀਂ, ਅਸਾਂ ਨੂੰ ਵਿਦਾ ਕਰ ਦੇ। ਮਹਾਰਾਜ ਕਹਿੰਦੇ ਕਿਉਂ ਭਾਈ ਮਰਦਾਨਾ, ਅਸਾਂ ਤੁਸਾਂ ਨੂੰ ਕੀ ਆਖਸੀ? ਕਹਿੰਦੇ ਬਾਬਾ ਤੂੰ ਉਜਾੜ ਉਜਾੜ ਜਾਏ ਵਸਦੀ ਜਾਏ ਨਾਹੀਂ। ਕਹਿੰਦਾ ਤੂੰ ਤਾਂ ਜਾਣਾ ਹੀ ਉਜਾੜ ਤੇ, ਉੱਥੇ ਜਾ ਜਿੱਥੇ ਸੰਗਤਾਂ ਹੁਣ ਕੋਈ ਜਲ ਪਾਣੀ ਵੀ ਛਕਾਵੇ, ਤੂੰ ਤਾਂ ਕਿੱਥੇ ਲਈ ਫਿਰਦਾ ਮੈਨੂੰ? ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਤੈ ਭਲੀ ਬਾਤ ਕੀਤੀ, ਅਸਾਂ ਤੁਸਾਂ ਤੋਂ ਕਾਏ ਲਕਾਇਆ ਨਹੀਂ। ਤੂੰ ਮੇਰਾ ਭਾਈ ਮੇਰਾ ਪਿਆਰਾ ਏ, ਮੈਂ ਤੇ ਤੋਂ ਕੁਝ ਲਕਾਇਆ ਨਹੀਂ। ਕਹਿੰਦੇ ਦਿੱਤਾ ਵੀ ਕੀ ਹੋ? ਆਖੋ ਸਤਨਾਮ। ਭਰਾ ਸੀ ਨਾ, ਭਰਾ ਇੱਕ ਦੂਜੇ ਨਾਲ। ਕਹਿੰਦਾ ਤੂੰ ਕਹਿੰਦਾ ਅਸਾਂ ਤੁਸਾਂ ਤੋਂ ਕਾਏ ਲਕਾਇਆ ਨਹੀਂ, ਮੈਨੂੰ ਦੱਸ ਦਿੱਤਾ ਕੀ ਹੋ ਮੈਨੂੰ? ਕੁੜਤਾ ਮੇਰਾ ਪਾਟਾ, ਪੈਰ ਮੇਰੇ ਨੰਗੇ, ਜੇਬ 'ਚ ਮੇਰੇ ਕੁਛ ਨਹੀਂ। ਮੇਰੇ ਪਿਆਰੇ ਨਾਨਕ ਜੀ ਕਹਿੰਦੇ ਮਰਦਾਨਾ ਤੈ ਭਲੀ ਬਾਤ ਕੀਤੀ, ਅਸਾਂ ਨੇ ਤੈਨੂੰ ਉਹ ਵਸਤੂ ਦਿੱਤੀ ਜੋ ਕਾਏ ਕੋ ਨਾਹੀ। ਕਹਿੰਦੇ ਬਾਬਾ ਕੀ ਦਿੱਤਾ ਹੀ? ਕਹਿੰਦੇ ਪੁੱਤਰ ਪਿਆਰੇ ਮੁਹੱਬਤ ਦੇ ਖਜ਼ਾਨੇ, ਮੇਰੇ ਸੋਹਣੇ ਸੱਜਣਾ ਮਰਦਾਨਿਆ, ਤੇਰੀ ਝੋਲੀ 'ਚ ਮੈਂ ਉਹ ਤੋਹਫਾ ਪਾਇਆ ਉਹ ਜਿਹੜਾ ਕਿਸੇ ਦੇ ਘਰ ਨਹੀਂ। ਤੇ ਆ ਹੁਣ ਬੱਚੀਆਂ ਸ਼ਬਦ ਪੜ੍ਹ ਰਹੀਆਂ ਸੀ ਮੇਰਾ, ਇਹ ਸ਼ਬਦ ਕਬੀਰ ਦਾ। ਇਹ ਬੰਦਾ ਕਹਿੰਦਾ ਰਜਿਸਟਰੀ ਮੇਰੇ ਨਾਂ ਕਰੋ, ਗੱਡੀ ਮੇਰੇ ਨਾਂ, ਕੋਠੀ ਮੇਰੇ ਨਾਂ, ਪਲਾਟ ਮੇਰੇ ਨਾਂ, ਘਰ ਮੇਰੇ ਨਾਂ। ਤੇ ਬਾਬਾ ਕਬੀਰ ਕਹਿੰਦਾ ਆ ਜਾ ਉਰੇ, ਇੱਥੇ ਮੱਥਾ ਟੇਕ ਕੇ ਬਹਿ, ਤੈਨੂੰ ਮੈਂ ਦੱਸਾਂ। ਤੂੰ ਕਹਿੰਦਾ ਮੇਰਾ ਪੁੱਤ, ਮੇਰੀ ਵਾਈਫ, ਮੇਰਾ ਘਰ, ਮੇਰੀ ਜ਼ਮੀਨ, ਮੇਰੀ। ਉਹ ਤੇਰਾ ਤੇ ਸਰੀਰ ਵੀ ਨਹੀਂ ਆਪਣਾ। ਜਿੱਦਣ ਇਹਨੂੰ ਕੁਛ ਹੋ ਗਿਆ ਨਾ, ਕਹਿੰਦੇ ਉੱਡ ਗਿਆ ਭੌਰ ਤੇ ਪਿੰਜਰਾ ਸਖਣਾ, ਇੱਕ ਵੀ ਰਾਤ ਘਰੇ ਨਹੀਂ ਹੂੰ।
ਹੁਣ ਕਈਆਂ ਨੂੰ ਆਖੀਦਾ ਆ ਜਾਓ ਚੱਲੀਏ, ਬਾਬਾ ਜੀ ਘਰ ਦਾ ਨਹੀਂ ਸਰਦਾ। ਮੈਂ ਕਿਹਾ ਘਰ ਕਿਤੇ ਭੱਜ ਚੱਲਿਆ? ਕਹਿੰਦੇ ਜੀ ਭਰਿਆ ਘਰ ਹੈ, ਛੱਡਣਾ ਸੌਖਾ। ਤੇ ਮੈਂ ਕਿਹਾ ਬਾਬਾ ਫਰੀਦ ਸਾਹਿਬ ਨੇ ਵੀ ਮੁਲਤਾਨ ਦੇ ਵਿੱਚ ਇੱਕ ਸ਼ੇਖ ਨੂੰ ਆਖਿਆ ਸੀ, ਕਹਿੰਦੇ ਆ ਜਾ ਕਰ ਸਮਾਗਮ ਚੱਲਦਾ, ਰੱਬ ਦੀ ਬੰਦਗੀ ਕਰੀਏ। ਕਹਿੰਦੇ ਨਾ ਨਾ ਫਰੀਦ ਜੀ, ਭਰਿਆ ਘਰ ਹੈ ਤੇ ਬਾਬਾ ਫਰੀਦ ਸਾਹਿਬ ਜੀ ਛੱਡਣਾ ਔਖਾ ਏ। ਤੀਜੇ ਇੱਕ ਦਿਨ ਉਹ ਸ਼ੇਖ ਮਰ ਗਿਆ ਤੇ ਜਦੋਂ ਉਹਨੂੰ ਲਈ ਜਾਣ ਕਬਰਸਤਾਨ ਨੂੰ ਤੇ ਬਾਬਾ ਫਰੀਦ ਰਸਤੇ 'ਚ ਹੱਸਿਆ ਤੇ ਗਾ ਕੇ ਕਹਿੰਦਾ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਅਮਲ ਜੇ ਕੀਤੇ ਦਰਗਾਹ ਏ। ਬਾਬਾ ਫਰੀਦ ਕਹਿੰਦੇ ਤੈਨੂੰ ਆਵਾਜ਼ ਮਾਰੀ, ਤੇਰੇ ਮੈਂ ਘਰੇ ਗਿਆ। ਫਕੀਰ ਮਸਤ ਹੁੰਦੇ। ਘਰੇ ਜਾ ਕੇ ਬਾਬਾ ਫਰੀਦ ਕਹਿੰਦੇ ਸਮਾਗਮ ਰਾਤ ਦਾ ਖੁਦਾ ਦੀ ਬੰਦਗੀ ਹੈ, ਆ ਜੀ ਤੂੰ ਵੀ ਹਿੱਸਾ ਪਾਣੀ। ਕਹਿੰਦਾ ਮੇਰਾ ਨਹੀਂ ਘਰ ਦਾ ਸਰਦਾ। ਤੋ ਇਸ ਕਰਕੇ ਫਿਰ ਬਾਬਾ ਫਰੀਦ ਸਾਹਿਬ ਨਾਲੇ ਹੱਸਦੇ ਨਾਲੇ ਗਾਉਂਦੇ, ਕਹਿੰਦੇ ਉਹ ਜਾਂਦਾ ਹੀ ਜਿਹੜਾ ਕਹਿੰਦਾ ਮੇਰੇ ਘਰ ਦਾ ਨਹੀਂ ਸਰਦਾ। ਤੇ ਹੁਣ ਪਤਾ ਉੱਥੇ ਲੱਗਣਾ ਅਮਲ ਜੇ ਕੀਤੇ। ਆ ਤੁਸੀਂ ਅਮਲ ਕਰ ਰਹੇ ਸਾਰੇ ਜਾਣੇ, ਚੌਂਕੜਾ ਮਾਰ ਕੇ ਬੈਠੇ ਐ। ਮੈਂ ਧੰਨਵਾਦੀ ਹਾਂ, ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ, ਮੈਨੂੰ ਫੋਨ ਵੀ ਆਏ 3-4 ਤੋਂ। ਇਸ ਕਰਕੇ ਮੈਂ ਪਹਿਲਾਂ ਹੀ ਮਾਫੀ ਮੰਗ ਲਈ ਵੀ ਸਾਰੇ ਆਪਾਂ ਪਿਆਰ ਵਾਲੇ। ਗੁਸਤਾਖੀ ਦੀ ਮਾਫੀ, ਕਿਉਂਕਿ ਮੁਹੱਬਤ ਵਾਲੇ ਨੂੰ ਠੇਸ ਲੱਗਦੀ। ਕਹਿੰਦੇ ਤੁਸੀਂ ਦੱਸ ਦਿੰਦੇ, ਦੱਸਦੇ ਨਹੀਂ, ਆਖੋ ਸਤਨਾਮ। ਤੋ ਮੇਰੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੈ ਭਲੀ ਵਸਤ ਪਾਈ। ਕਹਿੰਦੇ ਬਾਬਾ ਕੀ ਦਿੱਤਾ ਈ? ਮਾਰੇ ਕਹਿੰਦੇ ਮਰਦਾਨਿਆ ਤੈਨੂੰ ਮੈਂ ਕੀਰਤਨ ਦਿੱਤਾ ਹੋਏ। ਤੇ ਮੈਂ ਤਾਂ ਕਰਕੇ ਇੰਨਾ ਆਨੰਦ ਸੀ ਸ਼ਬਦ ਸੰਗਤ ਨੇ ਪੜ੍ਹੇ, ਕਿਉਂਕਿ ਸੰਗਤ ਨਿਸ਼ਕਾਮ ਹੈ। ਮੇਰੇ ਵਰਗੇ ਵੱਡੇ ਵੱਡੇ ਰਾਗੀ ਢਾਡੀ ਵਿਦਵਾਨ ਨੇ, ਕਿਸੇ ਨੂੰ ਕਿਉਂ ਨਾ ਬਾਬਾ ਜੀ ਇੱਕ ਸ਼ਬਦ ਹੋਰ ਲਾਓਗੇ? ਉਹ ਕਹਿੰਦੇ ਸਮਾਂ ਪੂਰਾ ਏ, ਇੱਕ ਸ਼ਬਦ ਲੱਗ ਜਾਊਗਾ, ਪਰ 11 ਨੂੰ 3 ਜ਼ੀਰੋਆਂ ਲਾ ਦਿਓ। 11 ਨੂੰ 3 ਜ਼ੀਰੋਆਂ ਲਾ ਦਿਓ। ਜਿਨ੍ਹਾਂ ਦੇ ਨਾਂ ਬਣੇ ਨਾ ਜਥਿਆਂ ਦੇ, ਉਹ ਇੱਕ ਸ਼ਬਦ ਵੀ ਇੰਨੇ ਚ ਲਾਉਂਦੇ ਆ। ਆ ਤਾਂ ਸੰਗਤ ਵਿਚਾਰੀ ਰੱਬ ਰੂਪ ਹੈ। ਤੋ ਖੈਰ ਆਓ ਬਾਤ ਪਾਈਏ, ਚੱਲੀਏ ਜੀ। ਮਹਾਰਾਜ ਕਹਿੰਦੇ ਮਰਦਾਨੇ ਅੱਜ ਤੋਂ ਬਾਅਦ ਏਦਾਂ ਕਦੇ ਗਿਲਾ ਨਾ ਕਰੀ ਕਿ ਮੈਂ ਤੈਨੂੰ ਕੁਛ ਦਿੱਤਾ ਨਹੀਂ, ਮੈਂ ਤੇਰੇ ਤੋਂ ਕਾਏ ਲੁਕਾਇਆ ਨਾ। ਕਾਏ ਕਾਏ ਦੇਖ ਮਰਦਾਨਿਆ ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਮਰਦਾਨਿਆ ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਦੇਖ ਮਰਦਾਨਿਆ ਰੰਗ ਕਰਤਾਰ ਦੇ, ਓਏ ਦੇਖ ਮਰਦਾਨਿਆ ਰੰਗ ਕਰਤਾਰ ਦੇ। ਮਰਦਾਨਿਆ ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਦੇਖ ਮਰਦਾਨਿਆ ਤੂੰ ਰੰਗ ਕਰਤਾਰ ਦੇ, ਓਏ ਦੇਖ ਮਰਦਾਨਿਆ ਤੂੰ ਰੰਗ ਕਰਤਾਰ ਦੇ। ਮਰਦਾਨਿਆ ਰੰਗ ਕਰਤਾਰ ਦੇ, ਦੇਖ ਮਰਦਾਨਿਆ ਰੰਗ ਕਰਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ, ਆਪ ਤਰ ਜਾਂਦੇ ਨਾਲੇ ਦੂਜਿਆਂ ਨੂੰ ਤਾਰ ਦੇ। ਰੰਗ ਕਰਤਾਰ ਦੇ, ਓਏ ਰੰਗ ਕਰਤਾਰ ਦੇ। ਰੰਗ ਕਰਤਾਰ ਦੇ, ਓਏ ਰੰਗ
ਮੇਰੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਬਦ ਪੜ੍ਹ ਕੇ ਆਨੰਦ ਵਰਤਦਾ ਤੇ ਮਰਦਾਨੇ ਨੂੰ ਕਿੰਨਾ ਆਨੰਦ ਆਇਆ ਉਹ ਮਹਿਸੂਸ ਕਰਿਓ ਸੰਗਤੇ। ਜਿਹੜੇ ਫੁੱਲ ਦੇ ਵਿੱਚ ਮਹਿਕ ਆ ਨਾ, ਉਹਦੇ ਕੋਲੇ ਜਾਓਗੇ ਨਾ ਤੇ ਆਪਣੇ ਆਪ ਹੀ ਖੁਸ਼ਬੂ ਆਉਣੀ, ਪੱਖਾ ਚੱਲਦਾ ਮਹਿਕ ਆਉਣੀ ਹੈ, ਅੱਗ ਬਲਦੀ ਸੇਕ ਆਉਣਾ ਹੈ। ਜਦੋਂ ਬੰਦਗੀ ਵਾਲੇ ਦੇ ਕੋਲੇ ਬਹੋਗੇ ਤੇ ਤੁਹਾਨੂੰ ਸਕੂਨ ਆਉਣਾ, ਤੇ ਜਦੋਂ ਵਕਾਰੀ ਬੰਦੇ ਦੇ ਕੋਲ ਬਹੋਗੇ ਤੇ ਤੁਹਾਡਾ ਅੰਦਰ ਕਲਪੇਗਾ। ਇਹੀ ਫਰਕ ਹੈ ਰੱਬ ਦੇ ਰੰਗਿਆਂ 'ਚ। ਤਾਂ ਕਰਕੇ ਮਰਦਾਨਾ 10-10 11-11 ਘੰਟੇ ਰਬਾਬ ਵਜਾ ਜਾਂਦਾ ਸੀ ਬਾਬੇ ਦੇ ਨਾਲ। ਆਪਣੇ ਕੋਲ ਤਾਂ ਮਿੰਟੀ ਗਿਣਤੀ ਦੇ 60 ਹੁੰਦੇ ਹੈ, ਅਤੀਕ ਤਾਂ ਭੱਜ ਵੀ ਗਏ। ਆਖੋ ਸਤਨਾਮ। ਆਪਾਂ ਪਹੁੰਚੇ ਸੀ ਗੁਲਾਬੇ ਦੇ ਚੁਬਾਰੇ 'ਚ, ਮਾਰੇ ਖੂਹ 'ਤੇ ਬੈਠੇ। ਇਹ ਲੈਣ ਗਿਆ ਗੱਡਾ ਲੈ ਕੇ ਵਿਛਾਈ ਕਰਕੇ, ਕਹਿੰਦੇ ਬਾਪੂ ਇੱਥੇ ਪੱਥਰ 'ਤੇ ਬੈਠਾ ਟਿੰਡ 'ਤੇ, ਆ ਜਾ ਮੇਰੇ ਚੁਬਾਰੇ 'ਚ। ਹੱਸ ਪਏ ਗੁਰੂ ਗੋਬਿੰਦ ਸਿੰਘ, ਘਟ ਘਟ ਕੇ ਭਲੇ ਬੁਰੇ ਕੀ। ਮਹਾਰਾਜ ਕਹਿੰਦੇ ਇੱਥੇ ਠੀਕ ਹੈ। ਕਹਿੰਦੇ ਨਹੀਂ ਸਤਿਗੁਰੂ, ਮੇਰੇ ਚੁਬਾਰੇ 'ਚ ਭਾਗ ਲਾਓ। ਮਹਾਰਾਜ ਕਹਿੰਦੇ ਦੇਖ ਲਾ, ਜਿਹੜੀ ਜ਼ੁਬਾਨ ਦੇ ਨਾਲ ਸੱਦਾ ਦੇਂਦਿਆਂ ਕਿਤੇ ਇਸੇ ਜ਼ੁਬਾਨ ਨਾਲ ਨਾ ਆਖੀ ਮੇਰੇ ਘਰੋਂ ਚੱਲ ਜਾਓ, ਕਿਉਂਕਿ ਗੁਰੂ ਤਿੰਨਾਂ ਸਮਿਆਂ ਦਾ ਜਾਣੂ ਹੈ, ਭੂਤ ਭਵਿੱਖ ਤੇ 550 ਸਾਲ ਪਹਿਲਾਂ ਮਹਾਰਾਜ ਦੇ ਜਿਹੜੇ ਸ਼ਬਦ ਲਿਖੇ ਗਏ ਪੋਥੀ 'ਚ, ਅੱਜ ਸੱਚ ਹੁੰਦਾ ਹੈ। ਮਹਾਰਾਜ ਦਾ ਸ਼ਬਦ ਸੀ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਜੋਰੂ। ਤੇ ਮਰਦਾਨਾ ਕਹਿੰਦਾ ਬਾਬਾ ਇਹਦੇ ਕੀ ਅਰਥ ਮਾਰੇ? ਕਹਿੰਦੇ ਜਦੋਂ ਕਲਯੁਗ ਦਾ ਸਮਾਂ ਭਿਆਨਕ ਆਇਆ ਨਾ, ਉਦੋਂ ਬਹੁਤ ਆਤ ਗਿਣਤੀ ਦੇ ਵਿੱਚ ਲੋਕਾਂ ਨੇ ਭੂਤ ਨੇ ਬਣ ਜਾਣਾ। ਕਹਿੰਦੇ ਬਾਬਾ ਜੀ ਉਹ ਕਿਵੇਂ? ਮਾਰੇ ਕਹਿੰਦੇ ਜਿਹੜੇ ਭੂਤ ਹੁੰਦੇ ਉਹ ਸਭ ਤੋਂ ਵੱਧ ਪਤਾ ਕਿੱਥੋਂ ਡਰਦੇ ਆ? ਗੁਰਦੁਆਰੇ ਤੋਂ, ਕੀਰਤਨ ਤੋਂ, ਕਥਾ ਤੋਂ। ਤੇ ਅੱਜ ਤੁਸੀਂ ਅੰਦਾਜ਼ਾ ਜਿਹਾ ਲਾਇਓ ਕਿਤੇ ਸੱਚ ਤਾਂ ਨਹੀਂ ਹੋ ਗਿਆ। ਅੱਜ ਕਿਤੇ ਘਰ 'ਚ ਪ੍ਰੋਗਰਾਮ ਹੋਵੇ ਤੇ ਪਕੌੜੇ ਖਾ ਕੇ ਕਿਲੋ ਤੇ ਕੁਰਸੀ ਤੇ ਬਹਿ ਕੇ ਮੋਬਾਇਲ ਕੱਢ ਲੈਂਦੇ, ਅੰਦਰ ਨਹੀਂ ਜਾਂਦੇ ਮੱਥਾ ਟੇਕਣ। ਉਹ ਘਰ ਵਾਲੇ ਕਹਿੰਦੇ ਵਾਹਿਗੁਰੂ ਚਾਹ ਪੀ ਲਈ, ਚਲੋ ਅੰਦਰ ਭਾਈ ਸਾਹਿਬ ਆਉਣੇ। ਕਹਿੰਦੇ ਸੁਣੇ ਕਈ ਵਾਰਾਂ ਭਾਈ ਸਾਹਿਬ ਆਪਾਂ ਬਾਹਰ ਹੀ ਬਹਿ ਜਾਂਦੇ ਹਾਂ। ਤੇ ਬਾਬਾ ਪਹਿਲਾਂ ਹੀ 550 ਸਾਲ ਕਹਿ ਗਿਆ ਸੀ ਵੀ ਆਉਣ ਵਾਲਾ ਸਮਾਂ ਇੱਦਾਂ ਦਾ ਆਉਣਾ, ਮੁੰਡਾ ਵੀ ਭੂਤਨਾ ਕੁੜੀ ਵੀ। ਬੋਲ ਦਿਓ, ਮੈਨੂੰ ਇਕੱਲੇ ਨੂੰ ਬੁਲਾਓਗੇ? ਜੋ ਬੋਲੋਗੇ ਮੈਨੂੰ ਪਤਾ ਤੁਸੀਂ ਮੇਰੇ ਨਾਲ ਆ, ਨਹੀਂ ਤੇ ਭੱਜਣਾ ਔਖਾ। ਆਖੋ ਸਤਨਾਮ। ਆ ਉੱਚੀ ਬੋਲੋ ਨਾ, ਬਾਣੀ ਆ, ਆਪਾਂ ਕਿਹੜਾ ਕਿਸੇ ਤੇ ਵਾਧੂ ਗੱਲ ਕਰਨੀ। ਬਾਪੂ ਨਾਲ ਹੈ ਗੁਰੂ ਗ੍ਰੰਥ ਸਾਹਿਬ। ਗੱਲ ਉਹ ਕਰੇ ਜਿਹਦੇ ਨਾਲ ਸ਼ਬਦ ਹੋਵੇ, ਫਿਰ ਤੁਹਾਡੇ ਤੇ ਕੋਈ ਤਰਕ ਨਹੀਂ ਕਰ ਸਕਦਾ। ਜਦੋਂ ਆਪਾਂ ਉੱਦਾਂ ਗੱਲ ਕਰੀਏ ਫਿਰ ਕੀ ਪਤਾ ਕਿੰਨੇ ਆ ਕੇ ਕਹਿਣਾ ਕਿੱਥੇ ਲਿਖਿਆ। ਹੁਣ ਤਾਂ ਮਹਾਰਾਜ ਨਾਲ ਗਵਾਹੀ ਦੇਂਦਾ, ਕਹਿੰਦੇ ਪੁੱਤ ਜਨੂਰਾ, ਕਿਤੇ ਮੁੰਡਾ ਵੀ ਭੂਤਨਾ ਤੇ ਕੁੜੀ ਵੀ। ਕਹਿੰਦੇ ਜੋਰੂ ਜਿਨ੍ਹਾਂ ਦਾ ਮਰਦਾਨਿਆਂ ਸਾਰਾ ਟੱਬਰ ਹੀ ਭੂਤਨਿਆਂ ਦਾ, ਕਿਉਂਕਿ ਭੂਤ ਨੇ ਕਥਾ ਕੀਰਤਨ ਗੁਰਬਾਣੀ ਤੋਂ ਡਰਦੇ ਹੈ। ਤੇ ਅੱਜ ਮੈਨੂੰ ਲੱਗਦਾ ਕਿ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਇਹਨੂੰ ਬੜਾ ਡਰ ਲੱਗਦਾ ਕਥਾ ਕੀਰਤਨ ਤੋਂ। ਇਹਨਾਂ ਨੂੰ ਤਾਂ ਕਲਾਕਾਰ ਪਤਾ ਹੋਵੇ ਅਜੇ ਆਉਣਾ, ਉਹ ਜਲੰਧਰ ਹੁੰਦਾ ਤੇ ਪਹਿਲੋਂ ਆ ਕੇ ਬੈਠੇ ਹੁੰਦੇ ਨੌਜਵਾਨ ਵੀ ਫਲਾਣੇ ਸਿੰਗਰ ਨੇ ਲੱਗਣਾ ਏ, ਤੇ ਬਾਬੇ ਵਿਚਾਰੇ 2 ਘੰਟੇ ਪਹਿਲਾਂ ਆਉਂਦੇ, ਸੰਗਤ 4 ਘੰਟੇ ਬਾਅਦ 'ਚ ਆਉਂਦੀ। ਆਖੋ ਸਤਨਾਮ। ਆ ਤੁਹਾਡੇ ਨਹੀਂ ਹੈ, ਤੁਸੀਂ ਨਾ ਕਿਤੇ ਮਾਈਂਡ ਕਰ ਲਿਓ, ਤੁਸੀਂ ਤਾਂ ਪਹਿਲਾਂ ਸਜੇ ਸੀ ਮੇਰੇ ਤੋਂ ਪਹਿਲਾਂ। ਆਪ ਸੰਗਤ ਕੀਰਤਨ ਕਰ ਰਹੀ ਸੁਰੋ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਬਾਰੇ ਜਾਣਦੇ ਸੀ। ਆਪਾਂ ਇੱਥੋਂ ਤੱਕ ਆਏ ਸੀ ਵੀ ਜਦੋਂ ਪਲੰਘੇ ਤੇ ਸਤਿਗੁਰੂ ਬਹਿ ਗਏ ਤੇ ਗੁਲਾਬਾ ਪੰਜਾਬੀ ਨੂੰ ਕਹਿੰਦਾ ਮੈਂ ਸੁਣਿਆ ਇਹ ਪਿੱਛੇ ਫੌਜ ਆ ਰਹੀ ਹੈ, ਜਾ ਗੁਰੂ ਗੋਬਿੰਦ ਸਿੰਘ ਨੂੰ ਹੱਥ ਜੋੜ ਕੇ ਕਹਿ ਮਹਾਰਾਜ ਮੇਰੇ ਘਰੋਂ ਚੱਲ ਜਾਓ। ਤੇ ਮਹਾਰਾਜ ਸਾਹਿਬ ਅੰਦਰ ਬੈਠੇ, ਹੁਣ ਸਤਿਗੁਰੂ ਦੇ ਸਾਹਮਣੇ ਜੁਰਤ ਕਿੱਦਾਂ ਪਵੇ? ਆਇਆ ਕਰੇ ਤੇ ਮੁੜ ਜਿਆ ਕਰੇ। ਤੇ ਮਹਾਰਾਜ ਸਾਹਿਬ ਹੱਸ ਪਏ ਵੇਖ ਕੇ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਮਹਾਰਾਜ ਕਹਿੰਦੇ ਉਰੇ ਆ ਪੰਜਾਬੀਆ, ਤੂੰ 4 ਵਾਰੀ ਇੱਥੋਂ ਅੰਦਰ ਹੋ ਕੇ ਬਾਹਰ ਗਿਆ ਏ। ਝੂਠੇ ਦਾ ਚਿਹਰਾ ਪਤਾ ਲੱਗ ਜਾਂਦਾ, ਸੱਚੇ ਦੇ ਚਿਹਰੇ ਤੇ ਖੁਸ਼ੀ ਹੋਊਗੀ, ਉਹਦੇ 'ਚ ਮਹਿਸੂਸ ਨਹੀਂ ਹੁੰਦੀ ਨੀਵਾਂਪਨ। ਜਿਹੜਾ ਝੂਠਾ ਹੁੰਦਾ ਉਹਦੀ ਸਿਰ ਨਹੀਂ ਸਿੱਧਾ ਹੋ ਸਕਦਾ। ਤੇ ਉਹ ਕਹਿੰਦੇ ਸਾਡੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਪੰਜਾਬੀਆ, ਕੀ ਕਹਿਣਾ ਏ? ਕਹਿੰਦਾ ਮਹਾਰਾਜ ਕੁਛ ਨਹੀਂ ਕਹਿਣਾ, ਜ਼ੁਬਾਨ ਅੜ ਗਈ। ਮਹਾਰਾਜ ਕਹਿੰਦੇ ਅਸੀਂ ਕਹਿ ਦਈਏ? ਕਹਿੰਦੇ ਮਹਾਰਾਜ ਕੀ ਕਹਿ ਦਈਏ? ਕਹਿੰਦੇ ਤੂੰ ਇਹੋ ਹੀ ਕਹਿਣ ਆਇਆ ਕਿ ਮਹਾਰਾਜ ਹੁਣ ਮੇਰੇ ਘਰੋਂ ਚੱਲ ਜਾਓ। ਪਾਤਸ਼ਾਹ ਮਹਾਰਾਜ ਦੇ ਅੱਗੇ ਰੋ ਪਿਆ, ਕਹਿੰਦੇ ਪਾਤਸ਼ਾਹ ਸੱਚ ਜੇ, ਪਰ ਮੈਂ ਮਜਬੂਰ ਹੋ ਗਿਆ। ਮੇਰੀ ਵਾਈਫ, ਬੱਚੇ, ਭਰਾ ਮੇਰਾ ਸਾਰੇ ਇੱਕ ਪਾਸੇ ਹੋ ਗਏ।
ਉਹ ਕਹਿੰਦੇ ਤੂੰ ਮਰਵਾਵੇਂਗਾ ਸਾਨੂੰ, ਕਿਉਂਕਿ ਗੁਰੂ ਬਾਗੀ ਹੈ ਸਰਕਾਰ ਦਾ। ਤੇ ਉਹਦੇ ਮਗਰ ਉਹਨੂੰ ਲੱਭਦੇ ਫਿਰਦੇ ਸਿਪਾਹੀ 10 ਲੱਖ ਬੰਦਾ ਮਾਰ ਕੇ ਚਮਕੌਰ ਦੀ ਗੜੀ ਚੋਂ ਸਤਿਗੁਰੂ ਆਜ਼ਾਦ ਹੋ ਕੇ ਚਲੇ ਗਏ। ਤੂੰ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਲਾਬਿਆ ਇੱਕ ਗੱਲ ਮੇਰੀ ਯਾਦ ਰੱਖੀ, ਤੇਰਾ ਘਰ ਵੀ ਨਹੀਂ ਢਹਿੰਦਾ, ਤੇਰਾ ਚੁਬਾਰਾ ਵੀ ਨਹੀਂ ਢਹਿੰਦਾ। ਜਾ ਬਚਨ ਕਰਦੇ ਆ ਰਹਿੰਦੀ ਦੁਨੀਆ ਤੱਕ ਤੇਰਾ ਚੁਬਾਰਾ ਰਹੂ, ਸੰਗਤਾਂ ਮੱਥਾ ਟੇਕਿਆ ਕਰਨਗੀਆਂ। ਅੱਜ ਉਸ ਚੁਬਾਰੇ ਦੀ ਥਾਂ ਤੇ ਗੁਰਦੁਆਰਾ ਤਿਆਰ ਹੋਇਆ, ਚੁਬਾਰਾ ਸਾਹਿਬ। ਕਿਉਂਕਿ ਗੁਰੂ ਕਿਸੇ ਦਾ ਨੁਕਸਾਨ ਨਹੀਂ ਕਰਦਾ। ਜੇ ਤੁਸੀਂ ਆਏ ਹੋ ਨਾ ਤੇ ਇੱਥੇ ਆ ਕੇ ਚੌਂਕੜੇ ਮਾਰੇ ਤੇ ਲੈ ਕੇ ਜਾਓਗੇ ਕੁਛ ਇੱਥੋਂ, ਮਾਰੇ ਤੁਹਾਡੇ ਤੋਂ ਲੈਂਦੇ ਨਹੀਂ ਕੁਛ। ਆਖੋ ਸਤਿਨਾਮ। ਪਹਿਲਾਂ ਹੀ ਬਹੁਤ ਦਿੱਤਾ ਜੀ। ਕਿਸੇ ਦਾ ਗੁਰਦਾ ਖਰਾਬ ਹੋ ਗਏ ਦੋਵੇਂ, ਵਿਚਾਰਾ ਕਹਿੰਦਾ ਮੈਂ 20 ਲੱਖ ਰੁਪਈਆ ਦੇ ਦਿੰਦਾ, ਮੈਨੂੰ ਇੱਕ ਗੁਰਦਾ ਦੇ ਦਿਓ ਕੋਈ। ਸਭ ਨੇ ਜਵਾਬ ਦੇਤਾ। ਆ ਬਾਪੂ ਨੇ 2-2 ਦਿੱਤੇ, 2 ਅੱਖਾਂ 2 ਕੰਨ 2 ਹੱਥ, ਇੱਕ ਫਰੀ ਲਾਇਆ ਨਾਲ। ਅਜੇ ਵੀ ਬੰਦਾ ਨਾਮ ਨਹੀਂ ਜਪਦਾ, ਮੱਥਾ ਨਹੀਂ ਟੇਕਦਾ, ਕਹਿੰਦਾ ਮੈਨੂੰ ਰੱਬਾ ਕੀ ਦਿੱਤਾ ਈ, ਹਜੇ ਤੂੰ ਕਸਰ ਹੈ ਕੋਈ? ਮਹਾਰਾਜ ਨੇ ਤੈਨੂੰ ਕਿੰਨਾ ਸੋਹਣਾ ਬਣਾਇਆ। ਤੇ ਮੇਰੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜਾਬੀਆ ਚਲੇ ਜਾਣਾ, ਅਸੀਂ ਇੱਥੇ ਬਹੁਤੀ ਦੇਰ ਨਹੀਂ ਰਹਿਣਾ, ਅਸੀਂ ਤਾਂ ਪਿਆਰ ਦੇ ਭੁੱਖੇ ਆ। ਮੈਂ ਉਦਣ ਵੀ ਬੇਨਤੀ ਕੀਤੀ, ਗੁਰੂ ਰੁਮਾਲੇ ਦਾ ਭੁੱਖਾ ਨਹੀਂ, ਗੁਰੂ ਕੜਾ ਪ੍ਰਸ਼ਾਦ ਦਾ ਭੁੱਖਾ ਨਹੀਂ, ਗੁਰੂ ਸੋਨੇ ਦਾ ਭੁੱਖਾ ਨਹੀਂ, ਗੁਰੂ ਚਾਂਦੀ ਦਾ ਭੁੱਖਾ ਨਹੀਂ, ਗੁਰੂ ਡਾਲਰ ਦਾ ਭੁੱਖਾ ਨਹੀਂ। ਸੰਗਤੇ ਜਵਾਬ ਦਿਓ ਗੱਜ ਕੇ, ਗੁਰੂ ਕਾਹਦਾ ਭੁੱਖਾ ਏ? ਗੁਰੂ ਪਿਆਰ ਦਾ ਭੁੱਖਾ ਏ, ਜਿਨ ਪ੍ਰੇਮ ਕੀਓ। ਮਹਾਰਾਜ ਸਾਹਿਬ ਜੀ ਨੇ ਅਲਫੂ ਤੇ ਗਾਮੂ ਨੂੰ ਮਾਰਿਆ ਸੀ। ਕਹਿੰਦੇ ਮੈਨੂੰ ਕੋਈ ਪਿਆਰ ਕਰੇ ਤੇ ਮੈਂ ਸਰਬੰਸ ਵਾਰ ਦਿੰਨਾ ਏ, ਜਦੋਂ ਮੇਰੀ ਕੋਈ ਬੇਅਦਬੀ ਕਰਨ ਆਵੇ ਤੇ ਮੈਂ ਚਪੇੜ ਮਾਰ ਕੇ ਉਹਦਾ ਬੂਥਾ ਉਤਾਰ ਦਿੰਨਾ ਏ। ਦੰਦ ਤੋੜਤਾ ਸੀ ਮਹਾਰਾਜ ਨੇ, ਚਪੇੜ ਮਾਰੀ ਸੀ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਪੰਜਾਬੀਆ ਰਾਤ ਕਿੰਨੀ ਕੁ ਗੁਜਰੀ? ਕਹਿੰਦੇ ਜੀ 12 ਕੁ ਵੱਜ ਚੁੱਕੇ ਐ। ਮਹਾਰਾਜ ਜੀ ਕਹਿੰਦੇ ਜਾ ਫਿਰ, ਇੱਥੇ ਇੱਕ ਮਾਈ ਰਹਿੰਦੀ ਹੈ, ਉਹਨੇ 4 ਚੋਲੇ ਸਾਡੇ ਲਈ ਤਿਆਰ ਕੀਤੇ ਐ ਚਰਖੇ ਦੇ ਨਾਲ। ਸਾਰੀ ਰਾਤ ਚਰਖਾ ਚਲਾਉਂਦੀ ਤੇ ਕਹਿੰਦੀ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਹੈ ਸਭ, ਗੋਬਿੰਦ ਬਿਨ ਨਹੀਂ ਕੋਈ। ਇਸ ਕਰਕੇ ਭਾਗਾਂ ਵਾਲਿਓ ਸਾਧ ਸੰਗਤ ਜੀ, ਅੱਜ ਰਾਤ ਨੂੰ ਵੀ ਕੁਝ ਚੱਲਦਾ ਏ, ਚਰਖਾ ਨਹੀਂ, ਫੇਸਬੁੱਕ ਤੇ ਵਟਸਐਪ। ਆਖੋ ਸਤਨਾਮ। ਇਹਨੇ ਬਰਬਾਦ ਕਰਤੀ ਦੁਨੀਆ ਸਾਰੀ। ਕੋਈ ਨੂਰ ਨਹੀਂ ਚਿਹਰੇ ਤੇ ਰਹਿੰਦਾ। ਉਸ ਮਾਂ ਨੇ 4 ਚੋਲੇ ਤਿਆਰ ਕੀਤੇ ਚਰਖੇ ਦੇ ਨਾਲ, ਇੱਕ ਚਾਦਰ ਬਣੀ, ਆਨੰਦਪੁਰ ਨੂੰ ਲੈ ਕੇ ਚੱਲੀ। ਤੇ ਪੁੱਤਰ ਨੇ ਬਾਂਹ ਫੜ ਕੇ ਆਖਿਆ, ਕਹਿੰਦੇ ਬੀਬੀ ਬੰਦਿਆਂ ਵਾਂਗੂ ਘਰ ਬਹਿ ਜਾ, ਉੱਥੇ ਹਨੇਰੀ ਝੁੱਲੀ ਹੈ ਤੇ ਤੂੰ ਚੋਲੇ ਚੜਾਉਂਦੀ ਚੜਾਉਂਦੀ ਸਰੀਰ ਦਾ ਚੋਲਾ ਨਾ ਛੱਡ ਜੀ। ਆਖੋ ਸਤਨਾਮ। ਚੱਲ ਘਰੇ ਬਹਿ ਤੂੰ, ਉੱਥੇ ਘੇਰਾ ਪੈ ਗਿਆ ਆਨੰਦਪੁਰ ਦੀ ਧਰਤੀ ਨੂੰ। ਜੇ ਤੇਰਾ ਗੁਰੂ ਇੰਨਾ ਹੀ ਪ੍ਰਤੱਖ ਹੋਊਗਾ ਅੰਦਰ ਦੀ ਜਾਣਨ ਵਾਲਾ, ਤੇ ਤੇਰੇ ਘਰੇ ਆ ਕੇ ਲੈ ਜਾਊਗਾ। ਮਹਾਰਾਜ ਸਾਹਿਬ ਕਹਿੰਦੇ ਗੁਲਾਬਿਆ ਮੈਂ ਤੇਰੇ ਚੁਬਾਰੇ 'ਚ ਰਹਿਣ ਨਹੀਂ ਆਇਆ, ਦਰਅਸਲ ਮੈਨੂੰ ਕੋਈ ਪਿਆਰ ਕਰਦਾ ਸੀ। ਉਹ ਜਦੋਂ ਮੇਰੇ ਵੱਲ ਨੂੰ ਆਉਣ ਲੱਗਾ ਤੇ ਕਿਸੇ ਨੇ ਉਹਨੂੰ ਮਿਹਣਾ ਮਾਰਿਆ ਸੀ ਵੀ ਜੇ ਤੇਰਾ ਇੰਨਾ ਹੀ ਗੋਬਿੰਦ ਸਿੰਘ ਪਿਆਰਾ ਹੈ ਤੇ ਤੇਰੇ ਘਰ ਆ ਕੇ ਲੈ ਜਾਊਗਾ। ਕਹਿੰਦੇ ਮੈਂ ਉਹ ਚੋਲੇ ਲੈਣ ਆਇਆ ਹੀ ਅੱਜ। ਗੋਬਿੰਦ ਭਾਊ ਭਗਤ ਦਾ ਗੁਰੂ ਪਾਤਸ਼ਾਹ ਕਹਿੰਦੇ ਮਿਹਣਾ ਮਾਰਿਆ ਮੇਰੀ ਮਾਂ ਨੂੰ, ਹਾਲਾਂਕਿ ਮਾਂ ਨੂੰ ਮਿਲੇ ਨਹੀਂ ਹੈ। ਮਹਾਰਾਜ ਪਹਿਲੀ ਵਾਰੀ ਇਸ ਪਿੰਡ ਦੇ ਵਿੱਚ ਆ ਉਤਰੇ ਆ ਤੇ ਮਾਂ ਨੇ ਵੀ ਕਦੀ ਵੇਖੇ ਨਹੀਂ, ਬਸ ਸ਼ਰਧਾ 'ਚ ਹੀ ਚੋਲਾ ਬਣਾਤਾ। ਇੰਨੀ ਪੁਰਾਣਿਆਂ 'ਚ ਸ਼ਰਧਾ ਸੀ। ਅੱਜ ਸਾਹਮਣੇ ਗੁਰੂ ਸਾਹਿਬ ਕਈ ਸ਼ਬਦ ਉਦਾਹਰਨਾਂ ਦੇਂਦੇ ਆ ਤੇ ਅਜੇ ਵੀ ਗੱਲ ਨਹੀਂ ਬਣੀ। ਭਾਈ ਜਬਰ ਤੋੜ ਸਿੰਘ ਜੀ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ, ਉਹਨਾਂ ਨੇ ਸ਼ਬਦ ਪੜ੍ਹਿਆ, ਬੈਠਾ ਸੋਢੀ ਰਾਮਦਾਸ। ਤੇ ਇੱਕ ਮੇਰੇ ਵਰਗਾ ਕੋਈ ਭੁੱਲੜ ਉਹਨਾਂ ਨੂੰ ਕਹਿੰਦਾ, ਭਾਈ ਸਾਹਿਬ ਜੀ ਕੀ ਪੜ੍ਹ ਕੇ ਆਏ ਤੁਸੀਂ? ਕਹਿੰਦੇ ਜੀ ਸ਼ਬਦ ਪੜ੍ਹਿਆ। ਕਹਿੰਦੇ ਪਾਸਟ ਫਿਊਚਰ ਪ੍ਰੈਜ਼ੈਂਟ ਤਿੰਨਾਂ 'ਚੋਂ ਕਿਹੜਾ ਏ? ਉਹ ਤਾਂ 15ਵੀਂ ਸਦੀ ਦੇ ਵਿੱਚ ਬੈਠੇ ਸੀ ਉੱਥੇ, ਤੁਸੀਂ ਅੱਜ ਪੜ੍ਹੀ ਜਾਂਦੇ ਬੈਠਾ ਸੋਢੀ ਪਾਤਸ਼ਾਹ। ਜੇ ਬੈਠਾ ਤੇ ਮੈਨੂੰ ਦਿਖਾਓ, ਹੁਣ ਇਹਦਾ ਕੀ ਹੱਲ ਹੋਊ? ਕਹਿੰਦਾ ਤੁਸੀਂ ਹੁਣੇ ਪੜ੍ਹ ਕੇ ਆਏ ਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਜੇ ਬੈਠਾ ਮੈਨੂੰ ਵੀ ਦਿਖਾਓ, ਕਿੱਥੇ ਬੈਠਾ? ਭਾਈ ਸਾਹਿਬ ਦੇ ਨੇਤਰ ਭਰੇ, ਕਹਿੰਦਾ ਸਜਣਾ ਤੇਰੇ ਕੋ ਅੱਖਾਂ ਹੀ ਨਹੀਂ। ਫਿਰ ਹਰਿਮੰਦਰ ਦਰਸ਼ਨ ਕਿਤਾਬ ਨਵੀਂ ਤੋਂ ਨਵੀਂ ਸ਼ਬਦੀ ਹੈ, ਉਹਦੇ ਵਿੱਚ ਇੱਦਾਂ ਦੀਆਂ ਬਖਸ਼ਿਸ਼ਾਂ ਪਈਆਂ ਏ। ਕਹਿੰਦੇ ਪਕੜ ਕੇ ਬਾਂਹ ਤੋਂ ਕਹਿੰਦੇ ਪੜ੍ਹ ਦਰਸ਼ਨ ਹਰਿਮੰਦਰ ਦੇ। ਉਹਦੇ 'ਚ ਲਿਖਿਆ ਕਿ ਕੋਈ 20 ਸਾਲਾਂ ਤੋਂ ਗੁੰਗਾ ਸੀ, ਗੁਰੂ ਰਾਮਦਾਸ ਦੇ ਘਰੋਂ ਜ਼ੁਬਾਨ ਮਿਲ ਗਈ।
ਉਹਦੇ ਵਿੱਚ ਲਿਖਿਆ ਸੀ ਕੋਈ 20 ਸਾਲਾਂ ਤੋਂ ਵੀਲ ਚੇਅਰ ਤੇ ਸੀ, ਉਹ ਤੁਰਿਆ ਜਾਂਦਾ ਹੀ। ਉਹਦੇ ਵਿੱਚੋਂ ਇਹ ਮਿਲਿਆ ਉਹ ਕਿੱਸਾ, ਇਹਨੂੰ ਜਮਾਂਦਰੂ ਹੀ ਅੱਖਾਂ ਨੂੰ ਦੀਦਾ ਨਹੀਂ ਸੀ। ਗੁਰੂ ਰਾਮਦਾਸ ਦੇ ਘਰ ਆਇਆ ਤੇ ਅੱਖਾਂ ਦੀ ਜੋਤ ਮਿਲ ਗਈ। ਇੱਕ ਗੱਲ ਦੇ ਜਵਾਬ ਹੁਣ ਮੈਨੂੰ ਵੀ ਜਦੋਂ ਆਫੀਸਰ ਬਹਿੰਦਾ ਕਚਹਿਰੀ 'ਚ 9 ਤੋਂ 4, ਉਹਨਾਂ ਚਿਰ ਕੰਮ ਹੁੰਦੇ, ਜਦੋਂ 4 ਤੋਂ ਬਾਅਦ ਦਫ਼ਤਰ ਫਿਰ ਕੋਈ ਕੰਮ ਨਹੀਂ ਕਰਦਾ। ਕਹਿੰਦੇ ਭਲਿਆ ਜੇ ਬੈਠਾ ਏ ਤੇ ਕੰਮ ਹੋਣ ਦੇ ਆ, ਜੇ ਉੱਠ ਗਿਆ ਹੁੰਦਾ ਤੇ ਕੰਮ ਕੌਣ ਕਰਦਾ? ਆਖੋ ਸਤਨਾਮ। ਹੁਣ ਦੱਸ ਮੈਨੂੰ ਬੈਠਾ ਕਿ ਨਹੀਂ? ਹੱਥ ਜੁੜ ਗਏ। ਉਹ ਅੱਜ ਵੀ ਬੈਠਾ ਏ। ਹਰ ਗੁਰਦੁਆਰੇ ਮੰਦਿਰ ਨੂੰ ਰਾਤ ਨੂੰ ਜਿੰਦਰਾ ਲੱਗਦਾ ਏ। ਇੱਕ ਪੂਰੀ ਦੁਨੀਆ ਤੇ ਐਸਾ ਸਥਾਨ ਹੈ ਹਰਿਮੰਦਰ ਸਾਹਿਬ ਜਿਹਨੂੰ ਜਿੰਦਰਾ ਨਹੀਂ ਲੱਗਦਾ। 24 ਘੰਟੇ ਦਰਬਾਰ ਖੁੱਲ੍ਹਾ ਰਹਿੰਦਾ ਏ, ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਬਚਨ ਹੋ ਗਏ ਸੀ। ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ, ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ, ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਂ ਰੋਂਦੀ ਕਿਉਂ ਹੈ? ਕਹਿੰਦੀ ਪਾਤਸ਼ਾਹ ਇਹਦਾ ਕੋਈ ਨਹੀਂ, ਇਹਦੇ ਘਰ ਨੂੰ ਜਿੰਦਰਾ ਲੱਗ ਗਿਆ, ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ। ਮਹਾਰਾਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ, ਇਹਦਾ ਮਸਤਕ ਮੈਂ ਪੜ੍ਹ ਲਿਆ ਏ। ਯਾਦ ਰੱਖੀ ਇਹਦਾ ਇਦਾਂ ਦਾ ਘਰ ਬਣਨਾ ਹੈ ਜਿਹਦੇ ਘਰ ਵਰਗਾ ਕੋਈ ਘਰ ਨਾ ਹੋਊ। ਸੋਨੇ ਦਾ ਘਰ ਹੈ ਬਾਪੂ ਦਾ। ਸਤਿ ਸ੍ਰੀ ਅਕਾਲ। ਰਹੀ ਗੱਲ ਜਿੰਦਰਾ ਲੱਗਣ ਦੀ, ਮਾਤਾ ਗੱਲ ਯਾਦ ਰੱਖੀ, ਤੂੰ ਰਵੇਂ ਨਾ ਰਵੇਂ, ਰਹਿੰਦੀ ਦੁਨੀਆ ਵੇਖੂਗੀ। ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਹੈ, ਪਰ ਗੁਰੂ ਰਾਮਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ। ਤੇ ਜਿਹੜੇ ਲਾਉਣ ਆਏ ਸੀ ਨਾ, ਉਹ ਵੀ ਤੁਸੀਂ ਇਤਿਹਾਸ ਸਾਰਾ ਹੀ ਜਾਣਦੇ ਆ, ਉਹਨਾਂ ਦੇ ਆਪਣੇ ਜਿੰਦਰੇ ਲੱਗੇ, ਪਰ ਮਹਾਰਾਜ ਦਾ ਜਿੰਦਰਾ ਨਹੀਂ ਲੱਗ ਸਕਿਆ। ਇਹ ਲੱਗਣਾ ਵੀ ਨਹੀਂ ਹੈ। ਤੋ ਇਸ ਕਰਕੇ ਉਹੋ ਹੀ ਜੋਤ ਚੱਲਣ ਦੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਰਾਮਦਾਸ ਦੇ ਕੀ ਲੱਗਦੇ ਭਲਾ? ਆ ਰਿਸ਼ਤੇ ਬੜੇ ਪਿਆਰੇ ਹੁੰਦੇ। ਹੁਣ ਤੇ ਬੱਚਿਆਂ ਨੂੰ ਦਾਦੇ ਦਾ ਨਾਂ ਨਹੀਂ ਪਤਾ, ਪਤਾ ਮੈਨੂੰ ਨਹੀਂ। ਚੱਲ ਆਪਾਂ ਯਤਨ ਜਿਹਾ ਕਰਦੇ ਹਾਂ ਥੋੜਾ ਜਿਹਾ। ਗੁਰੂ ਰਾਮਦਾਸ ਦੇ ਸਪੁੱਤਰ ਗੁਰੂ, ਟਾਈਮ ਬਹੁਤ ਥੋੜਾ, ਜਲਦੀ ਬੋਲੋ। ਗੁਰੂ ਰਾਮਦਾਸ ਦੇ ਸਪੁੱਤਰ ਗੁਰੂ, ਗੁਰੂ ਅਰਜਨ ਸਾਹਿਬ ਦੇ ਸਪੁੱਤਰ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ, ਤੇ ਗੁਰੂ ਤੇਗ ਬਹਾਦਰ ਦੇ ਸਪੁੱਤਰ ਗੁਰੂ। ਤੇ ਕੀ ਲੱਗੇ? ਗੁਰੂ ਰਾਮਦਾਸ ਦੇ ਪੁੱਤ ਗੁਰੂ ਅਰਜਨ ਦੇਵ ਪੋਤਰੇ, ਗੁਰੂ ਹਰਗੋਬਿੰਦ ਪੜਪੋਤੇ, ਗੁਰੂ ਤੇਗ ਬਹਾਦਰ, ਤੇ ਅੱਗੇ ਜਾ ਕੇ ਤਾਂ ਮੈਨੂੰ ਵੀ ਨਹੀਂ ਪਤਾ ਵੀ ਕੀ ਆਉਂਦਾ। ਇੱਕ ਪੋਤਰਾ ਪੜਪੋਤਾ। ਇਹ ਤਾਂ ਬਚਨ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖੇ, ਦਾਦਾ ਪੜਦਾਦਾ, ਨਗੜ ਦਾਦਾ ਤੇ ਲੱਕੜ ਦਾਦਾ। ਭਾਈ ਸੰਤੋਖ ਸਿੰਘ ਤੇ ਮੈਂ ਕਥਾ ਕੀਤੀ। ਮੈਂ ਕਿਹਾ ਵਾਹ, ਅੱਜ ਭਾਈ ਸਾਹਿਬ ਤੇਰੀ ਕਿਰਪਾ ਨਾਲ ਪਤਾ ਲੱਗਾ ਵੀ ਇਦੋਂ ਅੱਗੇ ਵੀ ਕੁਛ ਹੁੰਦਾ। ਤਾਂ ਮਾਂ ਪਿਓ ਦਾ ਨਾਂ ਭੁੱਲ ਗਿਆ ਬੱਚਿਆਂ ਨੂੰ। ਤੋ ਇਸ ਕਰਕੇ ਸਾਧ ਸੰਗਤ ਜੀ, ਇਹ ਚੱਲੀ ਪੀੜ੍ਹੀ ਸੋਢੀਆਂ, ਇਹ ਉਹੋ ਹੀ ਜੋਤ ਚੱਲਣ ਦੀ ਗੁਰੂ ਰਾਮਦਾਸ ਦੇ ਹਿੱਕ ਦੇ ਅੰਦਰੋਂ, ਜਿਹੜਾ ਅੱਜ ਗੁਲਾਬੇ ਦੇ ਘਰ ਬੈਠਾ ਹੈ। ਕਹਿੰਦੇ ਜਾ ਗੁਲਾਬਿਆ ਬੀਬੀ ਨੂੰ ਸੱਦ ਕੇ ਲਿਆ। ਕਹਿੰਦੇ ਜੀ ਰਾਤ ਹਨੇਰੀ ਹੈ, ਮਾਤਾ ਸੁੱਤੀ ਹੋਣੀ ਹੈ। ਮਹਾਰਾਜ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ, ਉਹ ਕਰ ਆਰਾਮ ਨਹੀਂ। ਨੇਹੋ ਵਾਲੇ ਨੈਣਾ ਦੀ ਨੀਂਦਰ, ਦਿਨੇ ਰਾਤ ਪਏ। ਇਹ ਭਾਈ ਵੀਰ ਸਿੰਘ ਦੇ ਆ ਸ਼ਬਦ। ਉਹ ਪੌਂਟਾ ਸਾਹਿਬ ਇਸ਼ਨਾਨ ਕਰਨ ਲੱਗੇ ਤੜਕੇ 2:30 ਵਜੇ, ਤੇ ਜਮਣਾ ਭੱਜੀ ਜਾਵੇ। ਤੇ ਭਾਈ ਸਾਹਿਬ ਨੇ ਜਦੋਂ ਚੁੱਭੀ ਲਾਈ, ਤੇ ਰੂਹਾਨੀ ਵਾਲੇ ਹੁੰਦੇ ਕਵੀ, ਉਹ ਕਹਿੰਦੇ ਨਹੀਂ ਜਮਣਾ, ਮੈਨੂੰ ਇੱਕ ਗੱਲ ਦੱਸ, ਪਸ਼ੂ ਪੰਛੀ ਦਰਖਤ ਸਾਰੇ ਰਾਤ ਨੂੰ ਸੌਂ ਜਾਂਦੇ, ਤੇ ਤੂੰ ਰਾਤ ਨੂੰ ਵੀ ਭੱਜੀ ਜਾਨੀ, ਕਿਤੇ ਰੁਕ ਜਿਆ ਕਰ। ਤੇ ਜਮਨਾ ਨੇ ਆਖਿਆ ਸੀ ਸਾਰੇ ਰਾਤ ਨੂੰ ਸੌਂ ਜਾਂਦੇ, ਤੇ ਤੂੰ ਇੱਥੇ ਕੀ ਲੈਣ ਆਇਆ? ਪਹਿਲਾਂ ਤੇ ਤੂੰ ਦੱਸ ਵੀ ਸਾਰੇ ਸੁੱਤੇ, ਤੂੰ 2 ਵਜੇ ਕੀ ਕਰਦਾ ਫਿਰਦਾ ਮੇਰੇ ਚ ਆ ਕੇ ਇਸ਼ਨਾਨ? ਕਹਿੰਦਾ ਪਹਿਲਾਂ ਤੂੰ ਦੱਸ। ਉਹ ਕਹਿੰਦੀ ਪਹਿਲਾਂ ਤੂੰ ਦੱਸ। ਵੇਖੋ ਇੱਕ ਕਵੀ ਦਾ ਵਲਵਲਾ ਜੀ, ਇਹ ਹੁਨਰ ਦੀਆਂ ਅੰਦਰ ਦੀਆਂ ਗੱਲਾਂ ਕਿਤਾਬਾਂ 'ਚ ਨਹੀਂ ਲੱਭਣੀਆਂ, ਲੱਭਦੇ ਨਾ ਰਿਓ ਕਿਤੇ। ਉਹ ਕਹਿੰਦੇ ਪਹਿਲਾਂ ਤੈਂ ਦੱਸ ਵੀ ਤੂੰ ਕਿਉਂ ਭੱਜੀ ਜਾਨੀ? ਉਹ ਕਹਿੰਦੀ ਸਿੱਖਾ ਪਹਿਲਾਂ ਤੂੰ ਦੱਸ ਵੀ 2 ਵਜੇ ਕਾਹਤੋਂ ਇਸ਼ਨਾਨ ਕਰਦਾ? ਹੁਣ ਤੁਹਾਡੇ 'ਚ ਨਿਤਨੇਮੀ ਜਿਹੜੇ, ਉਹਨਾਂ ਦੀ ਛਾਤੀ ਚੌੜੀ ਹੋਊਗੀ। ਜਿਹੜੇ ਕਹਿੰਦੇ ਲੋੜ ਨਹੀਂ ਨਿਤਨੇਮ ਦੀ, ਉਹ ਵੀ ਸੁਣ ਲੈਣ, ਲਾਈਵ ਚੱਲਦਾ। ਤੋ ਇਸ ਕਰਕੇ ਭਾਈ ਸਾਹਿਬ ਕਹਿੰਦੇ ਪਹਿਲਾਂ ਤੂੰ ਦੱਸ, ਤੂੰ ਵੱਡੀ ਹੈ ਮੈਂ ਛੋਟਾ ਹੈ। ਕਹਿੰਦੀ ਫਿਰ ਸੁਣ। ਕਹਿੰਦੀ ਮੈਂ ਤਾਂ ਰਾਤ ਨੂੰ ਵੀ ਨਹੀਂ ਟਿਕਦੀ, ਮੈਂ ਪਹਾੜਾਂ 'ਚੋਂ ਉਤਰੀ ਹਾਂ ਤੇ ਪਹੁੰਚਣਾ ਸਮੁੰਦਰ ਤੱਕ ਹੈ, ਤੇ ਮੈਨੂੰ ਲੱਗਦਾ ਮੇਰੀ ਉਮਰ ਕਿਤੇ ਘਟ ਨਾ ਜਾਵੇ, ਮੈਂ ਰਸਤੇ 'ਚ ਨਾ ਸੁੱਕ ਜਾ, ਮੈਂ ਤਾਂ ਨਹੀਂ ਰਾਤ ਨੂੰ ਵੀ ਟਿਕਦੀ। ਭਾਈ ਸਾਹਿਬ ਨੂੰ ਕਹਿੰਦੀ ਤੂੰ ਦੱਸ ਵੀ ਤੂੰ ਕਿੱਧਰ ਤੁਰਿਆ ਫਿਰਦਾ 2 ਵਜੇ, ਤੈਨੂੰ ਕੀ ਵਕਤ ਪਿਆ, ਇੰਨੀ ਠੰਡ ਹੈ, ਲੋਕ ਸੁੱਤੇ ਐ। ਕਹਿੰਦਾ ਬਸ ਮੇਰਾ ਵੀ ਤੇਰੇ ਵਾਲਾ ਹਾਲ ਹੀ ਹੈ, ਤੂੰ ਵੀ ਡਰਦੀ ਹੈ ਕਿ ਰਾਹ 'ਚ ਨਾ ਰਹਿ ਜਾ,
मैं भी डरदा है कि पता नहीं सवेरे ही अटैक आ जाए, छेती छेती गोविंद नूं मिल लवां। भई प्राप्त गोविंद मिलन की। तू इस करके संगते बख्शिश सी। महाराज कहंदे बीबी सौंदी नहीं है, जा पंजाबिया आवाज मारी, पहली आवाज दऊगी। दरवाजा खड़काया, कहंदे भाई निहालिया घरे ही है? कहंदा जी कौन? कहंदे मैं पंजाबा गुलाबा। कहंदे बीबी जागदी है? कहंदे भरावा सौंदी किथे है? भिन्नी रहनड़िए चमकण तारे जागे। वो सौंदे नहीं सी, आपां जागदे ही नहीं। आखो सतनाम। खा के 25-26 रोटियां, पी के जग दुध दा, ते कहंदे मैनू तड़के ठायो ना, मैं बहुत थकिया है। ते महाराज कबीर साहब कहंदे कबीर सूता उठ के ना, कहंदे ठाओ इनू, इत्ते पानी पाओ, इनू इनू कड्डो बिस्तरे चों, इनू समझाओ भी एक दिन सोवण होए गो लांबे। ये लत्तां एक दिन इदां दियां सिद्धियां होणियां, फिर इदां चौंकड़ा नहीं वजना, अज ही वज्जा ते तगड़े होके मारिया करो। तो माता नूं आवाज मारी ते माता उठी, कहंदे मां रौला ना पायो, साडे घर गुरु गोबिंद सिंह आए। आखो सतनाम। कहंदे तैनूं बुलाउंदे पए, मां छेती आ जा, उन्हां जाना ही, ते नाले उन्हां दी भेटा कोई तेरे को। वेखो जी गुरु की है, आ तुसीं जिन्ने भी बैठे हो, मैं कहना घरदियां लई 70 साल बंदा खपदा, ते जान लगे नूं की दिंदे 2.5 क्विंटल लकड़ां ते 4 लोईयां। या जिहदे बापू दी गोदी च अज बह के जस गाउंदा है ना, मारे कहंदे जिस नूं बख्शे सिफत सलाह नानक। मारे कहंदे मैं पातशाहियां दे दूंगा तुहानूं, सिफत ते करो। तो मेरे पातशाह महाराज देखो चोले लैके पहुंची। महाराज उठ के जी आया, आख्या कहंदे मां अज तेरी बोली विआहती, मैं खुश आ ना? अखां झंझू आ गए, ते इन्ने कंजू आए गुरु गोबिंद सिंह दे चरण धोते हंझूआं नाल। कहंदे तेरे पुੱਤ ਨੂੰ ਪੁੱਛ भी तू ਕਹਿੰਦਾ ਸੀ जे इन्ना ही गुरु कामल मुरशद ते मेरे घरे आवे, ले आ गई ते लिया माता साडी भेटा दे। माता ने 4 चोले दिते, 5ਵੀਂ अजे चादर बन रही सी। मारे सच्चे पातशाह कहंदे साध साध साध, शाबाश शाबाश, दस मां की दईए? हथ जोड़ के कहंदी सतगुरु 100 साल तो उपर हो गई हैं, हुण नहीं कुछ चाहिदा। मारे कहंदे फिर भी मंग ला। कहन लगी फिर इको किरपा करी, जे कर सकदा है ते मेरी अर्थी नूं मोढा दे। इको मंग मैं सज्जणा मंगदी हाँ, धड़कन तेरी ते दिल मेरा होवे। जिस वेले मैं दुनिया नूं छड्डना है, गोद तेरी ते सिर। कमाल दी चीज़ मंग ली। आपां सारी जिंदगी आहो काची मंगी जाना ते मंगदे मुक जाना। मंगना भी सिख लियो अज किदां मंगीदा। कहंदे मेरे वर्गे ने जट बूट ने भगती कीती ते रब आया, कहंदा की दईए तैनूं? सारा कुछ सोच के कहंदा तूड़ी मुकी। कहंदा जी एक पंड तूड़ी दी दे दिओ। वो कहंदे ये की मंगिया? इस करके कईयां नूं मंगना भी नहीं आउंदा। कहंदे महापुरख बाबा आनंद सिंह जी दे बचन सी, कहंदे छां ना मंगिया करो, दरख्त मंग लो छां आपे ही आ जानी। दाते नूं मंगिया करो, दातां आपे ही आ जाणियां। जदों सुनियारा ही घरे आ गया ते सोना आपे ही आ जाना है। असीं वो बापू नूं तां मंगदे नहीं, कोई पुੱਤ कोई दुੱਧ कोई वीजा कोई तंदुरुस्ती नहीं। नहीं कहो सतगुरु तुसीं आओ, ते जिथे सतगुरु आ गए उत्थे सारा कुछ आ गया। महाराज कहंदे ठीक है माता, 2 लख पत तेरी जिंदगी 2 पलां दी है, ते वो सेवा करनी तू कर लै। उस वक्त साध संगत इतिहास ते लंबेरा है। कहंदे थोड़े पलां बाद माता जी चढ़ाई कर गए सी, ते महाराज आप इनू तोर के गए सी। जांदे जांदे जदों महाराज चले, उत्थे एक घटना होर घटदी है, तकरीबन तुसीं सुनी है विद्वानां तो। मैं अगे प्रसंग वो सुणाने जिहड़े कदी सुनाए नहीं किसे। हो सकदा तुसीं, मैं तां सुने नहीं कदे। उधर नूं आपां चलना है। हुण इत्थे कहंदे एक कपड़े रंगण वाले दा घर सी, ते रात नूं ही मारे कहंदे हुणे रंगा लिआओ। वो भी दोवें जी घरे सुत्ते। कहंदे अद्धी रात किहड़ा है? कहंदे जी बस्तर रंगने, कहंदे कल नूं आयो। कहंदे नहीं साडे मुरशद दा हुक्म है हुणे रंगो। कहंदा रंग मुक्का है। ते वो कहन लगे मारे रंग मुक्का। सतगुरु कहंदे उन्हां नूं कहे महाराज जी सत करतार कह के पा दिओ, पानी च ही पा दिओ। हुण कई कहणगे इदां हो सकदा, ते गुरु ग्रंथ साहिब दे विच एक शब्द है, थोड़ा जिहा सहारा मिल जे गुरु दा। तरकवादी तर्क ना करे। उत्थे लिखिया कच्चो कंचन भयो शब्द गुर श्रवणै सुनियो, बिख ते अमृत होयो नाम
ਅੰਮ੍ਰਿਤ ਮੁਖ ਭਣਿਓ ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਹਿੰਦੇ ਮੇਰੇ ਗੁਰੂ ਦੇ ਹੱਥ 'ਚ ਇੰਨੀ ਤਾਕਤ ਹੈ, ਮਿੱਟੀ ਨੂੰ ਹੱਥ ਲਾ ਦੇਣ ਤੇ ਸੋਨਾ ਬਣਾ ਸਕਦੇ ਆ, ਮੁਰਦੇ ਨੂੰ ਹੱਥ ਲਾ ਦੇਣ ਤੇ ਲੰਮੀਆਂ ਉਮਰਾਂ ਦੇ ਸਕਦੇ ਐ, ਕੱਚ ਨੂੰ ਹੱਥ ਲਾ ਦੇਣ ਤੇ ਕੁੰਦਨ ਬਣਾ ਸਕਦੇ ਆ। ਗੁਰਬਾਣੀ ਨੂੰ ਕੋਈ ਝੁਠਲਾ ਨਹੀਂ ਸਕਦਾ। ਤੇ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਸੁਣਾਇਆ ਜਾਂਦਾ ਹੈ। ਉੱਦਾਂ ਤਾਂ ਕਹਿੰਦੇ ਇੱਦਾਂ ਹੋ ਸਕਦਾ ਬਾਪੂ ਕਰ ਸਕਦਾ, ਮੇਰਾ ਸਮਰੱਥ ਹੈ ਨਾ। ਤੇ ਉਸ ਵੇਲੇ ਕਹਿੰਦੇ ਹਨ ਕਿ ਉਹ ਦੋਵੇਂ ਜੀ ਅੱਧੀ ਰਾਤ ਤੇ ਉਹ ਲੜੀ ਜਾਣ। ਉਹ ਕਹਿੰਦਾ ਤੁਹਾਨੂੰ ਮੈਂ ਜਦੋਂ ਕਿਹਾ ਵੀ ਨਹੀਂ ਰੰਗ ਹੈਗਾ ਤੇ ਕਿੱਥੋਂ ਰੰਗ ਦਿਆਂ। ਘਰ ਵਾਲੀ ਕਹਿੰਦੀ ਗੱਲ ਸੁਣੋ, ਥੋੜੀ ਜਿਹੀ ਠੰਡੇ ਸੁਭਾਅ ਦੀ ਸੀ, ਕਹਿੰਦੀ ਡਬਲ ਪੈਸੇ ਮੰਗ। ਜਿੱਦਾਂ ਹਸਪਤਾਲ ਰਾਤ ਨੂੰ ਜਾਓ ਨਾ ਤੇ ਜਿਹੜੀ ਪਰਚੀ ਦੇਣੇ 500 ਦੀ, ਉਹ ਰਾਤ ਨੂੰ ਜ਼ਿਆਦੀ ਹੁੰਦੀ ਨਾ ਚਾਰਜ। ਕਹਿੰਦੀ ਤੁਸੀਂ ਪੈਸੇ ਵੱਧ ਮੰਗੋ ਤੇ ਉਹਨਾਂ ਨੂੰ ਕਹਿ ਦਿਓ ਵੀ ਗਰੰਟੀ ਕੋਈ ਨਹੀਂ, ਜਿੱਥੇ ਮੈਂ 700 ਮੈਂ 1400 ਲੈਣਾ ਏ ਤੇ ਮੈਂ ਪਾ ਦਿੰਨਾ ਤੇ ਰੰਗਣ ਨਾ ਰੰਗਣ ਸਾਡੀ ਕੋਈ ਗਰੰਟੀ ਨਹੀਂ। ਕਹਿੰਦਾ ਗੱਲ ਤਾਂ ਤੇਰੀ ਵੀ ਸਹੀ ਹੈ, ਇਹ ਤਾਂ ਕਮਲੇ ਲੱਗਦੇ ਆ, ਕਿਉਂਕਿ ਜਿਹੜਾ ਗੁਰੂ ਦੀ ਗੱਲ ਕਰਦਾ ਉਹਨੂੰ ਲੋਕੀ ਕਮਲਾ ਹੀ ਕਹਿੰਦੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇਹ ਸ਼ਬਦ ਵਰਤੇ ਸੀ ਬਾਬੇ ਬਕਾਲੇ, ਜਿਹੜੇ ਮੇਰੇ ਵਰਗੇ ਮੰਜੀਆਂ ਵਾਲੇ ਨਕਲੀ ਉਹਨਾਂ ਨੂੰ ਕਹਿੰਦੇ ਬਾਬਾ ਜੀ ਮਹਾਂਪੁਰਖ, ਤੇ ਜਿਹੜਾ ਸੱਚਾ ਸੀ ਉਹਨੂੰ ਕਹਿੰਦੇ ਸੀ ਕਮਲਾ ਏ। ਤੋ ਆਹੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਤੇ ਉਹ ਕਹਿੰਦੀ ਆਪਾਂ ਤਾਂ ਪੈਸੇ ਹੀ ਲੈਣੇ ਆ, ਇਹਨੂੰ ਕੀ ਲੱਗੇ ਰੰਗ ਚੜੇ ਨਾ ਚੜੇ। ਤੋ ਸਾਧ ਸੰਗਤ ਜੀ ਮਹਾਰਾਜ ਦੇ ਚੋਲੇ ਪਾਏ, ਦਿਨ ਦਾ ਚੜ੍ਹਾਅ ਹੋਣਾ ਸ਼ੁਰੂ ਹੋਇਆ ਤੇ ਇੰਨਾ ਰੰਗ ਕਦੇ ਰੰਗ ਦੇ ਵਿੱਚੋਂ ਨਹੀਂ ਚੜਿਆ ਜਿੰਨਾ ਪਾਣੀ ਚੋਂ ਚੜ ਗਿਆ। ਕਿੱਡੀ ਵੱਡੀ ਮਿਹਰ ਵਰਤੀ ਜਦੋਂ ਉਹਨਾਂ ਵੇਖਿਆ ਤੇ ਅੰਦਰ ਹਿੱਲ ਗਿਆ ਵੀ ਇਹ ਕੌਣ ਆਇਆ ਇਹਨਾਂ ਦੇ ਘਰੇ ਵੀ ਜਿਹਦੇ ਬਚਨਾਂ ਨਾਲ ਏਡੀ ਕਰਾਮਾਤ ਵਰਤ ਗਈ ਹੈ। ਮਗਰੇ ਦੋਵੇਂ ਜੀ ਤੁਰੇ ਆਏ, ਸਤਿਗੁਰੂ ਚੁਬਾਰੇ ਸੀ, ਕਹਿੰਦੇ ਜੀ ਦਰਸ਼ਨ ਕਰਾਓ। ਕਹਿੰਦੇ ਉਹ ਸਾਹਮਣੇ ਬੈਠੇ ਆ। ਮਹਾਰਾਜ ਸਾਹਿਬ ਨੀਵੀਂ ਪਾ ਕੇ ਸਜੇ ਹੋਏ, ਦੋਵਾਂ ਜੀਆਂ ਨੇ ਜਾ ਕੇ ਫਤਿਹ ਸਾਂਝੀ ਕੀਤੀ ਤੇ ਮਹਾਰਾਜ ਨੇ ਇਹਨਾਂ ਵੱਲ ਨੇਤਰ ਭਰ ਕੇ ਵੇਖਿਆ ਤੇ ਸਰਾਣੇ ਦੇ ਥੱਲੇ ਹੱਥ ਪਾ ਕੇ ਮੁੱਠ ਭਰ ਕੇ ਮੋਹਰਾਂ ਕੱਢੀਆਂ। ਕਹਿੰਦੇ ਲੈ ਸੱਜਣਾ ਭਲਾ ਵੇ ਤੁਹਾਡਾ, ਤੁਸੀਂ ਸਾਡਾ ਕਾਰਜ ਕੀਤਾ। ਤੇ ਦੋਵੇਂ ਜੀ ਹੱਥ ਜੋੜ ਕੇ ਕਹਿੰਦੇ ਜੀ ਨਹੀਂ ਲੈਣਾ। ਮਹਾਰਾਜ ਕਹਿੰਦੇ ਕਿਉਂ ਨਹੀਂ ਲੈਣਾ, ਤੁਹਾਨੂੰ ਤਾਂ ਪੈਸੇ ਹੀ ਚਾਹੀਦੇ, ਰੰਗ ਚੜੇ ਨਾ ਚੜੇ। ਹੁਣ ਇਹ ਗੱਲ ਉਹਨਾਂ ਕਮਰੇ 'ਚ ਕੀਤੀ ਸੀ, ਅੰਦਰ ਦੋਵਾਂ ਜੀਆਂ ਦੀ ਪ੍ਰਾਈਵੇਸੀ। ਮੇਰਾ ਗੁਰੂ ਸਭ ਕੁਝ ਸੁਣਦਾ ਦੇਖਦਾ, ਜੇਤਾ ਜਗਤ ਸੰਸਾਰ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਿਪਾਵੇ। ਜਦੋਂ ਅੰਦਰ ਦੀ ਗੱਲ ਬੁਝੀ ਤੇ ਦੋਵੇਂ ਹੀ ਅੰਦਰੋਂ ਵਿਰਾਗ 'ਚ ਡਿੱਗ ਪਏ। ਸਤਿਗੁਰੂ ਮਾਫ ਕਰਿਓ, ਤੁਸੀਂ ਤਾਂ ਕਮਾਲੇ ਕਰਾਮਾਤ ਕਾਇਮ ਕਰੀਮ ਦੇ ਮਾਲਕ ਜੇ, ਸਾਡੇ ਪਾਪੀਆਂ ਤੋਂ ਭੁੱਲ ਹੋ ਗਈ। ਮਾਰੇ ਕਹਿੰਦੇ ਚੱਲ ਰੋ ਨਾ, ਆ ਮੋਹਰਾਂ ਰੱਖ ਲਓ, ਤੁਹਾਡੀ ਮਿਹਨਤ ਹੈ, ਤੁਸੀਂ ਕੀਤੀ ਹੈ। ਉਸ ਵੇਲੇ ਉਹਨਾਂ ਕਿਹਾ ਸਤਿਗੁਰੂ ਇੱਕ ਹੋਰ ਕਿਰਪਾ ਕਰੋ, ਸਾਡੇ ਘਰ ਬੱਚਾ ਨਹੀਂ। ਮੇਰੀ ਘਰ ਵਾਲੀ ਨੂੰ ਲੋਕੀ ਔਂਤਰੀ ਕਹਿੰਦੇ ਐ, ਰਸਤੇ 'ਚੋਂ ਬੱਚੇ ਚੁੱਕ ਲੈਂਦੇ, ਇੱਕ ਬੱਚਾ ਹੀ ਦੇ ਦਿਓ। ਮਹਾਰਾਜ ਇਹ ਨਹੀਂ ਕਿਹਾ ਵੀ ਮੈਂ ਤੇ ਆਪਣੇ ਬੱਚੇ ਖੱਫਣਾ ਤੋਂ ਬਿਨਾਂ ਛੱਡ ਕੇ ਆਇਆ, ਤੁਹਾਨੂੰ ਕਿੱਥੋਂ ਦੇ ਦਾਂ। ਮਹਾਰਾਜ ਕਹਿੰਦੇ ਤੁਸੀਂ ਸੇਵਾ ਕੀਤੀ ਸਿੰਘਾਂ ਦੀ, ਆਉਣ ਵਾਲੇ ਸਮੇਂ 'ਚ ਵੀ ਜਿਹੜਾ ਗੁਰੂ ਕੇ ਸਿੱਖ ਦੀ ਸੇਵਾ ਕਰੂ ਉਹਦੀਆਂ ਝੋਲੀਆਂ ਭਰਿਆ ਕਰਨਗੀਆਂ। ਅੱਜ ਵੀ ਜਿਹੜੇ ਜੁੜੇ ਮਹਾਂਪੁਰਖਾਂ ਨਾ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦੇ ਐ, ਨਹੀਂ ਤੇ ਤਰਕਵਾਦੀਆਂ ਨੇ ਤੇ ਭੁੱਖੇ ਮਾਰ ਦੇਣਾ। ਉਹ ਤਾਂ ਕਹਿੰਦੇ ਬੁਲਾਓ ਹੀ ਨਾ ਕਿਸੇ ਨੂੰ ਫਤਿਹ ਵੀ ਨਾ ਬੁਲਾਓ। ਕਹਿੰਦੇ ਰੱਬ ਅੰਦਰ ਹੀ ਹੈ, ਕੋਈ ਨਿਤਨੇਮ ਦੀ ਨਹੀਂ ਲੋੜ ਆਪਾਂ ਨੂੰ, ਕੋਈ ਸੰਗਤ ਦੀ ਲੋੜ ਨਹੀਂ। ਇੰਨਾ ਜ਼ਿਆਦਾ ਧੱਕਾ ਨਾ ਕਰੋ ਪਿਆਰਿਓ, ਸਾਡਾ ਇਤਿਹਾਸ ਹੀ ਇੱਥੇ ਭਰਿਆ ਪਿਆ। ਤੋ ਮੇਰੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਘਰ ਫਿਰ 17 ਸਾਲ 10 ਪੁੱਤਰ ਹੋਇਆ। ਉਹਦਾ ਵਿਆਹ ਕੀਤਾ ਗਿਆ ਤੇ ਮਹਾਰਾਜ ਨੇ ਆਖਿਆ ਸੀ ਲਲਾਰੀ ਨੂੰ, ਕਹਿੰਦੇ ਮੱਟ ਦੇ ਵਿੱਚ ਰੰਗ ਨਾ ਪਾਈ, ਢੱਕਣ ਦੇ ਕੇ ਇੱਦਾਂ ਤੇ ਢੱਕਣ ਨਾ ਚੁੱਕਣ ਦੇ ਕਿਸੇ ਨੂੰ, ਤੇਰਾ ਪਾਣੀ 'ਚ ਰੰਗ ਚੜੂਗਾ। ਫਿਰ ਉਹਦੀ ਜਿਹੜੀ ਬਹੂ ਆਈ ਸੀ ਨਾ, ਲਲਾਰੀਆਂ ਦੇ ਲਲਾਰੀਆਂ ਨਾ ਵਿਆਹ ਹੋਣੇ, ਤੇ ਉਹਨੇ ਵੇਖਿਆ ਬਾਪੂ ਰੋਜ਼ ਕੱਪੜੇ ਪਾ ਦਿੰਦਾ, ਰੰਗ ਕਦੇ ਨਹੀਂ ਪਾਇਆ। ਉਹਨੇ ਢੱਕਣ ਚੁੱਕਤਾ। ਅੱਜ ਮੈਨੂੰ ਲੱਗਦਾ ਵੀ ਜਿਹੜਾ ਸਾਡੇ ਦਾਦੇ ਬਾਬਿਆਂ ਨੇ ਮਹਾਂਪੁਰਖਾਂ ਨਾਲ ਰਹਿ ਕੇ ਢੱਕਣ ਦਿੱਤਾ ਸੀ ਨਾ ਬੰਦਗੀ ਦਾ, ਆ ਸਾਡੇ ਜਵਾਕਾਂ ਨੇ ਚੁੱਕਤਾ। ਇਹ ਪਹਿਲੋਂ ਪੁੱਛਦੇ ਬਾਬਾ ਜੀ ਜਪਜੀ ਸਾਹਿਬ ਕਾਤੋਂ ਪੜ੍ਹੀਦਾ, ਸਵੇਰੇ ਕਾਤੋਂ ਉੱਠੀਦਾ, ਕਥਾ ਕਾਤੋਂ ਕਰੀਦੀ। ਇਹ ਢੱਕਣ ਚੁੱਕਤਾ ਤੇ ਜਿੱਦਣ ਚੁੱਕਿਆ ਗਿਆ ਤੇ ਉਹ ਅਗਲੇ ਦਿਨ ਉਹਨੇ ਪਾਏ ਕੱਪੜੇ ਤੇ ਰੰਗੇ ਨਹੀਂ, ਅੰਦਰ ਨੂੰ ਭਾਦੀ ਬਣ ਗਈ। ਕਹਿੰਦੇ ਪੁੱਤ ਤੂੰ ਕੋਈ ਹਰਕਤ ਕੀਤੀ ਕਿਸੇ ਨੇ? ਕਹਿੰਦੀ ਬਾਪੂ ਜੀ ਮੈਂ ਕੀਤੀ, ਮੈਂ ਰੋਜ਼ ਵੇਖਦੀ ਸੀ ਵੀ ਇਹ ਤਾਂ ਪਾਉਂਦੇ ਹੈ ਨਹੀਂ ਤੇ ਉੱਦਾਂ ਰੰਗ ਦੇ। ਕਹਿੰਦੇ ਪੁੱਤ ਅੱਜ ਤੂੰ ਮੇਰੇ ਪਿਆਰ ਦੀ ਗੰਢ ਖੋਲਤੀ।
ਮੇਰਾ ਗੋਬਿੰਦ ਕਹਿ ਕੇ ਗਿਆ ਸੀ ਕਿਸੇ ਨੂੰ ਵੇਖਣ ਨਾ ਦਈ। ਜਿਹਨੂੰ ਬਾਬਾ ਫਰੀਦ ਸਾਹਿਬ 900 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਏ ਕਹਿੰਦੇ ਐ, ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਣ ਨਜੀਕ ਖੁਦਾਏ ਦੇ। ਅਸੀਂ ਤੇ ਜਪਜੀ ਸਾਹਿਬ ਪੜ੍ਹ ਕੇ ਵੀ ਦੱਸ ਦਈਦਾ ਵੀ ਅੱਜ ਮੈਂ ਪੜ੍ਹਿਆ, ਅੱਜ ਮੈਂ 2 ਸੁਖਮਨੀ ਸਾਹਿਬ ਪੜ੍ਹੇ, ਅੱਜ ਮੈਂ 4 ਟੋਕਰੇ ਚੁੱਕੇ। ਉਹ ਤਾਂ ਉੱਥੇ ਹੀ ਗਵਾ ਜਾਂਦੇ, ਆਖੋ ਸਤਨਾਮ। ਤੋ ਇਸ ਕਰਕੇ ਪਿਆਰਿਓ ਇਹ ਚੀਜ਼ਾਂ ਪੜ੍ਹਦੇ ਦੀਆਂ। ਬਾਪੂ ਨੇ ਮਾਹੀ ਨੇ ਪਾਏ ਬਸਤਰ, ਗਨੀ ਖਾਂ ਨਵੀ ਖਾਂ ਨੇ ਪਲੰਘਾ ਚੁੱਕਿਆ। ਭਾਈ ਦਇਆ ਸਿੰਘ ਜੀ ਧਰਮ ਸਿੰਘ ਪਿਛਲੀ ਬਾਈ ਤੇ ਮਾਨ ਸਿੰਘ ਜੀ ਚੌਰ ਕਰਦਾ ਏ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਆਏ। ਚੱਲਿਆ ਏ ਅੱਜ ਮੇਰਾ ਉੱਚ ਵਾਲਾ ਪੀਰ, ਚੱਲਿਆ ਏ ਅੱਜ ਮੇਰਾ ਉੱਚ ਵਾਲਾ ਪੀਰ। ਸਤਿਗੁਰੂ ਮਹਾਰਾਜ ਚੱਲਦੇ ਚੱਲਦੇ ਪਹੁੰਚੇ ਹਨ ਕਨੇਜ ਪਿੰਡ। ਇੱਥੇ ਫੱਤਾ ਚੌਧਰੀ ਬੜਾ ਪ੍ਰੇਮੀ ਸੀ ਗੁਰੂ ਘਰ ਦਾ, ਤੇ ਉਹ ਵੀ ਮਿਲ ਪਿਆ। ਕਹਿੰਦਾ ਵਾਹ ਬਾਪੂ ਸਾਡੇ ਪਿੰਡ ਆਏ। ਮਹਾਰਾਜ ਕਹਿੰਦੇ ਹੱਸ ਨਾ ਬਾਤਾ, ਜ਼ਿਆਦਾ ਮੂੰਹ ਖੋਲੀਏ ਤੇ ਮੱਖੀ ਪੈਂਦੀ ਹੈ। ਕਹਿੰਦਾ ਮਹਾਰਾਜ ਜੀ ਮੈਂ ਇਹਨੂੰ ਚਾਅ ਚੜਿਆ ਤੁਸੀਂ ਆਏ। ਮਹਾਰਾਜ ਗੁਰੂ ਅੰਤਰਜਾਮੀ ਹੈ ਜੀ। ਮਹਾਰਾਜ ਸਾਹਿਬ ਕਹਿੰਦੇ ਫਿਰ ਏਦਾਂ ਕਰ ਵੀ ਕੋਈ ਨਹੀਂ ਤੇਰੇ ਖੁਸ਼ੀ ਨੂੰ ਆਪਾਂ ਹੁਣੇ ਵੇਖ ਲੈਨੇ। ਕਹਿੰਦੇ ਮਹਾਰਾਜ ਦੱਸੋ ਸਹੀ, ਜਾਨ ਵੀ ਹਾਜ਼ਰ, ਸੇਵਾ ਦੱਸੋ ਕੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅਸੀਂ ਰੁਕਣਾ ਨਹੀਂ, ਏਦਾਂ ਕਰ ਆਪਣੇ ਘਰੋਂ ਇੱਕ ਘੋੜੀ ਲਿਆ ਦੇ ਜਿਹੜੀ ਸਭ ਤੋਂ ਸੁਨੱਖੀ ਹੈ, ਤੇ ਆ ਛੱਡੀਏ ਵਿਚਾਰਿਆਂ ਨੂੰ। ਇਹਨਾਂ ਦੀਆਂ ਬਾਹਾਂ ਤੇ ਜ਼ਖਮ ਹੋ ਗਏ, ਗਣੀ ਖਾਂ ਨਵੀ ਖਾਂ ਦੇ ਕਿੱਥੋਂ ਤੁਰੇ ਪਲੰਘਾ ਚੁੱਕ ਕੇ, ਇਹਨਾਂ ਨੂੰ ਵਿਦਾ ਕਰੀਏ। ਕਹਿੰਦਾ ਜੀ ਆਉਣਾ ਮੈਂ ਘਰੋਂ। ਤੇ ਘਰੇ ਗਿਆ ਤੇ ਘਰ ਵਾਲੀ ਕਹਿੰਦੀ ਜੀ ਕੀ ਹੋਇਆ, ਗੁਰੂ ਨੂੰ ਮਿਲ ਕੇ ਆਏ, ਚਿਹਰੇ ਤੇ ਰੌਣਕ ਚਾਹੀਦੀ, ਤਿਉੜੀਆਂ ਕਿਉਂ? ਕਹਿੰਦਾ ਰੌਣਕ ਕਾਹਦੀ, ਮੈਂ ਤੇ ਜਾਂਦਾ ਜਾਂਦਾ ਫਾਹਾ ਗਲ ਪਾ ਲਿਆ। ਕਈ ਵਾਰੀ ਨਾ ਬੰਦਾ ਦਾਨ ਪੁੰਨ ਕਰਕੇ ਪਛਤਾਉਂਦਾ, ਪਛਤਾਇਓ ਨਾ ਕਦੇ। ਹਸਪਤਾਲਾਂ 'ਚ ਕਿੰਨੇ ਦੇਈਦੇ ਆ, ਉੱਥੋਂ ਤਾਂ ਨਹੀਂ ਮਾਫੀ ਮਿਲਦੀ। ਤੇ ਉਹ ਕਹਿਣ ਲੱਗੀ ਹੋਇਆ ਕੀ? ਕਹਿੰਦੇ ਹੋਣਾ ਕੀ ਹੈ, 12-13 ਲੱਖ ਦੀ ਘੋੜੀ ਹੈ ਤੇ ਸਤਿਗੁਰੂ ਮਹਾਰਾਜ ਜੀ ਆਪਣਾ ਤਾਂ ਕੁਝ ਰਿਹਾ ਨਹੀਂ, ਤੇ ਹੁਣ ਮੈਨੂੰ ਕਹਿੰਦੇ ਲਿਆ ਕੇ ਦੇ। ਹੁਣ ਅੱਜ ਤੁਹਾਨੂੰ ਕੋਈ ਕਹਿ ਦੇ ਵੀ ਭਾਈ ਸਾਹਿਬ ਆਪਣੀ ਗੱਡੀ ਫੋਰਚੂਨਰ ਮੈਨੂੰ ਦੇ ਦਿਓ, ਮੈਂ ਕਥਾ ਕਰਨ ਜਾਣਾ, ਤੁਸੀਂ ਕਹਿਣਾ ਬਾਬਾ ਮੈਂ ਤੈਨੂੰ ਜਾਣਦਾ ਹੀ ਨਹੀਂ, ਆਖੋ ਸਤਨਾਮ। ਸਹੀ ਹੈ ਨਾ? ਉੱਦਾਂ ਆਪਾਂ ਕਹਿੰਦੇ ਜੀ ਜਾਨ ਵੀ ਹਾਜ਼ਰ ਹੈ। ਬਾਬਾ ਜੀ ਦੱਸਿਓ। ਮੈਂ ਸਾਹਬ ਕਹਿੰਦਾ ਵੀ ਕਈ ਅਮਰੀਕਾ ਬੱਚੇ ਗਏ ਤੇ ਅਰਦਾਸ ਕਰਾਈ ਜਦੋਂ ਕੈਂਪ 'ਚ ਸੀ। ਕਹਿੰਦੇ ਬਾਬਾ ਜੀ ਬੱਚੇ ਦਾ ਫੋਨ ਵੀ ਨਹੀਂ ਆਇਆ ਤੇ ਅਰਦਾਸ ਕਰੋ ਟਿਕਾਣੇ ਲੱਗ ਜੇ, ਪਹਿਲੀ ਤਨਖਾਹ ਬੌਲੀ ਸਾਹਿਬ ਪਹੁੰਚਾਵਾਂਗੇ। ਤੇ ਮੈਂ ਇਸ ਕਰਕੇ ਪਹਿਲਾ ਕੋਟ ਜਿਹੜਾ ਪੁਰਾਣਾ ਹੋ ਗਿਆ ਹੁਣ ਦੂਜਾ ਲਿਆ, ਕਿਉਂਕਿ ਉਹਦੀਆਂ ਜੇਬਾਂ ਪਾੜ ਗਈਆਂ ਸੀ। ਉਹ ਤਾਂ ਪਾਟੀਆਂ ਵੀ ਉਹ ਜਿਹੜੇ ਗਏ ਸੀ ਉਹਨਾਂ ਦੀ ਪਹਿਲੀ ਤਨਖਾਹ ਇੰਨੀ ਕੁ ਜ਼ਿਆਦੀ ਹੋ ਗਈ, ਪਈ ਨਹੀਂ। ਤੋ ਇਸ ਕਰਕੇ ਕਹਿੰਦੇ ਬੁੱਲੇ ਸ਼ਾਹ ਕਹਿੰਦੇ ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਗੁੱਝੀਆਂ ਅਸਤਰਾਂ ਲਾ ਜਾਂਦੇ। ਉਹ ਬੁੱਲਿਆ ਰੱਬ ਜੇ ਹੁੰਦਾ ਲਾਗੇ ਬੰਨੇ ਲੋਕੀ ਉਹਨੂੰ ਵੀ ਵੇਚ ਕੇ। ਇਹ ਐਵੇਂ ਨਹੀਂ ਉਹਨਾਂ ਮਹਾਂਪੁਰਖਾਂ ਦੇ ਬੋਲ ਸੀ, ਅਸੀਂ ਰੱਬ ਨਾਲ ਵੀ ਮਤਬਲ ਦਾ ਵਰਤੀਦਾ ਵੀ ਜਿੰਨਾ ਚਿਰ ਬੱਚਾ ਕੈਂਪ 'ਚ ਹੈ ਤੇ ਰੋਜ਼ ਝਾੜੂ, ਰੋਜ਼ ਪੋਚਾ, ਵਾਹਿਗੁਰੂ ਵਾਹਿਗੁਰੂ। ਜਿੱਦਣ ਪਤਾ ਲੱਗ ਗਿਆ ਵੀ ਫਰੀ ਹੋ ਗਿਆ ਉਦੋਂ ਕਹਿੰਦੇ ਬਾਬਾ ਜੀ ਟਾਈਮ ਨਹੀਂ ਲੱਗਦਾ। ਮੈਂ ਕਿਹਾ ਲੱਗਣਾ ਵੀ ਨਹੀਂ ਹੋਣਾ। ਕਬੀਰ ਸਾਹਿਬ ਨੇ ਲਿਖਤਾ ਨਾ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ। ਕਹਿੰਦੇ ਤੂੰ ਮਤਬਲੀ ਹੈ, ਗੁਰੂ ਮਤਬਲ ਵਾਲੇ ਨੂੰ ਨਹੀਂ ਚਾਹੁੰਦਾ। ਇਹਨੇ ਕੀ ਕੀਤਾ, ਇੱਕ ਨਿੱਕੀ ਜੀ ਵਿਸ਼ੇਰੀ ਖੋਲੀ ਜੋ 2 ਲੱਖ ਦੀ ਸੀ ਤੇ ਲੈ ਆਇਆ ਕਾਠੀ ਪਾ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਵੱਡੀ ਘੋੜੀ ਕਿੱਥੇ, ਤੇਰਾ ਸੁਣਿਆ ਵੀ ਘੋੜੀਆਂ ਦਾ ਕਾਰੋਬਾਰ ਹੈ। ਕਹਿੰਦਾ ਮਹਾਰਾਜ ਜੀ ਉਹ ਹੈ ਨਹੀਂ, ਘਰੇ ਕੋਈ ਲੱਗਿਆ ਏ। ਪਾਤਸ਼ਾਹ ਕਹਿੰਦੇ ਫਿਰ ਇਹ ਵੀ ਰਹਿਣ ਦੇ, ਇਹਨੇ ਤਾਂ ਘੰਟਾ ਨਹੀਂ ਸਵਾਰੀ ਚੱਲਣੀ। ਤੇ ਬੜਾ ਖੁਸ਼ ਹੋ ਕੇ ਘਰ ਵਾਲੀ ਨੂੰ ਕਹਿੰਦਾ ਬਚ ਗਏ, ਚਲੇ ਗਿਆ ਗੁਰੂ। ਘਰ ਵਾਲੀ ਥੋੜੀ ਜਿਹੀ ਨੇਮੀ ਸੀ, ਉਹਨੇ ਕਿਹਾ ਕੁਝ ਨਹੀਂ, ਕਹਿੰਦੀ ਪਰ ਗਲਤੀ ਕਰ ਆਇਆ, ਬਹੁਤ ਵੱਡੀ ਗਲਤੀ ਕਰ ਆਇਆ ਏ। ਤੇ ਉਸ ਵੇਲੇ ਕੀ ਹੋਇਆ, ਜਦੋਂ ਅੰਦਰ ਗਿਆ ਘੋੜੀ ਨੂੰ ਪਾਣੀ ਢਾਉਣ ਵਾਸਤੇ ਤੇ ਕੀ ਵੇਖਿਆ, ਉਹਨੂੰ ਸੱਪ ਲੜਿਆ ਤੇ ਮਰੀ ਪਈ। ਹੁਣ ਪੜੋ ਬਾਣੀ। ਜਦੋਂ ਬਾਹਰ ਆਇਆ ਰੋਂਦਾ, ਕਹਿੰਦੇ ਆਪਾਂ ਲੁੱਟੇ ਗਏ, ਬਰਬਾਦ ਹੋ ਗਏ। ਕਹਿੰਦੀ ਸਾਈਂ ਕੀ ਹੋਇਆ ਈ? ਕਹਿੰਦਾ ਮੈਂ ਘੋੜੀ ਵੀ ਗਵਾ ਲਈ ਤੇ ਬਾਜਾਂ ਵਾਲਾ ਵੀ ਗਵਾ ਲਿਆ। ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ
ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ। ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ। ਰੰਗ ਕਸੁੰਬੈ ਭੁੱਲੀ, ਰੰਗ ਕਸੁੰਬੈ ਭੁੱਲੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ, ਮਿੱਤਰ ਪਿਆਰਾ ਨਾਨਕ ਜੀ। ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ, ਮੈਂ ਛੱਡ ਗਵਾਇਆ। ਸਾਧ ਸੰਗਤ ਜੀ, ਸ਼ਬਦ ਤੁਸੀਂ ਬੜੀ ਵਾਰੀ ਸੁਣਿਆ ਹੋ, ਪਰ ਅੱਜ ਇਤਿਹਾਸ ਨਾਲ ਲੱਗਾ ਤੇ ਬੜਾ ਸਿੱਧ ਹੋ ਗਿਆ। ਕਸੁੰਭ ਦਾ ਰੰਗ ਪਤਾ ਕਿਹਨੂੰ ਕਹਿੰਦੇ? ਕੱਚਾ ਰੰਗ। ਇੱਕ ਮਜੀਠ ਦਾ ਰੰਗ ਗੁਰਬਾਣੀ 'ਚ ਜ਼ਿਕਰ ਹੈ, ਆ ਮਜੀਠ ਹੈ। ਆ ਜਿਹੜੇ 60 ਮਿੰਟ ਤੁਹਾਡੇ ਰੰਗ ਲੈਣਾ ਨਹੀਂ, ਭਾਵੇਂ ਸਿਵਿਆਂ ਦੇ ਵਿੱਚ ਸੰਸਕਾਰ ਹੋ ਜੇ। ਇੱਕ ਦੁਨਿਆਵੀ ਰੰਗ ਹੈ, ਕੋਠੀਆਂ ਗੱਡੀਆਂ ਪੁੱਤ ਪੋਤਰੇ ਸੋਨਾ ਚਾਂਦੀ, ਇਹ ਕਸੁੰਭ ਦਾ ਏ, ਇਹਨੇ ਲੈ ਜਾਣਾ। ਜਿੰਨਾ ਮਰਜੀ ਪੋਤਿਆਂ ਨੂੰ ਦਾਦੇ ਕਿੱਦਾਂ ਪਾਲਦੇ, ਪਰ ਜਦੋਂ ਦਾਦੂ ਪੂਰਾ ਹੁੰਦਾ ਪੋਤਾ ਵੀ ਆਪਦੇ ਬਾਪੂ ਕੋ ਖੜੋ ਜਾਂਦਾ, ਦਾਦੂ ਨੂੰ ਛੱਡ ਦਿੰਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਇਹਨਾਂ ਦਾ ਕਰਦਾ 24 ਘੰਟੇ, ਕਿਤੇ ਮੇਰੇ ਕੋ ਵੀ ਆ ਜਾਇਆ ਕਰ 20 ਮਿੰਟ। ਤੋ ਸਾਧ ਸੰਗਤ ਜੀ, ਸੁਣਾਉਣਾ ਬਹੁਤ ਹੈ, ਘੜੀ ਮੈਨੂੰ ਦਿਸ ਰਹੀ ਹੈ, ਆਖੋ ਸਤਨਾਮ। ਤੋ ਗੁਰੂ ਪਾਤਸ਼ਾਹ ਕਿਰਪਾ ਕਰੇ, ਦਇਆ ਕਰੇ, ਮੇਰੇ ਦਾਤੇ ਦੀ ਮਹਿਮਾ ਅਪਰੰਪਾਰ ਹੈ। ਮੇਰੇ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਰੋਂਦੇ ਰਹੇ, ਕਹਿੰਦੇ ਕਸੁੰਭ ਦਾ ਰੰਗ, ਓਏ ਬਾਪੂ ਵੀ ਗਵਾ ਲਿਆ ਤੇ ਘੋੜੀ ਵੀ ਗਵਾ ਲਈ। ਜੇ ਮੈਨੂੰ ਪਤਾ ਹੁੰਦਾ ਤੂੰ ਮਰ ਜਾਣਾ ਤੇ ਮੈਂ ਗੁਰੂ ਸਾਹਿਬ ਨੂੰ ਤਾਂ ਨਾ ਮੋੜਦਾ। ਅੱਜ ਵੀ ਮੌਕਾ, ਜੇ ਕਿਤੇ ਸੇਵਾ ਮਿਲੇ ਜਵਾਬ ਨਾ ਦਿਆ ਕਰੋ। ਮੇਰੀ ਜ਼ਿੰਦਗੀ 'ਚ ਇੱਦਾਂ ਹੋਇਆ ਸੀ, ਕਿਸੇ ਪਿਆਰੇ ਨੇ ਕੋਈ ਸੇਵਾ ਲਾਈ ਸੀ ਮੈਨੂੰ ਕਿ ਬਾਬਾ ਜੀ ਕਰਿਓ, ਤੇ ਮੈਂ ਬਚਨ ਕਰਕੇ ਮੁੱਕਰਿਆ। ਉਹ ਸੇਵਾ ਸੀ 7000 ਦੀ ਤੇ ਮੁੜ ਕੇ ਮੇਰਾ 70000 ਲੱਗਾ। ਉਹ ਛੱਡਦਾ ਨਹੀਂ, ਉਹ ਲੈ ਲੈਂਦਾ ਪੱਕਾ। ਕਿਸੇ ਸੱਜਣ ਨੇ ਨਾ ਮਜ਼ਾਕ ਕੀਤਾ, ਕਥਾ ਹੋ ਕੇ ਹਟੀ, ਤੇ ਮੈਂ ਜ਼ਿਕਰ ਕੀ ਕਰਨਾ ਏ। ਉਹ ਕਹਿੰਦੇ ਜੀ ਦਸਵੰਧ ਕਿਹਨੂੰ ਕਹਿੰਦੇ ਗਿਆਨੀ ਜੀ? ਮੈਂ ਕਿਹਾ 10ਵਾਂ ਹਿੱਸਾ ਸਵਾਸਾਂ ਦਾ ਤੇ ਮਾਇਆ ਦਾ। ਤੇ ਕਹਿੰਦੇ ਜੀ ਜਿੱਦਾਂ ਸਾਡੇ ਬੱਚੇ, ਇੱਕ ਅਮਰੀਕਾ, ਇੱਕ ਆਸਟ੍ਰੇਲੀਆ, ਇੰਗਲੈਂਡ ਹੈ, ਤੇ ਮੇਰੀ ਇੱਥੇ ਵੀ ਬਥੇਰਾ ਕਾਰੋਬਾਰ ਹੈ। ਮੈਂ ਕਿਹਾ ਵੀ ਕੁੱਲ ਮਿਲਾ ਕੇ ਮਹੀਨੇ ਦੇ ਕਿੰਨੇ ਕੁ ਬਣਦੇ ਤੁਹਾਨੂੰ ਪੈਸੇ, ਸਾਰਿਆਂ ਦੀ ਕਮਾਈ? ਕਹਿੰਦੇ ਜੀ ਤਕਰੀਬਨ ਕੋਈ 25 ਕੁ ਲੱਖ। ਤੇ ਮੈਂ ਕਿਹਾ 25 ਲੱਖ ਦਾ ਦਸਵੰਧ ਬਣਨਾ ਜੇ, ਆਖੋ ਸਤਨਾਮ, ਕਿੰਨਾ ਬਣਨਾ ਜੀ? ਹਾਂਜੀ 2.5 ਲੱਖ। ਮੈਂ ਕਿਹਾ 2.5 ਲੱਖ ਬਣਦਾ ਏ। ਘਰ ਵਾਲੀ ਕਹਿੰਦੀ ਚਲੋ ਜੀ ਚੱਲ ਗਏ। ਮੈਂ ਕਿਹਾ ਕੀ ਹੋਇਆ? ਮੈਂ ਕਿਹਾ 2.5 ਲੱਖ ਗੁਰਦੁਆਰੇ ਦੇ ਕੇ ਜਾਇਆ ਕਰੋ ਮਹੀਨੇ ਬਾਅਦ। ਕਹਿੰਦੇ ਅੱਛਾ ਬਾਬਾ ਤੁਹਾਨੂੰ ਦੇ ਦਿੰਦੇ ਸਾਰੇ। ਹੈ ਬੱਚੇ ਬਾਹਰ ਨੀਂਦਰਾ ਝਾਕਣ ਦੇ ਹੈ। ਤੇ ਮੈਂ ਕਿਹਾ ਮੈਂ ਕਿਹੜਾ, ਤੁਸੀਂ ਮੈਨੂੰ ਆਪ ਪੁੱਛਿਆ ਵੀ ਦਸਵੰਧ ਕਿਹਨੂੰ ਕਹਿੰਦੇ ਗਿਆਨੀ ਜੀ? ਮੈਂ ਕਿਹਾ ਇਹਨੂੰ ਕਹਿੰਦੇ ਆ। ਉਹਨਾਂ ਮਜ਼ਾਕ ਕੀਤਾ। ਸੰਗਤੇ ਗੁਰੂ ਸਾਹਿਬ ਹਾਜ਼ਰ ਹੈ। 25 ਦਿਨਾਂ ਬਾਅਦ ਫੋਨ ਆਇਆ ਪਟੇਲ ਹਸਪਤਾਲ ਤੋਂ। ਉਸੇ ਬੀਬੀ ਦਾ ਰੋ ਕੇ ਕਹਿੰਦੀ ਭਾਈ ਸਾਹਿਬ ਅਰਦਾਸ ਕਰ ਦਿਓ, ਦਿਲ ਦੇ ਵਿੱਚ ਕੋਈ ਐਸੀ ਪ੍ਰੋਬਲਮ ਪੈ ਗਈ। 7 ਲੱਖ ਰੁਪਈਆ ਮੰਗਿਆ ਡਾਕਟਰਾਂ ਨੇ। 7 ਲੱਖ। ਆਪਾਂ ਕਈ ਵਾਰੀ ਸਹਿ ਸੁਭਾਅ ਮੰਨ ਲੈਂਦੇ ਵੀ ਚਲੋ ਰੁਮਾਲਾ ਸਾਹਿਬ ਚੰਦਵਾ ਹੈ, ਇਹ ਹਸਤੀ ਬੜੀ ਵੱਡੀ ਹੈ,
ਇਹਦੇ ਨਾਲ ਕਿਤੇ ਵਰਤ ਕੇ ਵੇਖਿਓ, ਤੁਸੀਂ ਦੁਨੀਆ ਨਾਲ ਵਰਤੇ ਹੋਵੋਗੇ, ਇਸ ਬਾਪੂ ਨਾਲ ਕਿਤੇ ਵਰਤ ਕੇ ਵੇਖੀ। ਸਵੇਰੇ ਸਵੇਰੇ ਇਹਨੂੰ ਪੋਥੀ ਨੂੰ ਖੋਲ ਕੇ ਕਿਤੇ ਜਪਜੀ ਸਾਹਿਬ ਨਾਲ ਵਰਤ ਕੇ ਵੇਖੀ, ਕਿਤੇ ਜਾਪ ਸਾਹਿਬ ਨਾਲ ਵਰਤ ਕੇ ਵੇਖੀ, ਕਿਤੇ ਚੌਪਈ ਸਾਹਿਬ ਨਾਲ ਵਰਤ ਕੇ ਵੇਖੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਟਨਾ ਸਾਹਿਬ ਤੋਂ ਤੁਰੇ ਸੀ, ਹਜ਼ੂਰ ਸਾਹਿਬ ਤੱਕ ਇੱਕੇ ਨਾ ਵਰਤਦੇ ਗਏ। ਉਸੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਸ ਬਾਣੀ ਨਹੀਂ ਛੱਡੀ, ਆਸਾ ਦੀ ਵਾਰ ਨੂੰ ਨਹੀਂ ਪਾਸੇ, ਹੋਣ ਤਾਂ ਭਾਵੇਂ ਪੁੱਤਰ ਪਾਸੇ ਹੋ ਗਏ। ਸੋ ਮੇਰੇ ਪਾਤਸ਼ਾਹ ਮਹਾਰਾਜ ਜੀ ਫਿਰ ਅੱਗੇ ਗਏ ਹੀਰਾਂ ਪਿੰਡ ਕਿਰਪਾਲ ਉਦਾਸੀ ਸਾਧੂ ਰਹਿੰਦਾ, ਉਹਦੇ ਕੋਲ ਰਾਤ ਰਹੇ, ਬੜੀ ਸੇਵਾ ਕੀਤੀ ਉਹਨੇ। ਸਵੇਰੇ ਕੰਬਲ ਲਿਆ ਕੇ, ਮਾਇਆ ਲਿਆ ਕੇ, 5 ਪੈਸੇ ਨਾਰੀਅਲ, ਪਿਆਰ ਕੀਤਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉੱਥੋਂ ਫਿਰ ਗਨੀ ਖਾਂ ਨਵੀ ਖਾਂ ਨੂੰ ਕਹਿੰਦੇ ਬੇਟਾ ਤੁਸੀਂ ਚਲੇ ਜਾਓ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਜਾਣ ਲੱਗੇ ਤੇ ਉਸ ਪਿੰਡ ਦੀ ਸੰਗਤ ਨੇ ਆਖਿਆ ਸਤਿਗੁਰੂ ਜੀ ਇੱਕ ਕੰਮ ਕਰਿਓ, ਗਨੀ ਖਾਂ ਨਵੀ ਖਾਂ ਚਲੇ ਗਏ ਪਰ ਸਾਨੂੰ ਵੀ ਪਲੰਗੇ ਦੀ ਥੋੜੀ ਜਿਹੀ ਸੇਵਾ ਕਰ ਲੈਂਦੇ ਹੋ, ਵੀ ਅਗਲੇ ਪਿੰਡ ਤੱਕ ਅਸੀਂ ਸਾਰੇ ਛੱਡ ਕੇ ਆਉਣੇ ਸੇਵਾ ਕਰਕੇ। ਇੱਕ ਗੱਲ ਹੋਰ ਨੋਟ ਕਰਿਓ ਸਿੱਖੋ, ਚਲੋ ਮੈਂ ਬੱਚਾ ਏ, ਕਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੱਡੀ 'ਚ ਗੋਦੀ 'ਚ ਰੱਖ ਕੇ ਨਹੀਂ ਘਰੇ ਲਿਜਾਣਾ। ਅੱਜ ਲਿਖ ਲਿਓ ਕਾਪੀ। ਕਈ ਵਾਰੀ ਆਪਾਂ ਕੀ ਕਰਦੇ, ਦੂਰ ਜਾਣਾ ਹੁੰਦਾ ਤੇ ਮਹਾਰਾਜ ਨੂੰ ਗ੍ਰੰਥੀ ਸਾਹਿਬ ਦਾ ਤੌਲੀਆ ਰੱਖ ਕੇ ਨਾ ਗੋਦੀ 'ਚ ਰੱਖ ਕੇ ਗੱਡੀ 'ਚ ਬਹਿ ਜਾਂਦੇ, ਕਿਉਂਕਿ ਫਾਇਦਾ ਲਈਦਾ, ਪਰ ਗਲਤ ਹੈ। ਉਹ ਚਵਰ ਛਤਰ ਤਖਤ ਦਾ ਮਾਲਕ ਹੈ, ਗੋਦੀ 'ਚ ਤੌਲੀਏ 'ਚ ਬੱਚਾ ਰੱਖਦੀਆਂ ਭੈਣਾਂ। ਇਹ ਗਲਤੀ ਕਦੇ ਨਹੀਂ। ਪਾਲਕੀ ਬਣਾ ਲਓ, ਨਾਲ ਮਹਾਰਾਜ ਦਾ ਸਾਰੀ ਤਿਆਰੀ ਹੋਵੇ। ਕਈ ਵਾਰੀ ਮੇਰੇ ਤੋਂ ਵੀ ਪਹਿਲਾਂ ਇਹ ਗਲਤੀ ਹੋਈ, ਫਿਰ ਕੋਈ ਰੰਗਿਆ ਹੋਇਆ ਮਿਲਿਆ ਸੀ, ਕਹਿੰਦੇ ਵੀ ਇਹ ਗਲਤ ਗੱਲ ਹੈ, ਗੁਰੂ ਸਾਹਿਬ ਗੋਦੀ 'ਚ ਨਹੀਂ ਰੱਖਣੇ ਚਾਹੀਦੇ, ਬੱਚਿਆਂ ਨੂੰ ਗੋਦੀ 'ਚ ਪਾਈਦਾ। ਤਾਂ ਮਾਲਕ ਹੈ, ਇਹ ਤਾਂ ਤਖਤਾਂ ਦਾ ਮਾਲਕ, ਚਵਰਾਂ ਦਾ। ਉਸ ਪਿੰਡ ਵਾਲਿਆਂ ਨੇ ਆਖਿਆ ਸਤਿਗੁਰੂ ਸਾਡਾ ਵੀ ਜੀ ਕਰਦਾ ਪਲੰਗੇ ਦੀ ਸੇਵਾ ਕਰੀਏ ਥੋੜ੍ਹੀ ਜੀ ਅਗਲੇ ਪਿੰਡ ਤੱਕ। ਮਹਾਰਾਜ ਕਹਿੰਦੇ ਚਲੋ ਕਰ ਲਓ। ਉੱਥੋਂ ਦੇ ਪੰਚ ਸਰਪੰਚ ਸੰਗਤਾਂ ਨੇ ਸੇਵਾ ਕੀਤੀ ਤੇ ਕਹਿੰਦੇ ਕੁਝ ਪੰਚ ਸੇਵਾ ਕਰਨ ਲੱਗੇ, ਜਿਹੜੇ ਮੋਹਰੀ ਸੀ, ਜਿੱਦਾਂ ਤੁਸੀਂ ਪ੍ਰਬੰਧਕ ਹੈ, 4-5 ਰੂਹਾਂ ਨੂੰ ਤੁਹਾਨੂੰ ਸੰਗਤ ਨੇ ਮਾਨ ਦਿੱਤਾ, ਤੁਸੀਂ ਸਾਰਿਆਂ ਨੂੰ ਗਾਈਡਨੈਂਸ ਦਿੰਦੇ ਹੋ, ਆਏ ਨੂੰ ਜੀ ਆਇਆਂ ਆਖਦੇ ਹੋ। ਤੋ ਉਸ ਵੇਲੇ ਉਹਨਾਂ ਪੰਚਾਂ ਨੇ ਮਹਾਰਾਜ ਦਾ ਪਲੰਗਾ ਚੁੱਕਿਆ ਜੀ, ਤੇ 3 ਬੰਦੇ ਸੀ 6 ਫੁੱਟ ਤੇ ਇੱਕ ਸੀ 5.5, ਤੇ ਮਹਾਰਾਜ ਸਾਹਿਬ ਉੱਤੇ ਬੈਠੇ ਤੇ ਪਾਤਸ਼ਾਹ ਕਹਿੰਦੇ, ਉਹ ਕਹਿੰਦੇ ਪੱਧਰਾ ਕਰੋ ਪਲੰਗਾ, ਇੱਕ ਪਾਸੇ ਝੁਕਦਾ ਜਾਂਦਾ ਏ। ਉਹ ਜਿਹੜਾ ਦਾਸ ਵਰਗਾ ਨੂੰ ਛੋਟਾ ਸੀ ਨਾ, ਉਹ ਕਹਿੰਦੇ ਮਹਾਰਾਜ ਮੈਂ ਪੱਧਰਾ ਕਿੱਥੋਂ ਕਰ ਦਿਆਂ, ਇਹ ਤੇ ਜਵਾਨ ਹੈ ਤੇ ਮੈਂ ਮਧਰਾ ਏ। ਮਹਾਰਾਜ ਕਹਿੰਦੇ ਇਹ 'ਚ ਕੀ ਹੈ, ਥੋੜਾ ਜਿਹਾ ਹੋਰ ਉੱਚਾ ਹੋ ਜਾ। ਇਤਿਹਾਸ ਕਹਿੰਦਾ ਉਹਦਾ ਅੱਧਾ ਫੁੱਟ ਕੱਦ ਵੱਧ ਗਿਆ। ਆਖੋ ਸਤਿਨਾਮ। ਗੁਰੂ ਗੋਬਿੰਦ ਸਿੰਘ ਕੌਣ ਹੈ? ਲੋਕੀ ਸਿਆਣਿਆਂ ਕੋ ਪੱਤਰੀ ਖਿਲਾਉਂਦੇ, ਪੁੱਛਣਾ, ਮੈਂ ਕਿਹਾ ਇੱਧਰ ਆਓ, ਹੁਣ ਕਰਾਮਾਤਾਂ ਥੋੜੀਆਂ ਜਿਹੀਆਂ ਵਰਤਣ ਲੱਗੀਆਂ, ਮੈਂ ਉੱਥੋਂ ਤੱਕ ਲਿਜਾਵਾਂ। ਉਹਦਾ ਸਿਰ ਅੱਧਾ ਫੁੱਟ ਉੱਚਾ ਹੋ ਗਿਆ, ਕੱਦ। ਸਾਰੇ ਪਿੰਡ ਨੇ ਵੇਖਿਆ ਬਣਿਆ ਕੀ ਹੈ, ਕਿਉਂਕਿ ਤਖਤ ਤੇ ਬਾਪੂ ਸੀ ਨਾ। ਇਸ ਬਾਪੂ ਦੀ ਸੇਵਾ ਕਰਨ ਵਾਲੇ ਸਾਈਕਲਾਂ ਤੋਂ ਅੱਜ ਜਹਾਜ਼ਾਂ ਦੇ ਮਾਲਕ ਬਣ ਗਏ, ਉੱਚੇ ਨਹੀਂ ਹੋਏ। ਦੱਸੋ, ਇਹਦੀ ਸੇਵਾ ਸ਼ੁਰੂ ਕੀਤੀ, ਇੱਕ ਕੱਚਾ ਕਮਰਾ ਸੀ, ਅੱਜ ਦੁਨੀਆ 'ਚ ਨਾਂ ਹੈ ਤੁਹਾਡੇ ਵੀ ਫਲਾਣਾ ਟੱਬਰ ਫਲਾਣਾ ਹੈ। ਅਜੇ ਵੀ ਸ਼ੱਕ ਕਰਦਾ ਗੁਰੂ ਤੇ ਸਿੱਖਾ, ਤੇਰੇ ਕੋਲ ਸਾਈਕਲ ਨਹੀਂ ਸੀ, ਅੱਜ ਇੰਨੀ ਸੋਹਣੀ ਗੱਡੀ 'ਚ ਬੈਠਾ ਏ, ਅਜੇ ਵੀ ਸ਼ੱਕ ਕਰਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਸ਼ਕਤੀ ਨਾ ਹੋਏ ਪਿਆਰਿਓ। ਫਿਰ ਕਹਿੰਦੇ ਉੱਥੇ ਇੱਕ ਬੀਬੀ ਭੱਜ ਕੇ ਆਈ, ਭੈਣੋ ਤੁਹਾਡੀ ਲਾਜ। ਉਹਦਾ ਨਾਂ ਸੀ ਭੱਟੀ। ਭਾਈ ਸੰਤੋਖ ਸਿੰਘ ਨੇ ਜ਼ਿਕਰ ਕੀਤਾ, ਮੈਂ ਸਿੱਧੇ ਸ਼ਬਦਾਂ 'ਚ ਲੜੀਵਾਰ ਕਿਉਂਕਿ ਸਮਾਂ ਲੱਗਦਾ। ਤੇ ਉਹ ਬੀਬੀ ਨੇ ਵੀ ਆ ਕੇ ਮੋਢਾ ਦਿੱਤਾ ਤੇ ਸਤਿਗੁਰੂ ਕਹਿੰਦੇ ਪਲੰਗਾ ਰੋਕ ਦਿਓ। ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦੇ ਅਸੀਂ ਮਾਂ ਤੋਂ ਮੋਢਾ ਕਦੇ ਨਹੀਂ ਲਵਾਉਣਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ। ਮਾਵਾਂ ਦੀ ਕੁੱਖ 'ਚ ਬਹਿ ਕੇ ਆਨੰਦ ਮਾਣਿਆ, ਮਾਵਾਂ ਦੇ ਸਿਰ ਤੇ ਨਹੀਂ ਬਹਿੰਦਾ ਕੋਈ। ਵੇਖੋ ਸਤਿਕਾਰ ਗੁਰੂ ਗੋਬਿੰਦ ਸਿੰਘ ਦਾ। ਕਹਿੰਦੇ ਬੀਬੀ ਪਲੰਗੇ ਦੇ ਥੱਲਿਓਂ ਨਿਕਲ ਜਾ। ਕਹਿੰਦੀ ਸਤਿਗੁਰੂ ਗਰੀਬਣੀ ਨੂੰ ਵੀ ਸੇਵਾ ਕਰ ਲੈਂਦੇ ਹੋ। ਤੇ ਮਹਾਰਾਜ ਨੂੰ ਪਤਾ ਸੀ, ਕਿਉਂਕਿ ਮਾਵਾਂ ਹੀ ਮੰਗਦੀਆਂ ਬੱਚਿਆਂ ਲਈ। ਪਹਿਲੋਂ ਵਿਚਾਰੀਆਂ ਭਰਾਵਾਂ ਦੀ ਸੁੱਖ, ਪਿਓ ਦੀ ਸੁੱਖ, ਫਿਰ ਪਤੀ ਦੀ ਸੁੱਖ, ਫਿਰ ਬੱਚਿਆਂ ਦੀ, ਫਿਰ ਪੋਤਰਿਆਂ ਦੀ, ਇੱਕ ਮਾਂ ਮੰਗਦੀ ਤੁਰ ਜਾਂਦੀ। ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਕਹਿੰਦੇ ਮਾਂ ਤੇਰੇ ਸਿਰ ਤੇ ਮੈਂ ਬਹਿਣਾ ਨਹੀਂ ਚਾਹੁੰਦਾ, ਤੂੰ ਉੱਦਾਂ ਦੱਸ ਦੇ ਵੀ ਤੈਨੂੰ ਕੀ ਚਾਹੀਦਾ ਏ। ਮੈਨੂੰ ਪਤਾ ਤੂੰ ਕੁਝ ਮੰਗਣਾ ਤਾਂ ਹੀ ਸੇਵਾ ਕਰਦੀ ਐ, ਦੱਸ ਦੇ ਬੇਝਿਜਕ ਹੋ ਕੇ। ਕਹਿੰਦੀ ਪਾਤਸ਼ਾਹ ਮੇਰੇ 3 ਪੁੱਤ ਤੇ 3 ਕੁਆਰੇ ਐ, ਰਿਸ਼ਤਾ ਹੀ ਨਹੀਂ ਸਿਰੇ ਚੜਦਾ। ਮਾਰੇ ਸੱਚੇ ਪਾਤਸ਼ਾਹ ਦੇ ਮੁਖ 'ਚੋਂ ਹੱਸ ਕੇ ਬਚਨ ਨਿਕਲੇ, ਕਹਿੰਦੇ ਜਾ ਮਾਂ ਸ਼ਾਬਾਸ਼, ਤੂੰ ਭੱਜ ਕੇ ਮੋਢਾ ਦਿੱਤਾ ਏ। ਉਹ ਮੈਨੂੰ ਵੇਖ ਕੇ ਤੇ ਲੋਕੀ ਬੂਹੇ ਬੰਦ ਕਰ ਲੈਂਦੇ ਐ ਕਿ ਮੇਰੇ ਪਿੱਛੇ ਫੌਜ ਲੱਗੀ, ਤੂੰ ਸੇਵਾ ਕੀਤੀ ਐ, ਜਾਂ ਇੱਕ ਵਿਆਹ ਕੀ 3 ਹੋਣਗੇ। ਆਖੋ ਸਤਿਨਾਮ।
ਉੱਥੇ ਬਚਨ ਲਿਖਿਆ ਪਿਆ, ਕਹਿੰਦੇ ਇੰਨਾ ਰਿਜ਼ਕ ਉਸ ਪਰਿਵਾਰ ਨੂੰ ਮਿਲਿਆ, ਵੱਡੇ ਨੇ 4 ਵਿਆਹ ਕਰਾਉਣੇ। ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਈ ਇੱਕ ਸਿੱਖ ਆਇਆ, ਕਹਿੰਦੇ ਮਹਾਰਾਜ ਮੁਕਤ ਕਰ ਦਿਓ। ਮਹਾਰਾਜ ਕਹਿੰਦੇ ਵਿਆਹ ਹੋਇਆ? ਕਹਿੰਦੇ ਜੀ ਹੋਇਆ। ਕਿੰਨੇ? ਕਹਿੰਦਾ ਜੀ ਇੱਕ। ਮਹਾਰਾਜ ਕਹਿੰਦੇ 4 ਘੋਰ ਕਰਾਲਾ। ਕਹਿੰਦੇ ਪਾਤਸ਼ਾਹ ਇੱਕ ਨਹੀਂ ਰੋਕ ਆਉਂਦਿਆ, ਤੁਸੀਂ 4 ਨੂੰ ਕਹਿੰਦੇ ਆ, ਮੈਂ ਤਾਂ ਛੱਡਣ ਨੂੰ ਫਿਰਦਾ ਏ। ਮਹਾਰਾਜ ਕਹਿੰਦੇ ਨਹੀਂ, ਕਰਾਉਣੇ ਪੈਣੇ ਜੇ ਮੁਕਤ ਹੋਣਾ। ਫਿਰ ਉਹ ਕਹਿੰਦੇ ਜਿੱਥੇ ਇੱਕ ਰੱਖੀ ਉੱਥੇ 3-4 ਹੋਰ ਰੱਖ। ਮੈਂ ਜੱਕ ਲਖ ਦੇ ਵਿੱਚੋਂ ਸ਼ਬਦ ਆ ਗਿਆ, ਮੈਂ ਪੂਰਾ ਪੜ੍ਹਿਆ ਸੀ ਇੱਕ ਵਾਰ, ਮੈਨੂੰ ਵਿਸਰਿਆ। ਉੱਥੇ ਸੀ ਮੈਤਰੀ, ਮੁਦਤਾ, ਇਸ ਤਰ੍ਹਾਂ ਕਰਕੇ ਜ਼ਿਕਰ ਸੀ, ਤੇ ਉਹ 4 ਗੁਣ ਸੀ। ਮਹਾਰਾਜ ਕਹਿੰਦੇ ਜਿੱਥੇ ਇੱਕ ਵਾਈਫ ਹੈ ਉੱਥੇ ਆ ਗੁਣ ਰੱਖ। ਮੈਤਰੀ ਦਾ ਭਾਵ ਸੀ ਸਾਰਿਆਂ ਨੂੰ ਪਿਆਰ ਕਰਿਆ ਕਰ ਜੇ ਮੁਕਤੀ ਲੈਣੀ। ਮੁਦਤਾ ਭਾਵ ਸੀ ਸਾਰਿਆਂ ਨੂੰ ਦਿਆ ਕਰ, ਕੁਛ ਨਾ ਕੁਛ ਵੰਡਿਆ ਕਰ। ਉਪੇਖਿਆ ਇਸ ਤਰ੍ਹਾਂ ਕਰਕੇ ਵਿਚਾਰ ਸੀ, ਵਕਤ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਨੇ ਵਿਆਖਿਆ ਦੇ ਵਿੱਚ 3-4 ਉਦਾਹਰਨਾਂ ਦਿੱਤੀਆਂ ਵੀ ਆਹ ਬੰਦੇ ਦੇ ਨਾਲ ਹੋਣ ਨਾ 3 ਇਸਤਰੀਆਂ, ਤੇ ਚੌਥੀ ਵਾਈਫ, ਤੇ ਬੰਦੇ ਦੀ ਮੁਕਤੀ ਹੋ ਜਾਂਦੀ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੀਬੀ ਇੱਕ ਨੂੰ ਤਰਸਦੀਆਂ 3-3 ਹੋਣਗੇ, ਤੇ ਗਾਂ 3 ਦੇ 7-7 ਹੋਣਗੇ। ਆਖੋ ਸਤਨਾਮ। ਇਹ 262 ਅੰਗ ਤੇ ਮੇਰੇ ਖਿਆਲ ਗੁਰਪ੍ਰਤਾਪ ਦੇ ਅੰਦਰ ਜ਼ਿਕਰ ਹੈ। ਉਸ ਮਾਈ ਨੂੰ ਵੀ ਸਤਿਗੁਰੂ ਮਹਾਰਾਜ ਨੇ ਨਿਹਾਲ ਕੀਤਾ, ਤੇ ਅੱਗੇ ਪਿੰਡ ਆ ਗਿਆ ਆਲਮਗੀਰ। ਉੱਥੇ ਫਿਰ ਭਾਈ ਨੰਗਾਈਆ ਮਿਲਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ। ਘੋੜਿਆਂ ਦਾ ਵਪਾਰੀ ਸੀ। ਕਹਿੰਦੇ ਬਾਪੂ, ਕਹਿੰਦੇ ਸਿੱਖਾ ਉਹ ਤਸਵੀਰ ਵੀ ਬਣਾਈ ਕਿਸੇ ਚਿੱਤਰਕਾਰ ਨੇ, ਪਲੰਘੇ ਤੇ ਮਹਾਰਾਜ ਬੈਠੇ ਉੱਥੇ ਹੀ। ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਕਹਿੰਦੇ ਪਾਤਸ਼ਾਹ ਕੀ ਸੇਵਾ ਕਰਾਂ ਤੁਹਾਡੀ? ਅੱਜ ਵੀ ਸੇਵਾ ਵਾਲੇ ਬੈਠੇ ਆ। ਤੋ ਮਹਾਰਾਜ ਕਹਿੰਦੇ ਕੋਈ ਸੇਵਾ ਨਹੀਂ, ਇੱਕ ਚੀਜ਼ ਚਾਹੀਦੀ ਹੈ ਸਾਨੂੰ, ਇੱਕ ਘੋੜਾ ਦੇ, ਕਿਉਂਕਿ ਆ ਸੇਵਾ ਪਲੰਗੇ ਦੀ ਹੁਣ ਮੁਕਤ ਕਰੀਏ, ਬਥੇਰੀ ਕਰ ਲਈ ਸੰਗਤ ਨੇ। ਤੇ ਉਹਨੇ ਫਿਰ ਮਹਾਰਾਜ ਨੂੰ ਬੜਾ ਸੁੰਦਰ ਸੋਹਣਾ ਮਧਰੇ ਤੇ ਲੰਮੇ ਕੱਦ ਦਾ ਕੁਮੈਣ ਨਾਮ ਦਾ ਘੋੜਾ, ਕੁਮੈਤ ਵੀ ਲਿਖਿਆ ਵਿਦਵਾਨਾਂ ਨੇ, ਉਹ ਭੇਟਾ ਕੀਤਾ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਜਾ ਸਜਣਾ ਤੇਰੀ ਨੀਤ ਸਾਫ਼ ਹੈ, ਤੇਰੇ ਕੋ ਇੰਨਾ ਕੁ ਰਿਜ਼ਕ ਆਉਣਾ ਤੇਰੇ ਕੋ ਸਾਂਭਿਆ ਨਹੀਂ ਜਾਣਾ। ਇਹ ਵਕਤ ਹੁੰਦਾ ਕੋਈ ਗੁਰੂ ਤੋਂ ਲੈਂਦਾ। ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਲਦੇ ਚਲਦੇ ਰਾਏਕੋਟ ਦੀ ਧਰਤੀ ਤੇ ਪਹੁੰਚ ਗਏ। ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਖੇਡ ਵਰਤਾਈ। ਨੂਰਾ ਮਾਹੀ ਮੱਝਾਂ ਚਾਰਦਾ ਸੀ, ਤੇ ਮੱਝਾਂ ਚਾਰਦੇ ਨੂੰ ਮਹਾਰਾਜ ਕਹਿੰਦੇ ਓਏ ਨੂਰਿਆ ਦੁੱਧ ਹੀ ਪਿਆ ਦੇ। ਇਹ ਰਸਤੇ ਦੀਆਂ ਘਟਨਾ ਏ ਗੁਰੂ ਸਾਹਿਬ ਦੀਆਂ, ਸਾਂਭ ਕੇ ਰੱਖਿਓ। ਕਹਿੰਦਾ ਮਹਾਰਾਜ ਜੀ ਦੁੱਧ ਦੇਣ ਵਾਲੀਆਂ ਮੱਝਾਂ ਘਰੇ ਆ। ਇਹ ਮੈਨੂੰ ਰਾਏ ਚੌਧਰੀ ਨੇ, ਰਾਏ ਇਕੱਲੇ ਨੇ ਫੰਡਰਾਂ ਹੀ ਦਿੱਤੀਆਂ ਵੀ ਤੂੰ ਸਾਰੀਆਂ ਇਹੋ ਹੀ ਚਾਰਨੀਆਂ, ਕਿਉਂਕਿ ਪੁਰਾਣੇ ਸਮੇਂ 'ਚ ਚੰਗਾ ਪਸ਼ੂ ਘਰੇ ਰੱਖੀਦਾ ਸੀ। ਕਹਿੰਦੇ ਉਹ ਘਰੇ ਆਏ, ਤੇ ਮਹਾਰਾਜ ਜੀ ਉਸ ਕਰਕੇ ਘਰੇ ਜਾਣਾ ਪੈਣਾ, ਤੁਸੀਂ ਘਰੇ ਚੱਲੋ। ਮਹਾਰਾਜ ਕਹਿੰਦੇ ਹੁਣ ਘਰੇ ਨਹੀਂ ਜਾਣਾ, ਘਰ ਛੱਡ ਦਿੱਤਾ ਹੁਣ। ਆਖੋ ਸਤਨਾਮ। ਹੁਣ ਘਰੇ ਨਹੀਂ ਜਾਣਾ, ਇੱਥੇ ਬਹਿ ਜਾਂਦੇ। ਟਾਹਲੀ ਦਾ ਦਰਖਤ ਸੀ, ਮਹਾਰਾਜ ਉੱਥੇ ਸੱਜ ਗਏ। ਇਹ ਕਹਿੰਦੇ ਨੂਰਿਆ ਏਦਾਂ ਨਾ ਕਰ, ਦੁੱਧ ਪਿਆ ਦੇ। ਕਹਿੰਦੇ ਪਾਤਸ਼ਾਹ ਕੋਈ ਮੱਝ ਵੀ ਨਹੀਂ ਮਿਲਦੀ, ਫੰਡਰ ਹੈ ਸਾਰੀਆਂ ਹੀ। ਮੇਰੇ ਪਾਤਸ਼ਾਹ ਕਹਿੰਦੇ ਹੋ ਰਿਹਾ ਹੋ ਜਿਹੜੀ ਮੱਝ ਚਰਦੀ ਨਾ ਉਹਨੂੰ ਕੰਨੋਂ ਫੜ ਕੇ ਲਿਆ। ਖੁਸ਼ ਹੋਇਆ ਬਾਪੂ, ਪੁੱਤ ਵਾਰ ਕੇ ਵੇਖੋ ਮਹਾਰਾਜ ਚੋਜ ਕਰਨ ਦਾ, ਸਾਰਾ ਪਰਿਵਾਰ ਲਟਾਤਾ। ਹੁਣ ਦੱਸਣ ਲੱਗੇ ਦੁਨੀਆ ਨੂੰ ਕਿ ਮੈਨੂੰ ਕੋਈ ਇਹ ਨਾ ਸਮਝੇ ਕਿ ਮੈਂ ਸ਼ਹੀਦ ਹੀ ਕਰਾ ਸਕਦਾ ਏ। ਮੈਨੂੰ ਖੁਦਾ ਨੇ, ਅੱਲਾ ਨੇ, ਉਸ ਰਹਿਮ ਦਿਲ ਨੇ ਬੜੀਆਂ ਸ਼ਕਤੀਆਂ ਦਿੱਤੀਆਂ ਸੀ, ਪਰ ਮੈਂ ਕਿਤੇ ਵਰਤੀਆਂ ਹੀ ਨਹੀਂ। ਮੈਂ ਆਪਣੇ ਕੋਲ ਹੀ ਰੱਖ ਛੱਡੀਆਂ। ਕਈ ਬੰਦਿਆਂ 'ਚ ਸੰਗਤੇ ਬੜਾ ਗੁਣ, ਤੁਹਾਡੇ 'ਚ ਵਿਦਵਾਨ ਬੈਠੇ ਮੇਰੇ ਤੋਂ ਜ਼ਿਆਦੇ। ਕਈਆਂ ਨੇ ਵਿਦਾਂਤ ਪੜ੍ਹੇ ਐ, ਸਿਮਰਤੀਆਂ ਪੜ੍ਹੀਆਂ, ਸ਼ਾਸਤਰ ਪੜ੍ਹੇ, ਪਰ ਉਹ ਕਥਾ ਨਹੀਂ ਕਰਦੇ। ਤੇ ਮੈਂ ਕੁਛ ਵੀ ਨਹੀਂ ਪੜ੍ਹਿਆ, ਤਾਂ ਕਰਕੇ ਬੋਲ ਜਾਂਦਾ। ਆਖੋ ਸਤਨਾਮ। ਕਿਉਂਕਿ ਜਿਵੇਂ ਜਿਵੇਂ ਦਰਖਤ ਭਰਦਾ ਜਾਂਦਾ ਫਲ ਨਾ, ਉਹ ਥੱਲੇ ਨੂੰ ਝੁਕਣਾ ਸ਼ੁਰੂ ਹੋ ਜਾਂਦਾ ਜੇ। ਇਹ ਗੱਲ ਨੋਟ ਕਰ ਲਿਓ। ਕਈ ਵਿਦਵਾਨ ਬੜੇ ਐ, ਪਰ ਉਹ ਸੰਗਤ 'ਚ ਬੋਲ ਨਹੀਂ ਸਕਦੇ। ਉਹ ਖਜ਼ਾਨਾ ਇੰਨਾ ਕੁ ਭਰ ਗਿਆ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚੋਜ ਕਰਦੇ। ਕਹਿੰਦੇ ਲਿਆ ਫੜ ਕੇ ਕੰਨੋਂ ਲੈ ਆਇਆ। ਕਹਿੰਦੇ ਮਹਾਰਾਜ ਕੀ ਕਰਾਂ ਪਾਤਸ਼ਾਹ? ਕਹਿੰਦੇ ਥਾਪੀ ਮਾਰ ਕੇ ਥੱਲੇ ਬਹਿ। ਗੁਰੂ ਮਹਾਰਾਜ ਦਾ ਚਿਹਰਾ ਵੇਖ ਕੇ ਇੰਨਾ ਕੁ ਭਿੱਜ ਗਿਆ ਨਾ, ਉਹ ਪਤਾ ਲੱਗ ਜਾਂਦਾ। ਕਹਿੰਦੇ ਪਾਤਸ਼ਾਹ ਚਲੋ ਬਹਿ ਜਾਣਾ ਏ, ਭਾਂਡਾ ਤੇ ਦੇ ਦਿਓ। ਮੇਰੇ ਸਾਹਿਬ ਨੇ ਕਮਰ ਕੱਸੇ ਦੇ ਨਾਲੋਂ ਇੱਕ ਗੰਗਾ ਸਾਗਰ ਖੋਲਿਆ, ਜੀ 'ਚ ਇਤਿਹਾਸ ਕਹਿੰਦਾ 288 ਮੋਹਰੀਆਂ ਸੀ। ਕਿੰਨੀਆਂ ਜੀ? 288। ਤੇ ਨੂਰਾ ਕਹਿੰਦਾ ਬਾਬਾ ਪਹਿਲੀ ਗੱਲ ਤਾਂ ਇਹਨੇ ਘੁੱਟ ਨਹੀਂ ਦੇਣਾ, ਤੇ ਜੇ ਦੇਤਾ ਤੇ ਇਹ 'ਚ ਪਾਉਣਾ ਕਿੱਥੇ? 288 ਮੋਹਰੀਆਂ ਏ। ਮਹਾਰਾਜ ਕਹਿੰਦੇ ਬਹਿ ਤੇ ਸਹੀ,
ਖੁਦਾਵੰਦ ਬਖਸ਼ੰਦੇ ਐਸੇ ਫਰਸ਼ ਬੜਾ ਬੇਅੰਤ ਹੈ। ਜੇ ਉਹ ਔਂਸਰ ਨੂੰ ਦੁੱਧ ਲਿਆ ਸਕਦਾ ਹੈ ਤੇ ਫਿਰ ਮੋਹਰੀਆਂ ਵਾਲੇ 'ਚ ਉੱਥੇ ਦੁੱਧ ਚੋਇਆ ਉਹਨੇ, ਤੇ ਦੁੱਧ 288 ਮੋਹਰੀਆਂ ਦੇ ਵਿੱਚੋਂ ਨਜ਼ਰ ਆ ਰਿਹਾ ਬਾਹਰਲੇ ਬੰਨਿਓ, ਪਰ ਬਾਹਰ ਨਹੀਂ ਆ ਰਿਹਾ। ਜਦੋਂ ਆਹ ਘਟਨਾ ਵੇਖੀ ਨੂਰਾ ਦੌੜ ਗਿਆ, ਜਾ ਕੇ ਰਾਏ ਕੱਲੇ ਨੂੰ ਕਹਿੰਦਾ ਚੌਧਰੀ ਸਾਹਿਬ, ਚੌਧਰੀ ਸਾਹਿਬ ਕਹਿੰਦਾ ਓਏ ਗੱਲ ਤੇ ਦੱਸ ਕੀ ਹੋਇਆ ਈ? ਕਹਿੰਦੇ ਬੋਲਿਆ ਨਹੀਂ ਗਿਆ, ਕਹਿੰਦੇ ਮੇਰੇ ਨਾਲ ਚਲੋ, ਨਾਲ ਚਲੋ। ਕਹਿੰਦੇ ਗੱਲ ਕੀ ਹੈ? ਕਹਿੰਦੇ ਤੇਰੇ ਖੇਤਾਂ ਦੇ ਵਿੱਚ ਖੁਦਾ ਵੇਖ ਕੇ ਆਇਆ, ਰੱਬ ਆਇਆ ਹੀ ਤੇਰੇ ਖੇਤਾਂ ਦੇ ਵਿੱਚ, ਜਿਹੜਾ ਇੱਦਾਂ ਦੀਆਂ ਘਟਨਾ ਵਰਤਾਉਂਦੇ ਆ ਜਿਹੜੀਆਂ ਸੋਚਣ ਸਮਝਣ ਤੋਂ ਬਾਹਰੀਆਂ ਏ। ਉਸੇ ਵਕਤ ਰਾਏ ਕੱਲਾ ਕਹਿੰਦਾ ਉਹਦੇ ਸਿਰ ਤੇ ਕਲਗੀ ਹੈ? ਕਹਿੰਦਾ ਨਹੀਂ। ਕਹਿੰਦੇ ਉਹਦੇ ਮੋਢੇ ਤੇ ਕਮਾਨ ਹੈ? ਕਹਿੰਦਾ ਨਹੀਂ। ਕਹਿੰਦਾ ਉਹਦੇ ਕੋਲ ਬਾਜ ਹੈ? ਕਹਿੰਦਾ ਨਹੀਂ। ਕਹਿੰਦਾ ਉਹਦੇ ਚਰਨਾਂ ਦੇ ਵਿੱਚ ਜੋੜਾ ਹੈ? ਕਹਿੰਦਾ ਇਦਾਂ ਦਾ ਕੁਛ ਨਹੀਂ, ਸਿੱਧੀ ਕੇਸਕੀ ਬੱਧੀ ਹੈ, ਸ੍ਰੀ ਸਾਹਿਬ ਉਹਦੇ ਹੱਥ ਦੇ ਵਿੱਚ ਹੈ। ਕਹਿੰਦਾ ਹੋਵੇ ਨਾ ਹੋਵੇ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ ਹੀ ਹੈ, ਉਹਦੇ ਤੋਂ ਬਿਨਾਂ ਇਦਾਂ ਦੀ ਖੇਡ ਕੋਈ ਨਹੀਂ ਵਰਤਾ ਸਕਦਾ। ਫਿਰ ਇਹ ਟੱਬਰ ਨੂੰ ਲੈ ਕੇ ਆਇਆ, ਜਿੱਦਾਂ ਅੱਜ ਤੁਸੀਂ ਸਾਰੀਆਂ ਸੰਗਤਾਂ ਮੇਰੇ ਭੈਣਾਂ ਵੀਰ ਆਏ ਹੋ, ਪਿਆਰ ਜਿਹਨੂੰ ਵੀ ਕਹੀਦਾ ਮੋੜਦਾ ਨਹੀਂ, ਸੰਗਤੇ ਮਾਣ ਹੈ। ਜਿਹਨੂੰ ਵੀ ਮੈਂ ਸੁਨੇਹਾ ਦਿੱਤਾ ਵੀ ਆਉਣਾ ਹੈ ਜ਼ਰੂਰ ਆਏ। ਮੇਰੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਰਾਏ ਕੱਲਾ ਆਪਣਾ ਪਰਿਵਾਰ ਲੈ ਕੇ ਆਇਆ। ਤੁਸੀਂ ਆਪਣੇ ਪਰਿਵਾਰਾਂ ਸਮੇਤ ਆਏ ਹੋ। ਅੱਜ ਵੈਸੇ ਵੀ ਐਤਵਾਰ ਸੀ, ਤੇ ਜਿਹੜਾ ਅਗਲੇ ਪਿਛਲੇ ਦੀਵਾਨਾਂ 'ਚ ਨਹੀਂ ਆਇਆ ਉਹ ਵੀ ਅੱਜ ਆਇਆ। ਤੇ ਅੱਜ ਦੀਵਾਨ ਵੀ ਸਤਿਗੁਰੂ ਨੇ ਇਦਾਂ ਦਾ ਬਖਸ਼ਿਸ਼ ਕੀਤਾ, ਵਿੱਚ ਵਰਤ ਕੇ ਆਨੰਦ ਹੀ ਆਨੰਦ ਵਰਤਿਆ। ਤੇ ਕੱਲ੍ਹ ਨੂੰ ਵਿਰਾਗ ਡਿੱਗਣਾ ਹੈ, ਕਿਉਂਕਿ ਕੱਲ੍ਹ ਨੂੰ ਸਾਰਾ ਸਮਾਂ ਸ਼ਹੀਦੀ ਚੱਲਣੀ। ਤਿੰਨੇ ਪੇਸ਼ੀਆਂ ਤੇ ਫਿਰ ਸਜਾਵਾਂ ਤੇ ਫਿਰ ਕੰਧ ਦੇ ਬਾਰੇ ਆਪਾਂ ਕੱਲ੍ਹ ਨੂੰ ਸਾਰੀ ਸਮਾਪਤੀ ਮਹਾਰਾਜ ਆਪ ਕਰਾਉਣਗੇ ਹੱਥ ਦੇ ਕੇ। ਉੱਥੇ ਫਿਰ ਨੂਰੇ ਮਾਹੀ ਨੇ ਰਾਏ ਕੱਲੇ ਨੂੰ ਕਿਹਾ, ਕਹਿੰਦੇ ਜੀ ਆ ਬੈਠੇ ਆ, ਆ ਕੇ ਮੱਥਾ ਟੇਕਿਆ, ਰੋ ਪਿਆ। ਕਹਿੰਦੇ ਸਤਿਗੁਰੂ ਕੀ ਹਾਲ ਬਣਾ ਛੱਡਿਆ? ਮਹਾਰਾਜ ਕਹਿੰਦੇ ਤੇਰੇ ਤੋਂ ਪਹਿਲਾਂ ਅਸੀਂ ਹਾਲ ਆਪਣਾ ਸੁਣਾ ਚੁੱਕੇ ਹਾਂ ਮਿੱਤਰ ਪਿਆਰੇ ਨੂੰ, ਬਹਿ ਜਾ ਇੱਥੇ। ਕਹਿੰਦਾ ਮਹਾਰਾਜ ਮੇਰੇ ਮਹਿਲਾਂ 'ਚ ਚਲੋ, ਘਰ ਇੰਨਾ ਸੋਹਣਾ, ਤੁਸੀਂ ਮਿੱਟੀ ਤੇ ਬੈਠੇ ਆ। ਮਹਾਰਾਜ ਕਹਿੰਦੇ ਕੱਲਿਆ ਮਿੱਟੀ ਨਾਲ ਬੜੀ ਪ੍ਰੀਤ ਹੈ ਸਾਡੀ, ਇਹ ਮਿੱਟੀ 'ਚ ਹੀ ਆ ਕੇ ਆਨੰਦ ਆਉਂਦਾ, ਤੂੰ ਵੀ ਬਹਿ ਜਾ। ਕਹਿੰਦੇ ਮਹਾਰਾਜ ਘਰੇ ਚੱਲਦੇ ਆ। ਪਾਤਸ਼ਾਹ ਕਹਿੰਦੇ ਨਹੀਂ। ਕਹਿੰਦੇ ਕੋਈ ਸੇਵਾ? ਮਹਾਰਾਜ ਕਹਿੰਦੇ ਸੇਵਾ ਕੋਈ ਨਹੀਂ, ਦੁੱਧ ਛਕ ਲਿਆ ਤੇ ਆਨੰਦ ਆਇਆ ਪਿਆ ਏ, ਤੇ ਇੱਕ ਸੇਵਾ ਕਰਦੇ ਜੇ ਕਰ ਸਕਦਾ। ਮਹਾਰਾਜ ਦੱਸੋ। ਕਹਿੰਦੇ ਮੇਰੇ ਪੁੱਤਾਂ ਦੀ ਮੈਨੂੰ ਬੜੀ ਯਾਦ ਆ ਰਹੀ, ਛੋਟਿਆਂ ਦੀ। ਵੱਡਿਆਂ ਨੂੰ ਤੇ ਮੈਂ ਕੁਰਬਾਨ ਕਰ ਆਇਆ ਏ, ਪਰ ਸਰਸਾ ਤੋਂ ਛੋਟਿਆਂ ਦਾ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਗਏ ਹੈ। ਜੇ ਤੇਰੇ ਕੋਲ ਕੋਈ ਇਦਾਂ ਦਾ ਕਾਰਜ ਹੈ, ਕੋਈ ਇਦਾਂ ਦਾ ਸੇਵਕ ਹੈ ਜਿਹੜਾ ਸਰਹੰਦ ਜਾਵੇ ਤੇ ਮੈਨੂੰ ਸਾਰਾ ਇਤਿਹਾਸ ਇਕੱਠਾ ਕਰਕੇ ਸੁਣਾਵੇ, ਜੋ ਕਹੇਂਗਾ ਮੈਂ ਉਹੋ ਹੀ ਭੇਟਾ ਦੇ ਦਿਆਂਗਾ। ਉਸ ਵੇਲੇ ਰਾਏ ਕੱਲਾ ਰੋ ਪਿਆ। ਕਹਿੰਦੇ ਪਾਤਸ਼ਾਹ ਸੁਣਿਆ ਉੜਦਾ ਉੜਦਾ ਵੀ ਤੁਹਾਡੇ ਲਾਲ ਨਹੀਂ ਰਹੇ, ਪਰ ਫਿਰ ਵੀ ਮੈਂ ਯਤਨ ਕਰਦਾ। ਤੇ ਨੂਰਾ ਮਾਹੀ ਕਹਿੰਦਾ ਜੀ ਮੇਰੀ ਭੈਣ ਵਿਆਹੀ ਹੈ ਸਰਹੰਦ, ਜੇ ਤੁਸੀਂ ਮੈਨੂੰ ਸੇਵਾ ਦੇ ਦਿਓ। ਮਹਾਰਾਜ ਕਹਿੰਦੇ ਲੈ ਤੂੰ ਤਾਂ ਲਾਗੇ ਬੈਠਾ ਸੀ, ਜਾ ਦੌੜ ਜਾ, ਛੇਤੀ ਮੁੜ ਕੇ ਆਈ। ਜਿੰਨਾ ਚਿਰ ਤੂੰ ਆਇਆ ਨਾ ਅਸੀਂ ਟਾਹਲੀ ਥੱਲਿਓਂ ਨਹੀਂ ਉੱਠਣਾ। ਇਤਿਹਾਸ ਕਹਿੰਦਾ ਕਿੰਨੀ ਠੰਡ ਹੈ। ਮਹਾਰਾਜ ਰਾਏ ਕੱਲੇ ਦੇ ਪਲੰਘਾਂ ਤੇ ਨਹੀਂ ਗਏ, ਟਾਹਲੀ ਦੇ ਥੱਲੇ ਹੀ ਮਹਾਰਾਜ 2 ਦਿਨ 3 ਦਿਨ ਜਿੰਨੇ ਦਿਨ, ਕਿਉਂਕਿ ਉਦੋਂ ਤੁਰ ਕੇ ਜਾਂਦੇ ਸੀ, ਵਕਤ ਬੜਾ ਜੰਗਲੀ ਰਸਤਾ ਸੀ। ਮਹਾਰਾਜ ਉਹਨੇ ਦਿਨ ਉਸ ਟਾਹਲੀ ਥੱਲੇ ਬੈਠੇ, ਉੱਥੇ ਹੀ ਦੀਵਾਨ ਸਾਜਦਾ ਰਿਹਾ। ਤੇ ਦਇਆ ਸਿੰਘ ਨੂੰ ਕਹਿੰਦੇ ਵੇਖ ਆਉਂਦਾ ਕਿਤੇ ਕਿ ਨਹੀਂ। ਤੇ ਉਹ ਫਿਰ ਜਦੋਂ ਆਇਆ, ਆਉਂਦਿਆਂ ਸਾਰ ਗੋਡਿਆਂ ਪਰਨੇ ਡਿੱਗ ਪਿਆ। ਮਹਾਰਾਜ ਕਹਿੰਦੇ ਉਹ ਸੁਣਾ, ਸ਼ੁਰੂ ਕਰ ਕਥਾ। ਕਹਿੰਦੇ ਮਹਾਰਾਜ ਸ਼ਾਮਾਂ ਪੈਣ ਵਾਲੀਆਂ, ਮੈਂ ਨਹੀਂ ਸੁਣਾ ਸਕਦਾ। ਅੱਛਾ ਕਹਿੰਦੇ ਕੀ ਹੋਇਆ? ਜਿੱਦਣ ਮੇਰੇ ਬਾਪੂ ਦਾ ਸੀਸ ਆਇਆ ਸੀ ਦਿੱਲੀਓਂ, ਉਦਣ ਵੀ ਸ਼ਾਮਾਂ ਸੀ। ਜਿੱਦਣ ਮੇਰੇ ਵੱਡੇ ਪੁੱਤਰ ਸ਼ਹੀਦ ਹੁੰਦੇ ਉਦਣ ਵੀ ਸ਼ਾਮਾਂ ਸੀ। ਅੱਜ ਨਿੱਕਿਆਂ ਦੀ ਖਬਰ ਲਿਆਇਆ, ਸੁਣਾ ਦੇ ਨੂਰਿਆ, ਹੋ ਸਕਦਾ ਤੇਰੇ ਸੁਣਾਉਂਦਿਆਂ ਸੁਣਾਉਂਦਿਆਂ ਮੁਗਲ ਰਾਜ ਦੀਆਂ ਸ਼ਾਮਾਂ ਪੈ ਜਾਣ। ਉਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਹੁਣੇ ਸੁਣਨਾ, ਸਵੇਰ ਕਿੰਨੇ ਵੇਖੀ ਹੈ, ਹੁਣੇ ਸੁਣਾ। ਫਿਰ ਸਾਧ ਸੰਗਤ ਕਵੀ ਜੀ ਕਹਿੰਦੇ ਐ, ਮਹਾਰਾਜ ਕਹਿੰਦੇ ਤੂੰ ਰੂਪ ਰੂਪ ਸੈ, ਬੋਲੋ ਜੀ ਤੂੰ ਰੂਪ ਰੂਪ ਸੈ ਸੱਚ ਸੁਣਾਈ, ਰੱਖੀ ਨਾ ਪਰਦਾ ਕੋਈ ਓਲਾ ਨਾ ਤਕਾਈ, ਕੋਈ ਹਿੰਜ ਤੇ ਨਹੀਂ ਕੇਰੀ ਕੋਈ ਹਾ ਤੇ ਨਹੀਂ ਕੱਢੀ, ਕਿਤੇ ਮੇਰੇ ਪੁੱਤਾਂ ਨੇ ਉੱਚੀ ਸਾਹ ਤੇ ਨਹੀਂ ਕੱਢੀ। ਉਹ ਸੱਟ ਵੱਜੀ ਜਦੋਂ ਤੇਸੀ ਦੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਚੀਕ ਤੇ ਨਹੀਂ ਮਾਰੀ।
ਸਤਿਗੁਰੂ ਜਾਣਦੇ ਐ, ਜੇ ਲਲਾਰੀ ਦਾ ਮੱਟ ਵੇਖ ਸਕਦੇ ਐ, ਫੱਤੇ ਦੀ ਘੋੜੀ ਵੇਖ ਸਕਦੇ ਐ, ਭਾਈ ਉਸ ਬੀਬੀ ਦੀ ਭਾਵਨਾ ਪੂਰੀ ਕਰ ਸਕਦੇ, ਦੁੱਧ ਚਵਾ ਸਕਦੇ, ਕਿ ਮਾਰੇ ਨੂੰ ਪਤਾ ਨਹੀਂ ਸੀ ਪੁੱਤਾਂ ਦੀ ਕਥਾ ਦਾ। ਪਰ ਕਰਮਾਂ ਵਾਲਿਓ, ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਆਪ ਪੁੱਤਾਂ ਦੀ ਕਥਾ ਸੁਣੀ। ਤੁਸੀਂ ਕਿੰਨੇ ਕਰਮਾਂ ਵਾਲੇ ਜਿਨ੍ਹਾਂ ਨੇ 7 ਦਿਨ ਕਥਾ ਸੁਣੀ। ਵੇਖੋ ਉਸ ਬਾਪੂ ਨੇ ਆਪ ਕਥਾ ਸੁਣੀ ਹੈ, ਕੋਈ ਮੁਰਸ਼ਿਦ ਇੱਦਾਂ ਦਾ ਨਹੀਂ ਹੈ। ਮਹਾਰਾਜ ਕਹਿੰਦੇ ਬੜਾ ਜੀ ਕਰਦਾ ਸੁਣਾ ਨੂਰਿਆ, ਪ੍ਰੇਮ ਨਾ ਸੁਣਾਈ, ਕਾਹਲੀ ਨਾ ਕਰੀ ਕੋਈ। ਮੇਰੇ ਸ਼ਹੀਦ ਪੁੱਤਰਾਂ ਦੀ ਕਥਾ ਤੇ ਮੈਨੂੰ ਪ੍ਰੇਮ ਨਾ ਸੁਣਾਈ, ਕੱਲੀ ਕੱਲੀ ਗੱਲ ਉਹ ਹੁਣ ਸੰਗਤੇ ਮੈਂ ਆਪ ਜੀ ਨੂੰ ਕੱਲ ਦੇ ਦੀਵਾਨ 'ਚ ਸੁਣਾਵਾਂਗਾ, ਵੀ ਸਰਸਾ ਤੋਂ ਲੈ ਕੇ ਕਿੱਥੇ ਕਿੱਥੇ ਗਏ ਤੇ ਕਿਵੇਂ ਕਿਵੇਂ ਕੀ ਹੋਇਆ। ਤੇ ਜ਼ਰੂਰ ਸਮਾਂ ਕੱਢਿਓ। ਆਖਰੀ ਦੀਵਾਨ ਹੈ ਕੱਲ ਦਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਵਰਤਾਈ ਹੈ, ਇੰਨੇ ਲਾਇਕ ਨਹੀਂ ਸਾਂ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੂਰਿਆ ਸੁਣਾ ਦੇ। ਕਹਿੰਦੇ ਪਾਤਸ਼ਾਹ ਮਹਾਰਾਜ ਕੀ ਦਓਗੇ? ਸੁਣਾ ਦਊਂ ਕਥਾ, ਕੀ ਭੇਟਾ ਦਓਗੇ? ਮੇਰੇ ਸੱਚੇ ਪਾਤਸ਼ਾਹ ਨੇ ਮੋਹਰਾਂ ਦੀ ਥੈਲੀ ਇਸ ਤਰ੍ਹਾਂ ਰੱਖਤੀ, ਕਹਿੰਦੇ ਚੁੱਕ ਲਾ। ਕਹਿੰਦੇ ਨਾ ਪਾਤਸ਼ਾਹ, ਮੋਹਰਾਂ ਦੇ ਕੇ ਗਲੋਂ ਨਾ ਲਾ ਮੈਨੂੰ, ਮੋਹਰਾਂ ਦੇ ਕੇ ਗਲੋਂ ਨਾ ਲਾ ਮੈਨੂੰ, ਤੇ ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ। ਤੂੰ ਆਇਆ ਮੈਂ ਪੁੱਤਾਂ ਦੀ ਕਥਾ ਕੀਤੀ, ਤੇ ਜਦੋਂ ਮੈਂ ਮਰਿਆ ਮੈਨੂੰ ਪਾਰ ਕਰ ਦਈ। ਬੇਟਾ ਨਹੀਂ, ਕਹਿੰਦੇ ਪਾਤਸ਼ਾਹ ਮੋਹਰਾਂ ਨਾ ਦਿਓ, ਇੱਕ ਵਾਅਦਾ ਕਰੋ ਮੈਂ ਤੇਰੇ ਪੁੱਤਾਂ ਦੀ ਕਥਾ ਸੁਣਾऊं, ਪਰ ਜਿੱਦਣ ਮੇਰੇ ਮੂੰਹ ਤੇ ਖੱਫਣ ਪਿਆ ਮੇਰਾ ਵੀ ਭਲਾ ਕਰ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਂ ਪ੍ਰੇਮ ਦੀਆਂ ਬੋਲੀਆਂ ਮਾਰੀਆਂ ਨੇ, ਹੋਏ ਤੂੰ ਮੇਰੇ ਦੋ ਲਾਲਾਂ ਦੀ ਕਥਾ ਕੀਤੀ, ਮੈਂ ਤੇਰੀਆਂ 21 ਕੁਲਾਈ ਤਾਰੀਆਂ ਨੇ। ਓ ਰੂਹਾਂ ਕਿੱਥੇ ਵਸਦੀਆਂ, ਓ ਰੂਹਾਂ ਕਿੱਥੇ ਵਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ। ਓ ਰੂਹਾਂ ਕਿੱਥੇ ਵਸਦੀਆਂ, ਓ ਰੂਹਾਂ ਕਿੱਥੇ ਵਸਦੀਆਂ, ਓ ਰੂਹਾਂ ਇੱਥੇ ਵਸਦੀਆਂ, ਓ ਰੂਹਾਂ ਇੱਥੇ ਵਸਦੀਆਂ, ਇੱਥੇ ਵਸਦੀਆਂ, ਓ ਰੂਹਾਂ ਇੱਥੇ ਵਸਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਸਾਧਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਬੋਲੋ ਜੀ। ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ, ਜਿਨ੍ਹਾਂ ਦੀ ਕਮਾਈ ਦਾ ਧਿਆਨ ਬੋਲੋ ਜੀ। ਸਰਬੱਤ ਗੁਰਦੁਆਰਿਆਂ ਦਾ ਧਿਆਨ ਬੋਲੋ ਜੀ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਾ ਆਵੈ ਜਿਤਾ ਆਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀ ਰਿਆਇਤ ਦੇਗ ਦੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਕੈਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਪੁੰਗੇ ਜਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ। ਮਨ ਨੀਵਾਂ ਮਰਦ ਕੀ ਮੱਤ ਦੇ ਰਾਖਿਆ, ਵਾਹਿਗੁਰੂ ਪਾਲ ਪੁਰਖ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ, ਖੁੱਲੇ ਦਰਸ਼ਨ ਦੀਦਾਰੇ ਬਖਸ਼ੋ, ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਨੇ ਉੱਟਿਆਂ ਦੀ ਓੜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ। ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉ ਕਰਨਾ ਦੇ ਮਹਾਂਵਾਕਾਂ ਅਨੁਸਾਰ ਸਮੂਹ ਸੰਗਤਾਂ ਨੂੰ ਸਤਿਗੁਰੂ ਬਾਲ ਉਦਮ ਬਖਸ਼ਿਸ਼ ਕਰਕੇ ਸ਼ਹੀਦਾਂ ਦੀ ਯਾਦ ਦੇ ਰਾਤਰੀ ਸਮਾਗਮ ਸਜਾਉਣ ਦੀ ਕਿਰਪਾਲਤਾ ਬਖਸ਼ਿਸ਼ ਕੀਤੀ ਹੈ ਮਹਾਰਾਜ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦਾ ਜਸ ਗੈਣ ਹੋਇਆ ਕੀਰਤਨ ਕਰਦਿਆਂ, ਕਥਾ ਕਰਦਿਆਂ ਬੱਚਿਆਂ ਭੁੱਲਾਂ ਚੁੱਕਾਂ ਮਾਫ ਕਰਨੀਆਂ। ਜਿੱਥੋਂ ਜਿੱਥੋਂ ਵੀ ਗੁਰੂ ਕੀ ਸੰਗਤ ਚੱਲ ਕੇ ਆਈ ਹੈ, ਦਿਲ ਫੁੱਲ ਭੇਟਾ ਕੀਤਾ ਸਤਿਗੁਰੂ ਥਾਏ ਪਾਉਣਾ। ਦੇਸ਼ਾਂ ਵਿਦੇਸ਼ਾਂ 'ਚ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਆਪ ਜੀ ਦੇ ਹਜੂਰ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਗੁਰੂ ਕੇ ਲੰਗਰ ਹਾਜ਼ਰ ਨੇ। ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਸੇਵਾ ਕੀਤੀ ਸਤਿਗੁਰੂ ਥਾਏ ਪਾਉਣੀ। ਆਪ ਜੀ ਦੇ ਚਰਨਾਂ 'ਚ ਅਰਦਾਸ ਜੋਦਰੀ ਬੇਨਤੀ ਹੈ, ਦੀਨ ਦਰਦ ਦੁੱਖ ਭੰਜਣਾ, ਘੜ ਘੜ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ। ਬੀਬੀ ਅਮਰਜੀਤ ਕੌਰ ਜੀ ਨੂੰ ਸਤਿਗੁਰੂ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜੋ। ਪਾਵਨ ਮੁਖ ਵਾਕ ਬਖਸ਼ਿਓ ਜੀ। ਸਿੱਖ ਪੜ੍ਹਦੇ ਸੁਣਦੇ ਵਰਤ ਲਾਏ ਮੰਗੋ